ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਦਰਸ਼ਕਾਂ ਨੂੰ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤੇ ਪ੍ਰੋਗਰਾਮ ਦੇ ਵਿੱਚ ਆਪ ਸਭ ਨੂੰ ਸਵਾਗਤ ਕਰਦੇ ਹਾਂ, ਜੀ ਆਇਆਂ ਨੂੰ ਆਖਦੇ ਹਾਂ। ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਅਪਡੇਟ ਇਮੀਗ੍ਰੇਸ਼ਨ। ਮੈਂ ਰਾਜਕਰਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ US ਇਮੀਗ੍ਰੇਸ਼ਨ ਦੇ ਅਟਰਨੀ ਜੇ ਟਿਰਕੇਣਾ ਜੀ। ਅਟਰਨੀ ਟਿਰਕੇਣਾ ਜੀ, ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤੇ ਧੰਨਵਾਦ ਜੀ ਰਾਜਕਰਨ ਜੀ। ਸਾਡੇ ਅੱਜ ਦੇ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408 272 2500। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 415 909 0503 415 909 0503। ਤੇ ਊੜਾ ਡੈਟ ਰਿਲੀਫ ਵਾਲੇ ਇਕਨੋਮਿਕ ਹਾਰਡਸ਼ਿਪ ਹੈ, ਬੈਂਕਰਪਸੀ ਤੋਂ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਕਾਲ ਕਰੋ 8888889914। ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। 888 888 99 14 ਦੇ ਉੱਤੇ ਸੰਪਰਕ ਜਿਹੜਾ ਉਹ ਕਰੋ। ਤੇ ਗੱਲਬਾਤ ਦਾ ਸਿਲਸਿਲਾ ਜਿਹੜਾ ਉਹ ਆਪਾਂ ਸ਼ੁਰੂ ਕਰਾਂਗੇ। ਕੀ ਕੁਛ ਇਮੀਗ੍ਰੇਸ਼ਨ ਦੇ ਲੈਂਡਸਕੇਪ ਦੇ ਵਿੱਚ ਅਮਰੀਕਾ 'ਚ ਚੱਲ ਰਿਹਾ ਆ, ਉਸ ਬਾਰੇ ਗੱਲਬਾਤ ਜਿਹੜੀ ਉਹ ਆਪਾਂ ਕਰਾਂਗੇ। ਤੇ ਨਾਲ ਹੀ ਜਿਹੜਾ ਉਹ ਆਪਾਂ ਸ਼ੁਰੂਆਤ 'ਚ ਹੀ ਦੱਸਦੇ ਜਾਈਏ, ਕਾਲਸ ਜਿਹੜੀਆਂ ਉਹ ਨਹੀਂ ਲੈ ਹੋਣਗੀਆਂ। ਤੇ ਆਪਾਂ ਜਿਹੜਾ ਅੱਜ ਜੋ ਅਹਿਮ ਇਸ਼ੂਜ਼ ਚੱਲ ਰਹੇ ਆ ਉਹਨਾਂ ਨੂੰ ਜਿਹੜਾ ਆ ਉਹ ਉਸ ਦੇ ਵਿੱਚ ਡਿਸਕਸ਼ਨ ਜਿਹੜੀ ਆ ਉਸ ਦੇ ਵਿੱਚ ਆਪਾਂ ਕਰਦੇ ਜਿਹੜੇ ਉਹ ਹੈਗੇ ਆ। ਸੋ ਇਹ ਸਾਰੀਆਂ ਚੀਜ਼ਾਂ ਦੇ ਉੱਤੇ ਆਪਾਂ ਗੱਲਬਾਤ ਕਰਾਂਗੇ। ਤੇ ਅਟਰਨੀ ਟਿਰਕੇਣਾ ਜੀ, ਸ਼ੁਰੂਆਤ ਦੇ ਵਿੱਚ ਜੇ ਆਪਾਂ ਗੱਲਬਾਤ ਕਰੀਏ ਇਮੀਗ੍ਰੇਸ਼ਨ ਨੂੰ ਜਿਹੜਾ ਉਹ ਲੈ ਕੇ, ਉਹ ਵੀ ਆਪਾਂ ਗੱਲ ਕਰਦੇ ਹਾਂ ਜਿਹੜੀ ਇੱਕ ਹੋਰ ਆਈਸ ਦੀ ਹੱਥੋਂ ਇੱਕ ਬੰਦੇ ਦੀ ਜਿਹੜੀ ਉਹ ਮੌਤ ਵੀ ਹੋਈ ਆ, ਉਹ ਵੀ ਸਾਰਾ ਕੁਛ ਚੱਲ ਰਿਹਾ ਆ। ਸੋ ਇਹ ਜਿਹੜੀ ਇਨਫੋਰਸਮੈਂਟ ਦੇ ਚੱਲਦਿਆਂ ਆਈਸ ਦੇ ਲੋਕਾਂ ਦੇ ਦੁਆਰਾ ਜਿਹੜੀ ਅਟਰਨੀ ਟਿਰਕੇਣਾ ਜੀ ਜਿਹੜੀ ਇਹ ਕਹਿ ਲਓ ਵੀ ਸ਼ੂਟਿੰਗ ਦੇ ਨਾਲ ਲੋਕਾਂ ਦੀ ਮੌਤ ਹੋ ਰਹੀ ਆ। 9-10 ਜਾਣਿਆਂ ਦੀ ਹੁਣ ਤੱਕ ਮੌਤ ਹੋ ਚੁੱਕੀ ਆ। ਇਸ ਵਾਰ ਇਹ ਵੀ ਪਤਾ ਲੱਗਾ ਵੀ ਜਿਹੜਾ ਆਈਸ ਦਾ ਉਹ ਏਜੰਟ ਸੀ ਜਿਸਨੇ ਇਹ ਗੋਲੀ ਚਲਾਈ ਆ, ਉਹਦੇ ਤੇ ਜਿਹੜੇ ਰਿਸਟ੍ਰੇਨਿੰਗ ਆਰਡਰ ਵੀ ਸੀਗੇ, ਉਹਦੀ ਵਾਇਲੈਂਟ ਹਿਸਟਰੀ ਵੀ ਸੀਗੀ। ਸੋ ਕਾਈਂਡ ਆਫ ਇਹ ਜਿਹੜਾ ਦੱਸ ਰਹੀ ਹੈ ਵੀ ਜਦੋਂ ਹਾਇਰਿੰਗ ਕਰ ਰਹੇ ਆ, ਹਾਇਰਿੰਗ ਸਪਰੀ ਤੇਜ਼ ਤਾਂ ਹੈਗੀ ਆ, ਪਰ ਵੈਟਿੰਗ ਇਹ ਖੁਦ ਆਪ ਚੰਗੀ ਤਰ੍ਹਾਂ ਕਰ ਨਹੀਂ ਰਹੇ ਲੋਕਾਂ ਦੀ। ਆਈ ਡੋਨਟ ਨੋ ਹੁਣ ਰਾਜਕਰਨ ਜੀ ਕੀ ਉਹਨਾਂ ਦੀ ਪਾਲਿਸੀਆਂ ਜਿਹੜੀਆਂ ਹੈਗੀਆਂ। ਹੁਣ ਮੇਨਲੀ ਪ੍ਰੋਬਲਮ ਇਹ ਹੈ ਕਿ ਜਦੋਂ ਤੁਸੀਂ ਇੰਨੇ ਸ਼ਾਰਟ ਟਰਮ ਚੱਡੇ ਵੱਡੇ ਪ੍ਰੋਜੈਕਟ ਕਰਦੇ ਆ ਤੇ ਟ੍ਰੇਨਿੰਗ ਤੁਸੀਂ ਲੋਕਾਂ ਨੂੰ ਦਿੱਤੀ ਨਹੀਂ ਸਹੀ ਤਰੀਕੇ ਨਾਲ, ਸੋ ਇਹਨਾਂ ਦੇ ਜਿਹੜੀਆਂ ਮਿਸਹੈਪ ਤਾਂ ਹੋਣੇ ਹੀ ਆ। ਤੇ ਮੇਰੇ ਖਿਆਲ ਜਿਹੜਾ ਬੰਦਾ ਸੀਗਾ ਕਹਿੰਦੇ ਇੰਟੈਂਡਡ ਟਾਰਗੇਟ ਵੀ ਨਹੀਂ ਸੀਗਾ, ਫੜਨ ਕਿਸੇ ਹੋਰ ਨੂੰ ਗਏ ਸੀਗੇ, ਇਦਾਂ ਦੀ ਵੀ ਖਬਰ। ਦੂਜਾ ਹੋ ਗਿਆ ਲਗਾਤਾਰ 7 ਦਿਨਾਂ ਦੇ ਵਿੱਚ ਇੱਕ ਟੈਕਸਿਸਟ ਮੈਨੂੰ ਹੋਇਆ ਸੀ, ਫਿਰ ਇਹ ਜਿਹੜਾ ਹੁਣ ਮੇਨ ਦੇ ਵਿੱਚ ਹੋਇਆ ਆ ਵੀ ਇੰਟੈਂਡਡ ਟਾਰਗੇਟ ਤੋਂ ਬਗੈਰ ਦੂਜਾ ਬੰਦਾ ਉਸ ਦੇ ਉੱਤੇ। ਤੇ ਸੋ ਇਹ ਸਾਰੀਆਂ ਚੀਜ਼ਾਂ ਇਹਦੇ ਕਰਕੇ ਹੁਣ ਰੌਲਾ ਰੱਪਾ ਤਾਂ ਪਿਆ ਸੀ ਵਿੱਚ। ਜੇ ਟ੍ਰੈਫਿਕ ਸਟਾਪ ਬੰਦ ਕਰਨ ਨੂੰ ਉਹਨਾਂ ਨੇ ਕੀਤਾ ਸੀ, ਫਿਰ ਟਰੰਪ ਉਹਨਾਂ ਨੇ ਕਿਹਾ ਨਹੀਂ ਟ੍ਰੈਫਿਕ ਸਟਾਪ ਤੁਸੀਂ ਜਿਹੜੇ ਉਹ ਚਾਲੂ ਜਿਹੜਾ ਉਹ ਰੱਖੋ। ਸੋ ਤੁਹਾਨੂੰ ਕੀ ਲੱਗਦਾ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਇਨਫੋਰਸਮੈਂਟ ਜਾਂ ਇੱਦਾਂ ਦੀਆਂ ਜਿਹੜੀਆਂ ਵਾਰਦਾਤਾਂ ਹੋ ਰਹੀਆਂ ਆ, ਈਵਨ ਤੋਂ ਚਲੋ ਇਹ US ਸਿਟੀਜ਼ਨ ਨਹੀਂ, ਜਾਨ ਤਾਂ ਜਾਨ ਹੀ ਆ ਕਿਸੇ ਦੀ ਵੀ ਜਿਹੜੀ ਉਹ ਹੋਵੇ, ਸੋ ਇਸ ਤਰੀਕੇ ਦੇ ਨਾਲ ਅਣਗਹਿਲੀਆਂ ਦੇ ਨਾਲ ਜਿਹੜੀ ਇਹ ਜਾ ਰਹੀ ਆ, ਤੁਹਾਨੂੰ ਲੱਗਦਾ ਵੀ ਕੋਈ ਇਸ ਦੇ ਉੱਤੇ ਐਕਸ਼ਨ ਜਿਹੜਾ ਹੋਊਗਾ, ਕਿਤੇ ਰਿਸਟ੍ਰੇਨ ਜਿਹੜੀ ਉਹ ਹੋ ਸਕੂਗੀ? ਰਿਸਟ੍ਰੇਨ ਦਾ ਤਾਂ ਨਹੀਂ ਪਤਾ, ਉਹਨਾਂ ਨੇ ਆਪਣੇ ਜਿਹੜੀ ਫੜੋ ਫੜਾਈ ਵਾਲਾ ਕੰਮ ਤਾਂ ਰੱਖਣਾ ਹੀ ਹੈ, ਇਹਦੇ ਕਰਕੇ ਉਹ ਤਾਂ ਨਹੀਂ ਰੁਕਣਾ। ਤੇ ਜਿਹੜਾ ਸਰਕਾਰ ਨੇ ਉਹਦੇ ਹਿਸਾਬ ਨਾਲ ਐਡਜਸਟ ਕਰ ਲੈਣਾ, ਆਪਣਾ ਜਿਹੜਾ ਰੌਲਾ ਰੱਪਾ ਹੋਊਗਾ ਉਹਦੇ ਹਿਸਾਬ ਨਾਲ ਉਹਨਾਂ ਨੇ ਐਡਜਸਟ ਕਰ ਲੈਣਾ। ਤੇ ਬਾਕੀ ਜਿਹੜੀ ਦੂਜੀ ਸਾਈਡ ਜਿਹੜੀ ਪਾਰਟੀ ਦੇ ਹੈਗੇ ਉਹ ਇੰਟਰਵੀਨ ਕਰਦੇ ਆ ਤੇ ਉਹਦੇ ਹਿਸਾਬ ਨਾਲ ਉਹਨਾਂ ਨੂੰ ਥੋੜੀ ਜਵਾਬਦੇਹੀ ਦੇਣੀ ਪੈਂਦੀ ਹੈ ਕਿਉਂ ਆ। ਤੇ ਬਾਕੀ ਹੁਣ ਜਿਹੜਾ ਆਫਿਸਰ ਨਹੀਂ ਇਨ ਲਾਈਨ 'ਚ ਹੈਗਾ, ਜਾਂ ਇਹਨਾਂ ਦੇ ਜਿਹੜੇ ਹਾਈ ਲੈਵਲ ਵਾਲੇ ਵੀ ਜਿਹੜੇ ਸੀਗੇ ਇਹਨਾਂ ਦੇ ਮੁਲਾਜ਼ਮ ਸੀਗੇ, ਉਹ ਵੀ ਇਹਨਾਂ ਨੇ ਬਾਹਰ ਕੀਤੇ ਆ ਜਾਂ ਸਸਪੈਂਡ ਕੀਤੇ ਆ। ਸੋ ਗਵਰਨਮੈਂਟ ਤਾਂ ਓਬਵੀਅਸਲੀ ਹਰ ਟਾਈਮ ਹੀ ਕਹਿ ਸਕਦੀ ਹੈ ਕਿ ਇਹ ਬੰਦੇ ਨੂੰ ਇਹਨੇ ਸਹੀ ਕੰਮ ਨਹੀਂ ਕੀਤਾ, ਇਹ ਸਾਡੀ ਪਾਲਿਸੀ ਦੇ ਖਿਲਾਫ ਆ, ਉਹਨੂੰ ਬਾਹਰ ਕੱਢ। ਜਿਹੜਾ ਸ਼ੋ ਮਸਟ ਗੋ ਆ। ਸੋ ਇਹ ਚੀਜ਼ਾਂ ਜਿਹੜੀਆਂ ਉਹ ਚੱਲਦੀਆਂ ਰਹਿਣਗੀਆਂ। ਉਹ ਤਾਂ ਇੰਨੇ ਤੁਸੀਂ ਲਾ ਲਓ ਬਿਲੀਅਨਸ ਇਹਨਾਂ ਨੇ ਇਨਵੈਸਟ ਕੀਤਾ ਲੋਕਾਂ ਦੇ ਵਿੱਚ। ਹੁਣ ਇੱਕ ਬੰਦਾ ਕੁਛ ਕਰ ਦੇਵੇ ਉਹਦੇ ਕਰਕੇ ਉਹਨਾਂ ਨੇ ਇੱਦਾਂ ਤਾਂ ਨਹੀਂ ਉਹਦੇ ਕਰਕੇ ਹੋਣਾ ਕਿ ਸਾਰਾ ਹੀ ਆਪਰੇਸ਼ਨ ਉਹਦੇ ਕਰਕੇ ਰੁਕ ਜਾਣਾ। ਸਹੀ ਹੈ ਜੀ, ਬਿਲਕੁਲ। ਤੇ ਅਟਰਨੀ ਟਿਰਕੇਣਾ ਜੀ, ਅਗਲੀ ਜਿਹੜੀ ਆਪਾਂ ਇਸ ਦੇ ਵਿੱਚ ਗੱਲ ਕਰਦੇ ਹਾਂ, ਫੈਡਰਲ ਕੋਰਟ ਨੇ ਸਟੇਟ ਡਿਪਾਰਟਮੈਂਟ ਦਾ ਜਿਹੜਾ ਸੋਸ਼ਲ ਮੀਡੀਆ ਵੀਜ਼ਾ ਰਿਸਟ੍ਰਿਕਸ਼ਨ ਪਾਲਿਸੀ ਆ ਉਸ ਨੂੰ ਬਲੌਕ ਕੀਤਾ ਹੈ। ਦੱਸਿਓ ਜੀ ਕੀ ਇਹ ਪੂਰਾ ਮਾਮਲਾ। ਸੋ
ਸਾਰਿਆਂ ਨੂੰ ਜਿੱਦਾਂ ਪਤਾ ਹੈ ਨਾ ਕਿ ਜਦੋਂ ਸਰਕਾਰ ਆਈ ਸੀਗੀ ਕਈ ਤਰ੍ਹਾਂ ਦੀਆਂ ਇਹਨਾਂ ਨੇ ਰਿਸਟ੍ਰਿਕਸ਼ਨਾਂ ਜਿਹੜੀਆਂ ਲਗਾਈਆਂ ਸੀਗੀਆਂ, ਇਨਕਲੂਡਿੰਗ ਇੱਕ ਜਿਹੜੀ ਸੀਗੀ ਮੇਨ ਕਿ ਤੁਸੀਂ ਇਜ਼ਰਾਈਲ ਪੈਲੇਸਟਾਈਨ ਚੋਂ ਜੇ ਇਜ਼ਰਾਈਲ ਬਾਰੇ ਕੁਛ ਬੋਲਦੇ ਆ, ਉਹਦੇ ਵਿੱਚ ਸਟੂਡੈਂਟ ਵਗੈਰਾ ਵੀ ਜਿਹੜੇ ਟਾਰਗੇਟ ਕਰਨੇ ਸ਼ੁਰੂ ਕਰਤੇ ਸੀਗੇ। ਈਵਨ ਜਿਹੜੇ ਅਮਰੀਕਨ ਸਿਟੀਜ਼ਨ ਸੀਗੇ ਉਹਨਾਂ ਦੇ ਵੀ ਕਿ ਇਹਨਾਂ ਦੀ ਅੱਗੇ ਜੋਬ 'ਚ ਕਿੱਦਾਂ ਪ੍ਰੋਬਲਮ ਕਰਨੀ ਹੈ, ਕਾਫ਼ੀ ਜਿਹੜਾ ਸੀਗਾ ਕੰਸਰਨਿੰਗ ਜਿਹਾ ਇੱਕ ਮਾਹੌਲ ਜਦੋਂ ਬਣ ਗਿਆ ਸੀਗਾ। ਤੇ ਪਰ ਅਮਰੀਕਾ ਦੇ ਵੀ ਲੋਕ ਧਾਂਦੇ ਆ, ਤੁਹਾਨੂੰ ਪਤਾ ਉਹਨਾਂ ਨੇ ਵੀ ਸਟੈਂਡ ਪੂਰਾ ਲੈਂਦੇ, ਉਹ ਕਹਿੰਦੇ ਜੋ ਮਰਜ਼ੀ ਕਰੀ ਜਾਓ। ਤੇ ਫਰੀडम ਜਿਹੜੀ ਆਫ ਸਪੀਚ ਹੈਗੀ ਆ ਉਹਨੂੰ ਇਹ ਪ੍ਰੋਟੈਕਟ ਇਹ ਲੋਕੀ ਕਾਫ਼ੀ ਜਿਹੜੇ ਕਰਦੇ ਆ। ਸੋ ਇਹਦੇ ਵਿੱਚ ਕੀ ਸੀਗਾ ਕਿ ਕੋਲੀਸ਼ਨ ਆਫ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ CITR ਕਰਕੇ ਇੱਕ ਸੰਸਥਾ ਜਿਹੜੀ ਹੈਗੀ ਆ, ਉਹਨੇ ਮਾਰਕੋ ਰੂਬੀਓ ਹੋਣਾ ਤੇ US ਡਿਸਟ੍ਰਿਕਟ ਆਫ ਕੋਲੰਬੀਆ ਦੇ ਵਿੱਚ ਜਿਹੜਾ ਸੀਗਾ ਕੇਸ ਕੀਤਾ ਸੀਗਾ। ਤੇ ਜੱਜ ਸਾਹਿਬ ਹੈਗੇ ਇੱਕ ਜੇਮਸ ਬੋਇਸਬਰਗ, ਇਹਨਾਂ ਨੇ ਫੈਸਲਾ ਇਸ਼ੂ ਕੀਤਾ ਜੁਲਾਈ 14 2026 ਨੂੰ। ਤੇ ਇਹਦੇ ਵਿੱਚ ਕੀ ਸੀਗਾ ਕਿ ਇਹ ਫਸਟ ਅਮੈਂਡਮੈਂਟ ਜਿਹੜੀ ਹੈਗੀ ਆ, ਜਿਹੜੀ ਕਿ ਤੁਹਾਨੂੰ ਗਰੰਟੀ ਕਰਦੀ ਆ ਕਿ ਤੁਹਾਨੂੰ ਆਪਣਾ ਓਪੀਨੀਅਨ ਐਕਸਪ੍ਰੈਸ ਕਰਨ ਦੀ ਖੁੱਲ੍ਹ ਹੈਗੀ ਆ ਅਮਰੀਕਾ ਦੇ ਵਿੱਚ, ਹੈ ਨਾ। ਸੋ ਇਹ ਬੜੀ ਵੱਡੀ ਚੀਜ਼ ਆ ਇਸ ਮੁਲਕ ਦੇ ਵਿੱਚ। ਉਹਦੇ ਰਿਲੇਟਡ ਇਹ ਜਿਹੜਾ ਫੈਸਲਾ ਸੀਗਾ, ਤੇ ਇਹਨੇ ਜਿਹੜੀ ਟਰੰਪ ਦੀ ਪਾਲਿਸੀ ਸੀਗੀ ਜਿਹੜੀ ਕਹਿੰਦੀ ਸੀਗੀ ਕਿ ਜਿਹੜੇ ਵੀਜ਼ਾ ਵਗੈਰਾ ਉਹ ਹਾਲਟ ਕਰ ਦਿਓ ਜਾਂ ਡਿਨਾਈ ਕਰ ਦਿਓ। ਜਿਹੜੀ ਟਰੰਪ ਸਰਕਾਰ ਸੀਗੀ ਉਹ ਕੀ ਕਹਿੰਦੀ ਸੀਗੀ ਕਿ ਕਈ ਜਿਹੜੇ ਸੀਗੇ ਮੀਡੀਆ 'ਚ ਬੰਦੇ ਕੰਮ ਕਰਦੇ ਆ ਜਾਂ ਕਈ ਫੋਰਨ ਨੈਸ਼ਨਲ ਜਿਹੜੇ ਹੈਗੇ ਆ, ਉਹ ਕਹਿੰਦੇ ਕਿ ਉਹਨਾਂ ਦੀ ਸਪੀਚ ਰਿਸਰਚ ਜਾਂ ਕੋਈ ਇਦਾਂ ਦੀ ਜਿਹੜੀ ਚੀਜ਼ ਦੇ ਵਿੱਚ ਇੰਡਸਟਰੀ ਦੇ ਵਿੱਚ ਉਹ ਕੰਮ ਕਰਦੇ ਸੀਗੇ ਜਿਹੜੇ ਅਮਰੀਕਨ ਇੰਟਰਸਟ ਦੇ ਅਗੇਂਸਟ ਜਾਂਦੀ ਆ, ਉਹ ਕਹਿੰਦੇ ਕਿ ਇਹਨਾਂ ਨੂੰ ਵੀਜ਼ੇ ਨਹੀਂ ਦੇਣੇ। ਇਹਦੇ ਵਿੱਚ ਪਤਾ ਕਈ ਯੂਰਪੀਅਨ ਜਰਨਲਿਸਟ ਕਈ ਜਿਹੜੇ ਵੱਡੇ ਨਾਮ ਜਿਹੜੇ ਸੀਗੇ ਸ਼ਾਮਲ, ਜਿਹਨਾਂ ਦੇ ਵੀਜ਼ੇ ਇਹਨਾਂ ਨੇ ਰਿਵੋਕ ਕੀਤੇ ਆ, ਜਿਹੜੇ ਕਾਨਫਰੰਸ ਵਗੈਰਾ ਤੇ ਉਰੇ ਆਏ ਸੀਗੇ, ਰਿਸਟ੍ਰਿਕਟ ਕੀਤੇ ਗਈਆਂ ਨੂੰ ਰਿਸਟ੍ਰਿਕਟ ਕੀਤਾ ਗਿਆ। ਸੋ ਮਈ 28 2025 ਨੂੰ ਜਦੋਂ ਸੀਗਾ ਸੈਕਟਰੀ ਆਫ ਸਟੇਟ ਮਾਰਕੋ ਰੂਬੀਓ ਨੇ ਇਹ ਜਿਹੜੀ ਨਵੀਂ ਪਾਲਿਸੀ ਅਨਾਉਂਸ ਕੀਤੀ ਸੀ। ਤੇ ਤੁਸੀਂ ਇੱਕ ਚੀਜ਼ ਦੇਖੋ ਕਿ ਲਾਅ ਦੇ ਵਿੱਚ ਟਾਈਮ ਲੱਗ ਜਾਂਦਾ, ਸਾਲ ਤੋਂ ਉੱਤੇ ਜਿਹੜਾ ਸੀਗਾ। ਸੋ ਇਹਨਾਂ ਨੇ ਵੀਜ਼ਾ ਰਿਸਟ੍ਰਿਕਸ਼ਨ ਜਿਹੜੀਆਂ ਸੀਗੀਆਂ ਅਨਾਉਂਸ ਕੀਤੀਆਂ ਸੀਗੀਆਂ ਕਿ ਇਹ ਬੇਸਿਕਲੀ ਆਪਣੇ ਵੱਲੋਂ ਕੀ ਕਹਿੰਦੇ ਸੀਗੇ ਕਿ ਆਪਾਂ ਉਹ ਵਾਲੇ ਲੋਕਾਂ ਨੂੰ ਜਿਹੜਾ ਇੱਥੇ ਨਹੀਂ ਆਉਣ ਦੇਣਾ ਜਾਂ ਵੀਜ਼ੇ ਡਿਨਾਈ ਕਰਨੇ ਆ ਜਿਹੜੇ ਅਮਰੀਕਨ ਨੈਸ਼ਨਲ ਨੂੰ ਜਿਹੜਾ ਸੀਗਾ ਸੈਂਸਰ ਕਰਦੇ ਆ। ਸੋ ਇਦਾਂ ਇਹਨਾਂ ਨੇ ਕਹਿ ਕੇ ਜਿਹੜਾ ਸੀਗਾ ਉਹ ਇਹ ਰੂਲ ਜਿਹੜਾ ਪਾਸ ਕੀਤਾ ਸੀਗਾ। ਇਹ ਜਿਹੜਾ ਪਾਲਿਸੀ ਇਹਨਾਂ ਦੀ ਜਿਹੜੀ ਸੀਗੀ, ਇੱਕ ਜਿਹੜੀ ਡਿਪਾਰਟਮੈਂਟ ਆਫ ਸਟੇਟ ਹੈਗੀ ਆ, ਉਹਦੇ ਵਿੱਚ ਇੱਕ ਸੈਕਟਰੀ ਆਫ ਸਟੇਟ ਨੂੰ ਇੱਕ ਪਾਵਰ ਹੁੰਦੀ ਹੈ ਜਿਹਦੇ ਵਿੱਚ ਕਿ ਉਹਨਾਂ ਨੂੰ ਜੇ ਲੱਗੇ ਕਿ ਕੋਈ ਵੀ ਫੋਰਨ ਨੈਸ਼ਨਲ ਜਿਹੜਾ ਅਮਰੀਕਾ ਜਾਣਾ ਚਾਹੁੰਦਾ, ਉਹ ਕੋਈ ਇਦਾਂ ਦੀ ਫੋਰਨ ਪਾਲਿਸੀ ਲੈ ਕੇ ਆਊਗਾ ਜਾਂ ਕੋਈ ਇਦਾਂ ਦੀ ਹਰਕਤ ਕਰੂਗਾ ਜਿੰਨਾ US ਨੂੰ ਕੋਈ ਨੁਕਸਾਨ ਪਹੁੰਚਦਾ, ਤਾਂ ਸੈਕਟਰੀ ਆਫ ਸਟੇਟ ਕੋ ਉਹ ਜਿਹੜਾ ਕਾਨੂੰਨ ਦੇ ਥੱਲੇ ਪਾਵਰ ਹੁੰਦੀ ਹੈ ਕਿ ਉਹਨੂੰ ਉਹ ਰੋਕ ਸਕਦਾ ਇੱਕ ਬੰਦੇ ਨੂੰ। ਤੇ ਉਹਨੇ ਕੀ ਕੀਤਾ ਕਿ ਉਹਨੇ ਸਾਰੀ ਜਿਹੜੀ ਚੀਜ਼ ਚੱਕ ਕੇ ਮਤਲਬ ਓਵਰਆਲ ਹੀ ਜਿਹੜਾ ਤੁਸੀਂ ਕਹਿ ਲਓਗੇ ਇੱਕ ਕਹਿਤਾ ਕਿ ਸਾਰਿਆਂ ਨੂੰ ਜਿਹੜਾ ਕੰਟਰੋਲ ਕਰੋ, ਸਾਰਿਆਂ ਨੂੰ ਵੀਜ਼ੇ ਜਿਹੜੇ ਡਿਨਾਈ ਕਰੋ। ਹੁਣ ਜੇ ਆਪਾਂ ਦੇਖੀਏ ਹਿਸਟੋਰੀਕਲੀ ਤਾਂ ਇਹ ਜਿਹੜੀ ਪਾਵਰ ਦਿੱਤੀ ਹੈ ਸੈਕਟਰੀ ਆਫ ਸਟੇਟ ਨੂੰ ਕਾਂਗਰਸ ਨੇ, ਉਹ ਤਾਂ ਦਿੱਤੀ ਹੈ ਕਿ ਤੁਸੀਂ ਫੋਰਨ ਗਵਰਨਮੈਂਟ ਦੇ ਜਿਹੜੇ ਸਰਕਾਰੀ ਮੁਲਾਜ਼ਮ ਉਹਨਾਂ ਦੇ ਨਾਲ ਕਿੱਦਾਂ ਡੀਲ ਕਰਨਾ, ਜਾਂ ਕੋਈ ਹਿਊਮਨ ਰਾਈਟ ਵਾਇਲੇਟਰ ਹੈਗੇ ਉਹਨਾਂ ਨਾਲ ਕਿੱਦਾਂ ਡੀਲ ਕਰਨਾ, ਜਾਂ ਕਿਤੇ ਕਰਪਸ਼ਨ ਉਹਨਾਂ ਨਾਲ ਕਿੱਦਾਂ ਡੀਲ ਕਰਨਾ, ਜਾਂ ਜਿੱਥੇ ਨੈਸ਼ਨਲ ਸਿਕਿਉਰਿਟੀ ਦਾ ਮਸਲਾ ਜਿਹੜਾ ਆ ਜਾਂਦਾ ਜਾਂ ਡਿਪਲੋਮੈਟਿਕ ਕੰਸਰਨ ਆ ਜਾਂਦੇ ਆ। ਸੋ ਉਸ ਲੈਵਲ ਦੀ ਹਾਈ ਲੈਵਲ ਦੀ ਪਾਵਰ ਸੀਗੀ। ਪਰ ਜਿਹੜੀ ਇਹਨਾਂ ਦੀ 2025 ਦੀ ਪਾਲਿਸੀ, ਇਹਨਾਂ ਨੇ ਕੀ ਕੀਤਾ ਕਿ ਇਹਨਾਂ ਨੇ ਜ਼ਿਆਦਾ ਹੀ ਇਸ ਪਾਵਰ ਨੂੰ ਜਿਹੜਾ ਵਧਾਤਾ ਤੇ ਇਹਨਾਂ ਨੂੰ ਆਨਲਾਈਨ ਸਪੀਚ ਤੇ ਸੋਸ਼ਲ ਮੀਡੀਆ ਸਪੀਚ ਤੇ ਉਹ ਚੀਜ਼ਾਂ 'ਚ ਲੈ ਗਏ। ਮਤਲਬ ਕਿੱਥੇ ਇਹ ਚੀਜ਼ ਜਿਹੜੀ ਡਿਪਲੋਮੈਟਿਕ ਉਹ ਵਾਲੇ ਲੈਵਲ ਤੱਕ ਜਿਹੜੀ ਬਣੀ ਸੀਗੀ ਕਿ ਹਿਊਮਨ ਰਾਈਟ ਵਾਇਲੇਸ਼ਨ ਹੋਣੀ ਆ, ਉਹਨੂੰ ਇਹ ਤੁਸੀਂ ਦੇਖ ਲਓਗੇ ਖਿੱਚ ਕੇ ਕਿ ਵੀਜ਼ੇ ਡਿਨਾਈ ਕਰਨੇ ਆ। ਉਹਦੇ ਵਿੱਚ ਇਹਨਾਂ ਨੇ ਮੀਡੀਆ ਦੇ ਬੰਦੇ ਸਾਰੇ ਜਿਹੜੇ ਟਾਰਗੇਟ ਕਰਨੇ ਸ਼ੁਰੂ ਕਰਤੇ। ਸਰਕਾਰ ਜਿਹੜੀ ਸੀਗੀ ਅਮਰੀਕਾ ਦੀ, ਉਹ ਕਹਿੰਦੀ ਕਿ ਇਹ ਉਹੀ ਬੰਦੇ ਆ ਜਿਹੜੇ ਅਮਰੀਕਨ ਟੈਕਨੋਲੋਜੀ ਕੰਪਨੀਆਂ ਨੂੰ ਸਪਰੈਸ ਕਰਦੇ ਆ ਆਪਣੀ ਕੰਟਰੀਆਂ ਦੇ ਵਿੱਚ, ਆਪਾਂ ਵੀ ਇਹਨਾਂ ਨੂੰ ਕਰਨਾ ਚਾਹੀਦਾ। ਤੇ ਪਰ ਜਿਹੜਾ ਇਹ ਜਿਹੜੀ ਸਰਕਾਰ ਸੀ ਅਮਰੀਕੀ ਸਰਕਾਰ, ਉਹਨਾਂ ਦੀ ਆਰਗੂਮੈਂਟ ਇਹੀ ਸੀਗੀ ਕਿ ਕਿਉਂਕਿ ਇਹ ਅਮਰੀਕਨ ਜਿਹੜੀ ਫ੍ਰੀ ਸਪੀਚ ਆ ਉਹਨਾਂ ਨੂੰ ਰੋਕਦੇ ਆ, ਤਾਂ ਕਰਕੇ ਆਪਾਂ ਵੀ ਇਹਨਾਂ ਨੂੰ ਰੋਕ ਸਕਦੇ ਆ, ਤਾਂ ਕਰਕੇ ਜਸਟੀਫਾਈਡ ਆ। ਤੇ ਪਰ ਹੁਣ ਇਹਦੇ ਵਿੱਚ ਕੀ ਹੋਇਆ ਕਿ ਫੋਰਨ ਨੈਸ਼ਨਲ ਜਿਹੜੇ ਮਤਲਬ ਭਾਵੇਂ ਇਹ ਬਿੱਲ ਦਾ ਨਾਮ ਇਹ ਸੀਗਾ ਕਿ ਫੋਰਨ ਨੈਸ਼ਨਲ ਜਿਹੜੇ ਕਿ ਅਮਰੀਕੀ ਬੰਦਿਆਂ ਨੂੰ ਸੈਂਸਰ ਕਰਦੇ ਆ, ਪਰ ਇਦਾਂ ਦੀ ਕੋਈ ਚੀਜ਼ ਨਹੀਂ ਸੀਗੀ। ਜਿਹੜੀ ਇਹ ਬਿੱਲ ਦੇ ਅੰਦਰ ਉਹ ਵਾਲੇ ਬੰਦੇ ਟਾਰਗੇਟ ਜਿਹੜੇ ਹੋਏ ਜਿਹੜੇ ਕਿ ਆਪਣੇ ਮਿਸ ਇਨਫੋਰਮੇਸ਼ਨ ਰਿਸਰਚ ਦੇ ਉੱਤੇ ਕੰਮ ਕਰਦੇ ਸੀ, ਮਤਲਬ ਕਿ ਜਿਹੜੀ ਝੂਠੀ, ਜਿੱਦਾਂ ਇੱਕ ਤੁਸੀਂ ਕਹਿ ਲਓ ਕਿ ਸਰਕਾਰਾਂ ਵੀ ਇਨਵੋਲਵ ਹੁੰਦੀਆਂ, ਝੂਠੀਆਂ ਖਬਰਾਂ ਫੈਲਾਉਂਦੀਆਂ। ਸੋ ਉਹਨੂੰ ਕਹਿੰਦੇ ਆਪਾਂ ਮਿਸ ਇਨਫੋਰਮੇਸ਼ਨ ਫੈਲਾਉਣਾ ਜਾਂ ਮਿਸ ਇਨਫੋਰਮੇਸ਼ਨ ਦੇ ਰਿਸਰਚ ਦੇ ਉੱਤੇ ਜਿਹੜੇ ਲੋਕੀ ਕੰਮ ਕਰਦੇ ਸੀਗੇ, ਜਿਹੜੇ ਕਹਿੰਦੇ ਸੀ ਕਿ ਆਹ ਚੀਜ਼ ਗਲਤ ਆ, ਸਰਕਾਰ ਆਹ ਚੀਜ਼ ਗਲਤ ਕਰਦੀ ਆ। ਸੋ ਇਹ ਉਹਨਾਂ ਨੂੰ ਜਿਹੜਾ ਟਾਰਗੇਟ ਕਰਦੇ ਸੀਗੇ। ਫਿਰ ਇੱਕ ਜਿਹੜੀ ਸੀਗੀ ਡਿਸਇਨਫੋਰਮੇਸ਼ਨ, ਕੀ ਅਫਵਾਹ ਜਿਹੜੀ ਫੈਲਾਣੀ, ਜਾਂ ਇਲੈਕਸ਼ਨਸ ਦੇ ਰਿਲੇਟਡ ਜਿਹੜੀਆਂ ਖਬਰਾਂ ਸੀਗੀਆਂ, ਪਲੇਟਫਾਰਮ ਇੰਟੈਗ੍ਰਿਟੀ, ਕੀ ਸੋਸ਼ਲ ਮੀਡੀਆ ਦੀ ਨਿਊਟਰੈਲਿਟੀ ਹੋਣੀ ਚਾਹੀਦੀ ਆ, ਆਨਲਾਈਨ ਕੰਟੈਂਟ ਮੋਡਰੇਸ਼ਨ ਜਿਹੜੀ ਸੀਗੀ, ਇੱਕ ਫੈਕਟ ਚੈੱਕ ਕਰਨੇ ਕਿ ਕਿਹੜੀ ਚੀਜ਼ 'ਚ ਵਧਾ ਚੜਾ ਕੇ ਦੱਸੀ ਆ ਜਾਂ ਘੱਟ ਦੱਸੀ ਆ। ਸੋ ਇਦਾਂ ਦੀਆਂ ਜਿਹੜੀਆਂ ਚੀਜ਼ਾਂ ਦੇ ਵਿੱਚ ਜਿਹੜੇ ਵੀ ਲੋਕ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀਗੇ ਸੋਸ਼ਲ ਮੀਡੀਆ ਨੂੰ ਲੈ ਕੇ, ਤੇ ਉਹ ਸਾਰਿਆਂ ਨੂੰ ਇਹਨਾਂ ਨੇ ਜਿੱਦਾਂ ਇੱਕੋ ਤੁਸੀਂ ਕਹਿ ਲਓ ਇੱਕ ਬਲੈਂਕਟ ਦੇ ਥੱਲੇ ਪਾਤਾ
ਇਹਦੇ ਵਿੱਚ ਹੁਣ ਜਿਹੜਾ ਲਾਅ ਸੀਗਾ, ਪਾਵਰ ਉਹ ਤਾਂ ਸੀਗੀ ਕਿ ਦੂਜੀਆਂ ਸਰਕਾਰਾਂ ਨਾਲ ਕਿੱਦਾਂ ਡੀਲ ਕਰਨਾ, ਜਾਸੂਸਾਂ ਨਾਲ ਕਿੱਦਾਂ ਡੀਲ ਕਰਨਾ, ਡਿਪਲੋਮੈਟਾਂ ਨਾਲ ਕਿੱਦਾਂ ਡੀਲ ਕਰਨਾ। ਪਰ ਇਹਦੇ ਵਿੱਚ ਕੀ ਹੋਇਆ ਕਿ ਜਿਹੜੇ ਲੋਕੀ ਯੂਨੀਵਰਸਿਟੀਆਂ ਦੇ ਵਿੱਚ ਕੰਮ ਕਰਦੇ ਸੀਗੇ ਜਾਂ ਨਾਨ ਪ੍ਰੋਫਿਟ ਅਦਾਰਿਆਂ ਦੇ ਵਿੱਚ ਕੰਮ ਕਰਦੇ ਸੀਗੇ ਜਾਂ ਰਿਸਰਚ ਜੀ। 'ਚ ਕੰਮ ਕਰਦੇ ਸੀਗੇ ਅਮਰੀਕਾ ਦੇ ਵਿੱਚ, ਉਹ ਵੀ ਜਿਹੜੇ ਨਾਲ ਟਾਰਗੇਟ ਹੋਣ ਲੱਗ ਪਏ, ਕਿਉਂਕਿ ਜਿਹੜੀ ਸਰਕਾਰ ਸੀਗੀ ਉਹਨੇ ਵੀਜ਼ੇ ਡਿਨਾਈ ਸ਼ੁਰੂ ਕਰਨੇ ਕਰਤੇ, ਉਹਨੇ ਜਿਹੜੇ ਐਗਜ਼ਿਸਟਿੰਗ ਵੀਜ਼ੇ ਸੀਗੇ ਉਹਨਾਂ ਨੂੰ ਰਿਵੋਕ ਕਰਨਾ ਸ਼ੁਰੂ ਕਰਤਾ, ਤੇ ਰਿਨਿਊਅਲ ਜਿਹੜੇ ਸੀਗੇ ਵੀਜ਼ਿਆਂ ਦੇ ਉਹ ਬੰਦ ਕਰਤੇ। ਤੇ ਇਹਦੇ ਨਾਲ ਹੁਣ ਜਿਹੜਾ ਕੀ ਹੋਇਆ ਹੈ ਕਿ ਜਿਹੜੇ ਫੋਰਨ ਨੈਸ਼ਨਲ ਜਿਹੜੇ ਇਹ ਸੀਗੇ, ਇਹਦੇ ਨਾਲ ਹੁਣ ਇਹ ਅਮਰੀਕਾ ਦੀਆਂ ਕੰਪਨੀਆਂ ਦੇ ਨਾਲ ਵੀ ਐਸੋਸੀਏਟਿਡ ਸੀਗੇ, ਇੱਥੇ ਦੀਆਂ ਨਾਨ ਪ੍ਰੋਫਿਟ ਕੰਪਨੀਆਂ ਦੇ ਨਾਲ ਵੀ ਐਸੋਸੀਏਟਿਡ ਸੀਗੇ। ਤੇ ਫਿਰ ਇਹਦੇ ਵਿੱਚ ਜਿਹੜਾ ਸੀਗਾ ਸੈਂਟਰ ਫਾਰ ਕਾਊਂਟਰਿੰਗ ਡਿਜੀਟਲ ਹੇਟ ਜਿਹੜੀ ਸੰਸਥਾ ਜਿਹੜੀ ਹੈਗੀ ਆ, ਗਲੋਬਲ ਇਨਫੋਰਮੇਸ਼ਨ ਇੰਡੈਕਸ ਜਿਹੜੇ ਹੈਗੇ, ਇਹ ਸਾਰੀਆਂ ਜਿਹੜੀਆਂ ਸੰਸਥਾਵਾਂ ਇਦਾਂ ਦੀਆਂ ਜਿਹੜੀਆਂ ਹੈਗੀਆਂ, ਇਹ CITR ਦੀਆਂ ਮੈਂਬਰ ਹੈਗੀਆਂ, ਕੋਲੀਸ਼ਨ ਆਫ ਇੰਡੀਪੈਂਡੈਂਟ ਟੈਕਨੋਲੋਜੀ ਰਿਸਰਚ। ਇਹਨਾਂ ਦਾ ਮੁੱਦਾ ਬੇਸਿਕਲੀ ਇਹ ਹੈਗਾ ਕਿ ਜਿਹੜੀ ਆਨਲਾਈਨ ਜਿਹੜੀ ਹੈਗੀ ਆ ਉਹਨੂੰ ਕਿੱਦਾਂ ਆਪਾਂ ਨਿਊਟਰੈਲਿਟੀ ਰੱਖਣੀ ਆ, ਕਿਉਂਕਿ ਤੁਹਾਨੂੰ ਪਤਾ ਅੱਜ ਕੱਲ ਕੋਈ ਵੀ ਵੀਡੀਓ ਬਣਾ ਕੇ ਕੋਈ ਵੀ ਜਿਹੜੀ ਮਿਸ ਇਨਫੋਰਮੇਸ਼ਨ ਜਿਹੜੀ ਕਰ ਸਕਦੇ ਆ, ਲੋਕੀ ਵੀ ਕਨਵਿੰਸ ਹੋ ਜਾਂਦੇ ਆ, ਕਿਉਂਕਿ ਸੋਸ਼ਲ ਮੀਡੀਆ ਨੂੰ ਲੋਕੀ ਵੀ ਜਿਹੜੇ ਹੈਗੇ ਉਹ ਇੱਕ ਤਰ੍ਹਾਂ ਤੁਸੀਂ ਕਹਿ ਲਓ ਕਿ ਜਿੱਦਾਂ ਪਾਠ ਬਣਾਉਣਾ ਵਾਲਾ ਹਿਸਾਬ ਕਿਤਾਬ ਹੁੰਦਾ, ਲੋਕੀ ਵੀ ਮੰਨ ਲੈਂਦੇ ਆ ਕਿ ਕੋਈ ਵੀ ਚੀਜ਼ ਜਿਹੜੀ ਹੋਈ ਹੈ ਕਿ ਮੈਂ ਵੀਡੀਓ ਦੇਖੀ ਉਹ ਸਹੀ ਹੈ, ਹਨਾ। ਸੋ ਇਹ ਜਿਹੜੀਆਂ ਸੰਸਥਾਵਾਂ ਹੈਗੀਆਂ ਹੁਣ ਅੱਜ ਕੱਲ ਇੱਧਰਲੇ ਪਾਸੇ ਜਿਹੜਾ ਕੰਮ ਜ਼ਰੂਰੀ ਵੀ ਆ, ਤੇ ਸੋ ਇਹ ਕੰਟੈਂਟ ਮੋਡਰੇਸ਼ਨ, ਫੈਕਟ ਚੈਕਿੰਗ ਇਦਾਂ ਦੀਆਂ ਚੀਜ਼ਾਂ ਦੇ ਵਿੱਚ ਕੰਮ ਕਰਦੇ ਆ। ਇਹਨਾਂ ਨੇ ਫਿਰ ਕੀ ਸੀਗਾ, CITR ਨੇ ਲਾਅ ਸੂਟ ਫਾਈਲ ਕਰ ਦਿੱਤਾ ਇਹ ਸਾਰੀਆਂ ਸੰਸਥਾਵਾਂ ਨੂੰ ਨਾਲ ਲੈ ਕੇ, ਕਿਉਂਕਿ ਇਹ ਕੋਲੀਸ਼ਨ ਇੱਕ ਹੈਗੀ ਆ। ਇਹ ਕਹਿੰਦੇ ਆ ਕਿ ਇਹਦੇ ਵਿੱਚ ਹੁਣ ਪਲੈਂਟਿਫ ਕੌਣ ਹੋਵੇ, ਕਿ ਅਮਰੀਕਾ 'ਚ ਲਾਅ ਸੂਟ ਕਿਉਂ ਹੋ ਸਕਦਾ, ਉਦੋਂ ਹੋ ਸਕਦਾ ਜਦੋਂ ਬੰਦਾ ਅਮਰੀਕਾ 'ਚ ਆ। ਉਹ ਕਹਿੰਦੇ ਆ ਕਿ ਜਿਹੜੇ ਫੋਰਨ ਬੰਦੇ ਜਦੋਂ ਇਹਨਾਂ ਨੂੰ ਵੀਜ਼ਾ ਜਿਹੜਾ ਡਿਨਾਈ ਹੋਇਆ, ਇਹਦੇ ਨਾਲ ਕੀ ਹੋਇਆ ਕਿ US ਦੀ ਜਿਹੜੀ ਰਿਸਰਚ ਸੀਗੀ ਬਾਹਰਲੀ ਕੰਟਰੀ, US ਦੀ ਰਿਸਰਚ ਵੀ ਉਹਨਾਂ ਠੱਪ ਪੈ ਗਈ, ਕਿਉਂਕਿ ਹੁਣ ਕਾਨਫਰੰਸਾਂ ਦੇ ਲੋਕੀ ਆਣੇ ਬੰਦ ਹੋ ਗਏ, ਲੋਕਾਂ ਨੇ ਪਬਲੀਕੇਸ਼ਨਾਂ ਬੰਦ ਕਰਤੀਆਂ। ਜਿਹੜੇ ਰਿਸਰਚਰ ਸੀਗੇ ਉਹ ਡਰ ਗਏ, ਉਹ ਕਹਿੰਦੇ ਕਈ ਟੌਪਿਕ ਦੇ ਉੱਤੇ ਆਪਾਂ ਰਿਸਰਚ ਨਹੀਂ ਕਰਨੀ, ਕਈ ਤਰ੍ਹਾਂ ਦੇ ਕਾਨਫਰੰਸ ਜਿਹੜੇ ਇਨਵੀਟੇਸ਼ਨ ਸੀਗੇ ਉਹ ਕਹਿੰਦੇ ਆਪਾਂ ਕਰਨੇ ਨਹੀਂ ਆ, ਜਾਂ ਕਈ ਪਬਲੀਕੇਸ਼ਨ ਉਹਨਾਂ ਨੇ ਕਿਤਾਬਾਂ ਜਾਂ ਕੁਝ ਲਿਖਿਆ ਸੀਗਾ ਲਿਟਰੇਚਰ, ਉਹਨਾਂ ਨੂੰ ਲੱਗਦਾ ਸੀਗਾ ਸਰਕਾਰ ਦੇ ਖਿਲਾਫ ਜਾਊਗਾ, ਉਹਨਾਂ ਨੇ ਉਹ ਲਿਖਣਾ ਬੰਦ ਕਰਤਾ। ਇਹਦੇ ਨਾਲ ਜਿਹੜੀ ਪਬਲਿਕ ਐਡਵੋਕੇਸੀ ਸੀਗੀ, ਇੱਕ ਇਨਵੋਲਵਮੈਂਟ ਸੀਗੀ, ਲੋਕੀ ਜਿਹੜਾ ਤੁਸੀਂ ਦੇਖਿਆ ਕਿ ਡਰ ਗਏ, ਮੀਡੀਆ ਦੇ ਲੋਕੀ ਵੀ ਜਿਹੜੇ ਸੀਗੇ ਸਹਿਮ ਗਏ। ਤੇ ਉਹਦੇ ਨਾਲ ਹੁਣ ਕੀ ਹੋਇਆ ਕਿ ਮਿਸ ਇਨਫੋਰਮੇਸ਼ਨ ਜਿਹੜੀ ਬੜੀ ਫੈਲਣ ਲੱਗ ਪਈ, ਤੇ ਸਰਕਾਰ ਦਾ ਉਹ ਕਹਿੰਦੇ ਕਿ ਏਜੰਡਾ ਫਿਰ ਇਹੀ ਹੈ ਕਿ ਇਦਾਂ ਦਾ ਮਾਹੌਲ ਕ੍ਰੀਏਟ ਕਰ ਦਿਓ ਕਿ ਕੋਈ ਡਰਦਾ ਮਾਰਾ ਬੋਲੇ ਨਾ। ਸੋ ਇਹ ਕਹਿੰਦੇ ਕਿ ਜਿਹੜਾ ਨੇ ਲਾਅ ਸੂਟ ਕੀਤਾ, ਉਹ ਕਹਿੰਦੇ ਆ ਕਿ ਜਿਹੜੇ ਹੁਣ ਥ੍ਰੈਟ ਕਰਤਾ ਉਹਨਾਂ ਨੂੰ ਇਮੀਗ੍ਰੇਸ਼ਨ ਕਨਸੀਕੁਐਂਸਸ, ਕਿ ਤੁਹਾਨੂੰ ਡਿਪੋਰਟ ਕਰ ਦੇਣਾ ਜਾਂ ਤੁਸੀਂ ਗਲਤ ਕੰਮ ਕਰਦੇ ਆ ਤੁਹਾਨੂੰ ਫੜ ਲੈਣਾ, ਤੇ ਉਹਦੇ ਕਰਕੇ ਸੀਗੇ ਜਿਹੜੇ ਸਾਰੇ ਰਿਸਰਚਰ ਵਗੈਰਾ ਸੀਗੇ ਇਹ ਡਰ ਕੇ ਰਹਿਣ ਲੱਗ ਪਏ। ਇਹਦੇ ਨਾਲ ਕੀ ਹੋਇਆ ਕਿ ਨਾ ਸਿਰਫ ਬਾਹਰ ਨੁਕਸਾਨ ਹੋਇਆ, ਪਰ ਅਮਰੀਕਨ ਰਿਸਰਚ ਨੂੰ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਤੇ ਜਿਹੜੇ ਅਮਰੀਕਨ ਰਿਸਰਚ ਆ ਉਹ ਫ੍ਰੀ ਆਪਣੇ ਜਿਹੜਾ ਸੀਗਾ ਦਿਮਾਗੀ ਤੌਰ ਤੇ ਕੰਮ ਜਿਹੜਾ ਨਹੀਂ ਕਰ ਸਕਦੇ। ਤੇ ਇਹ ਇੱਕ ਜਿਹੜਾ ਹੁਣ ਕਨਸਟੀਟਿਊਸ਼ਨਲ ਮੁੱਦਾ ਜਿਹੜਾ ਸੀਗਾ ਅਮਰੀਕਾ ਦੇ ਵਿੱਚ ਬਣ ਗਿਆ। ਸਰਕਾਰ ਆਰਗੂ ਕਰਦੀ ਹੈ ਕਿ ਜਿਹੜੇ ਬਾਹਰਲੇ ਲੋਕੀ ਆ, ਫੋਰਨਰਸ ਆ, ਉਹਨਾਂ ਨੂੰ ਫਸਟ ਅਮੈਂਡਮੈਂਟ ਰਾਈਟ ਨਹੀਂ ਹੈਗਾ, ਤੇ ਜਿਹੜੀ CITR ਸੀਗੀ ਜਿਹੜੀ ਸੰਸਥਾ ਨੇ ਲਾਅ ਸੂਟ ਕੀਤਾ, ਉਹ ਕਹਿੰਦੇ ਕਿ ਕਿਉਂਕਿ ਇਹਦੇ ਨਾਲ ਅਮਰੀਕਨ ਸਿਟੀਜ਼ਨ ਵੀ ਇਫੈਕਟ ਹੋਏ ਆ, ਜਿਹੜੇ ਇੱਥੇ ਦੀਆਂ ਨਾਨ ਪ੍ਰੋਫਿਟ ਉਹ ਵੀ ਇਫੈਕਟ ਹੋਈਆਂ, ਤੇ ਜਿਹੜੇ ਫਸਟ ਅਮੈਂਡਮੈਂਟ ਰਾਈਟ ਇਹਨਾਂ ਬਰਡਨ ਹੋ ਜਾਂਦਾ, ਤੇ ਤੁਸੀਂ ਬਰਡਨ ਇਸ ਤਰੀਕੇ ਨਾਲ ਜਿਹੜਾ ਨਹੀਂ ਕਰ ਸਕਦੇ। ਤੇ ਇਹਦੇ ਨਾਲ ਇਹ ਹੁੰਦਾ ਕਿ ਖੁੱਲ੍ਹ ਜਿਹੜੀ ਹੈਗੀ ਆ ਉਹ ਹਟ ਜਾਂਦੀ ਆ। ਵਿਊ ਪੁਆਇੰਟ ਡਿਸਕ੍ਰਿਮੀਨੇਸ਼ਨ ਇੱਕ ਚੀਜ਼ ਹੁੰਦੀ ਆ। ਜੱਜ ਸਾਹਿਬ ਕਹਿੰਦੇ ਕਿ ਵਿਊ ਪੁਆਇੰਟ ਡਿਸਕ੍ਰਿਮੀਨੇਸ਼ਨ, ਕਿ ਸਰਕਾਰ ਨੇ ਇਹ ਨਹੀਂ ਕੀਤਾ ਕਿ ਸਾਰੇ ਸੋਸ਼ਲ ਮੀਡੀਆ ਬੈਨ ਕਰੋ, ਕੋਈ ਐਮਰਜੈਂਸੀ ਹੈ। ਉਹਨੇ ਕਿਹਾ ਕਿ ਕਈ ਸਪੈਸੀਫਿਕ ਤਰੀਕੇ ਦੇ ਕਿ ਆਹ ਵਾਲੇ ਵਿਊ ਪੁਆਇੰਟ ਨੂੰ ਬੈਨ ਕਰਨਾ। ਸੋ ਅਮਰੀਕਾ ਦੇ ਵਿੱਚ ਆ ਬੜੀ ਵੱਡੀ ਚੀਜ਼ ਹੈ ਕਿ ਤੁਸੀਂ ਇਦਾਂ ਨਹੀਂ ਕਰ ਸਕਦੇ, ਤੁਹਾਨੂੰ ਜਿਹੜੀਆਂ ਕੰਟੈਂਟ ਨਿਊਟਰਲ ਰਿਸਟ੍ਰਿਕਸ਼ਨਸ ਲਾਉਣੀਆਂ ਪੈਂਦੀਆਂ, ਕਾਫੀ ਸਾਰੇ ਰੂਲ ਜਿਹੜੇ ਹੁੰਦੇ ਆ ਕਿ ਕਿੱਦਾਂ ਤੁਸੀਂ ਰਿਸਟ੍ਰਿਕਟ ਕਰ ਸਕਦੇ ਆ, ਨਹੀਂ ਕਰ ਸਕਦੇ ਆ। ਸੋ ਫਸਟ ਅਮੈਂਡਮੈਂਟ ਜਿਹੜਾ ਕਾਫੀ ਬ੍ਰੌਡ ਟੌਪਿਕ ਆ, ਇੱਕ ਆਪਾਂ ਉਹਦੇ ਭਾਵੇਂ ਸਾਰੇ ਦਿਨ ਗੱਲ ਕਰੀ ਜਾਈਏ ਕਿ ਕਿਹੜੀ ਚੀਜ਼ ਸਰਕਾਰ ਕਰ ਸਕਦੀ ਹੈ, ਨਹੀਂ ਕਰ ਸਕਦੀ ਹੈ, ਪਰ ਜਿਹੜਾ ਜੱਜ ਸਾਹਿਬ ਕਹਿੰਦੇ, ਉਹ ਕਹਿੰਦੇ ਕਿ ਇਹ ਵਿਊ ਪੁਆਇੰਟ ਡਿਸਕ੍ਰਿਮੀਨੇਸ਼ਨ ਹੈਗਾ, ਕਿ ਤੁਸੀਂ ਇੱਕ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕਾਂ ਨੂੰ, ਠੀਕ ਹੈ, ਭਾਵੇਂ ਤੁਹਾਨੂੰ ਪਸੰਦ ਆ ਭਾਵੇਂ ਨਹੀਂ ਪਸੰਦ ਆ। ਸੋ ਉਹ ਬੜੀ ਵੱਡੀ ਗੱਲ ਹੈਗੀ ਇਸ ਦੇਸ਼ ਦੇ ਵਿੱਚ। ਸਾਡੇ ਦੇਸ਼ ਦੇ ਵਿੱਚ ਭਾਵੇਂ ਕੋਈ ਵੀ ਹੋਏ, ਭਾਵੇਂ ਸਾਨੂੰ ਕੋਈ ਦੱਬਦਾ ਜਾਂ ਆਪਾਂ ਕਿਸੇ ਨੂੰ ਦੱਬਦੇ ਹਾਂ, ਮਤਲਬ ਬੰਦਾ ਆਪਣਾ ਜਿਹੜਾ ਸੀਗਾ ਡੰਡਾ ਲੈ ਕੇ ਚੜ ਜਾਂਦਾ ਉੱਤੇ। ਪਰ ਚੀਜ਼ ਇਹ ਹੈ ਕਿ ਉਹ ਕਹਿੰਦੇ ਆ ਕਿ ਕਿਸੇ ਵੀ ਪੱਖੋਂ ਦੀ, ਨਾ ਇੱਧਰਲੇ ਬੰਨੋਂ ਨਾ ਉੱਧਰਲੇ ਬੰਨੋਂ ਦੀ, ਤੁਸੀਂ ਵਿਊ ਪੁਆਇੰਟ ਡਿਸਕ੍ਰਿਮੀਨੇਸ਼ਨ ਜਿਹੜੀ ਸੀਗੀ ਉਹ ਨਹੀਂ ਲਾ ਸਕਦੇ ਹੈਗੇ। ਤੁਹਾਨੂੰ ਮਤਲਬ ਦੋਨਾਂ ਨੂੰ, ਜਿਹੜੀ ਧਿਰਾਂ ਨੂੰ ਬਰਾਬਰ ਜਿਹੜਾ ਬੋਲਣ ਦਾ ਹੱਕ ਜਿਹੜਾ ਹੈਗਾ। ਸੋ ਫਸਟ ਅਮੈਂਡਮੈਂਟ ਉਹੀ ਆ, ਭਾਵੇਂ ਤੁਹਾਨੂੰ ਪਸੰਦ ਆ ਭਾਵੇਂ ਨਹੀਂ ਪਸੰਦ ਆ, ਤੇ ਦੋਨੋਂ ਜਣੇ ਜਿਹੜੇ ਬੋਲ ਸਕਦੇ ਆ। ਸੋ ਇਹਦੇ ਵਿੱਚ ਜਿਹੜੇ ਸੀਗੇ ਪਲੈਂਟਿਫ ਸੀਗੇ ਜਿਹਨਾਂ ਨੇ ਲਾਅ ਸੂਟ ਕੀਤਾ ਸੀਗਾ, ਉਹਨਾਂ ਨੇ ਜੱਜ ਸਾਹਿਬ ਨੂੰ ਸ਼ੋਅ ਕਰਤਾ ਕਿ ਉਹ ਜਿਹੜਾ ਸੀਗਾ ਫੋਰਨ ਐਕਸਪਰਟ ਨਹੀਂ ਹੁਣ ਆ ਰਹੇ, ਕੈਂਸਲ ਹੋ ਗਈਆਂ ਸਾਰੀਆਂ ਉਹਨਾਂ ਦੀਆਂ ਮੀਟਿੰਗ ਵਗੈਰਾ, ਕਾਨਫਰੰਸਾਂ ਕੈਂਸਲ ਹੋ ਰਹੀਆਂ, ਤੇ ਇਹਦੇ ਨਾਲ ਜਿਹੜਾ ਕਾਫੀ ਪ੍ਰਭਾਵ ਪੈ ਰਿਹਾ। ਤੇ ਜੱਜ ਸਾਹਿਬ ਨੇ ਉਹਦੇ ਕਰਕੇ ਜਿਹੜਾ ਸੀਗਾ ਫਿਰ ਸਟੇ ਦੇ ਦਿੱਤਾ, ਤੇ ਹੁਣ ਕੇਸ ਦੇ ਵਿੱਚ ਦੇਖਦੇ ਆ
ਲੌਂਗ ਰਨ ਦੇ ਵਿੱਚ ਕੀ ਫੈਸਲਾ ਆਉਂਦਾ, ਤੇ ਇਹ ਕੌਂਸਟੀਟਿਊਸ਼ਨਲ ਮੁੱਦਾ ਜਿਹੜਾ ਬਣ ਗਿਆ, ਤੇ ਦੇਖੋ ਸੁਪਰੀਮ ਕੋਰਟ ਲੈਵਲ ਤੱਕ ਇਹ ਜਾਂਦਾ ਕਿ ਨਹੀਂ ਜਾਂਦਾ। ਤੁਸੀਂ ਇਹ ਦੇਖੋ ਵੀ ਜਿੱਦਾਂ ਤੁਸੀਂ ਹੁਣ ਦੱਸਿਆ ਵੀ ਕਿੰਨੀ ਬਰੀਕੀ ਦੇ ਨਾਲ ਜਿਹੜੀ ਚੀਜ਼ ਨੂੰ ਲੈ ਕੇ ਉਹ ਰੌਲਾ ਪਾ ਰਹੇ, ਜਿੱਦਾਂ ਹੁਣ ਰੀਸੈਂਟਲੀ ਆਪਾਂ ਦੇਖਿਆ ਵੀ ਟਰੰਪ ਹੁਣਾਂ ਨੇ ਨੇਸ਼ਨ ਨੂੰ ਐਡਰੈਸ ਕੀਤਾ ਆ ਇਹੀ ਜਿਹੜੀ ਇਲੈਕਸ਼ਨ ਦੇ ਮੁੱਦੇ ਦੇ ਉੱਤੇ, ਤੇ ਉਹੀ ਚੀਜ਼ ਦੇ ਉੱਤੇ ਜਿਹੜੀ ਰਿਸਰਚ ਸੀ ਉਹਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਦੱਬਿਆ ਜਾ ਰਿਹਾ, ਉਹਦੇ ਬਾਬਤ ਜਿਹੜੇ ਐਕਸਪੋਜ਼ੇ ਕਰਨ ਵਾਲੇ ਜਾਂ ਰਿਸਰਚ ਕਰਨ ਵਾਲੇ ਆ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਕਹਿ ਲਓ ਵੀ ਡਰਾਇਆ ਜਾ ਰਿਹਾ ਆ, ਜਾਂ ਉਹਨਾਂ ਦੇ ਵੀਜ਼ੇ ਰੱਦ ਕੀਤੇ ਜਾ ਰਹੇ ਆ ਵੀ ਉਸ ਦੇ ਉੱਤੇ ਰਿਸਰਚ ਘੱਟ ਜਿਹੜੀ ਉਹ ਹੋਵੇ। ਸੋ ਜਿੱਦਾਂ ਤੁਸੀਂ ਹੁਣ ਦੱਸਿਆ ਫਸਟ ਅਮੈਂਡਮੈਂਟ ਕਾਫੀ ਬਰੋਡ ਜਿਹੜੀ ਉਹ ਚੀਜ਼ ਜਿਹੜੀ ਉਹ ਹੁੰਦੀ ਆ, ਫਿਰ ਵੀ ਉਸ ਦੇ ਬਾਵਜੂਦ ਇਹਨਾਂ, ਕਿਉਂਕਿ ਆਪ ਵੀ ਇਹ ਸਾਰੇ ਜਾਣੇ ਇਸੇ ਤਰੀਕੇ ਦੇ ਨਾਲ ਫਸਟ ਅਮੈਂਡਮੈਂਟ ਦੇ ਸਹਾਰੇ ਦੇ ਨਾਲ ਗੱਲਾਂ ਜਿਹੜੀਆਂ ਉਹ ਕਰਦੇ, ਇੱਕ ਦੂਜੇ ਦੇ ਉਲਟ ਕ੍ਰਿਟਿਕਸ ਬਣ ਕੇ ਵੀ ਜਿਹੜਾ ਉਹ ਬੋਲਦੇ ਆ, ਫਿਰ ਵੀ ਉਸ ਦੇ ਬਾਵਜੂਦ ਇਹ ਟਰਾਈ ਕਰਦੇ ਰਹਿੰਦੇ ਇਹ ਸਾਰੀਆਂ ਚੀਜ਼ਾਂ। ਤੇ ਜੇ ਇਦਾਂ ਦੀਆਂ ਸੰਸਥਾਵਾਂ ਨਾ ਹੋਣ ਤਾਂ ਹੌਲੀ ਹੌਲੀ ਤਾਂ ਲੋਕਾਂ ਦੇ ਫਿਰ ਰਾਈਟ ਤਾਂ ਦੱਬ ਹੀ ਹੁੰਦੇ ਜਾਣ। ਲੋਕਾਂ ਨੇ ਤਾਂ ਭਾਜੀ ਲਾਈ ਲੱਗ ਹੁੰਦੇ, ਉਹਨਾਂ ਨੇ ਲੱਗ ਜਾਣਾ ਪਿੱਛੇ ਕਿ ਇਹ ਖਬਰ ਛਾਪਤੀ ਇਹਨਾਂ ਨੇ ਆਪਣੇ। ਹੁਣ ਆਪਾਂ ਇੰਡੀਆ 'ਚ ਦੇਖਦੇ ਹੀ ਆ ਕਿੱਦਾਂ ਮੀਡੀਆ ਜਦੋਂ ਸਾਰੇ ਕੰਟਰੋਲ ਆ, ਲੋਕਾਂ ਨੂੰ ਇਨਫੋਰਮੇਸ਼ਨ ਹੀ ਨਹੀਂ ਕਿਤੋਂ ਹੋਰ ਆਣੀ, ਝੂਠੀਆਂ ਗੱਲਾਂ ਲੋਕਾਂ ਨੂੰ ਦੱਸੀ ਜਾਓ ਰਾਈਟ। ਸੋ ਉਹੀ ਚੀਜ਼ ਹੈ ਨਾ, ਹੁਣ ਜਿਹੜਾ ਇੱਕ ਪਰਸਨਲ ਚੈਨਲ ਕੀ ਹੁੰਦਾ ਕਿ ਆਨਲਾਈਨ ਉਹੀ ਚੀਜ਼ ਹੁੰਦੀ ਨਾ ਕਿ ਇੱਕ ਬੰਦਾ ਇੱਕ ਤਰ੍ਹਾਂ ਦੀ ਗੱਲ ਕਰਦਾ, ਉਹਦੇ ਨਾਲ ਇੱਕ ਤਰ੍ਹਾਂ ਦੀ ਆਡੀਅנס ਜਿਹੜੀ ਜੁੜਦੀ ਆ, ਤੇ ਉਹ ਫਿਰ ਜਿੱਧਰ ਨੂੰ ਮਸਾਲਾ ਜ਼ਿਆਦਾ ਪਾਣਾ ਹੁੰਦਾ ਉਧਰਲੇ ਪਾਸੇ ਦੀ ਗੱਲ ਜਿਹੜੀ ਹੁੰਦੀ ਹੈ। ਸੋ ਉਹ ਚੀਜ਼ ਜਿਹੜੀ ਸੀਗੀ ਉਹਨੂੰ ਹੁਣ ਜਿੱਦਾਂ ਆਪਣੀਆਂ ਕਮਿਊਨਿਟੀਆਂ 'ਚ ਕੋਈ ਮੋਡਰੇਟ ਨਹੀਂ ਕਰਦਾ ਇਸ ਵੇਲੇ। ਨਵੇਂ ਆਪਾਂ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਸੀਨ ਤੇ ਜਿਹੜੇ ਆਏ ਆ, ਤੇ ਹੁਣ ਜਿਹੜਾ ਸੀਗਾ ਓਵਰਆਲ ਜਿਹੜਾ ਸੀਗਾ ਇਹ ਹੁਣ ਜਿਹੜਾ ਇੰਟਰਨੈਟ ਚੀਜ਼ ਨਵੀਂ ਸੀਗੀ, ਕਈ ਤਰ੍ਹਾਂ ਦੇ ਪਲੇਟਫਾਰਮ ਜਿਹੜੇ ਸੀਗੇ, ਤੇ ਟੈਕਨੋਲੋਜੀ ਜਿਹੜੀ ਐਕਸਪੈਂਸ਼ਨ ਜ਼ਿਆਦਾ ਹੋ ਗਈ, ਤੇ ਲਾਅ ਤੇ ਰੈਗੂਲੇਸ਼ਨ ਇਹਨੂੰ ਕੰਟਰੋਲ ਕਰਨਾ ਵੀ ਮੁਸ਼ਕਿਲ ਸੀਗਾ। ਕੋਈ ਇਦਾਂ ਦੀ ਚੀਜ਼ ਤਾਂ ਹੈ ਨਹੀਂ ਜਾ ਕੇ ਬੰਦਾ ਕਵੇ ਕਿ ਤੂੰ ਆਹ ਨਾ ਕਰ ਉਹ ਨਾ ਕਰ ਜਾਂ ਕਹਿ, ਕਿਉਂਕਿ ਸਾਰਾ ਆਨਲਾਈਨ ਆ, ਜੋ ਮਰਜ਼ੀ ਬੰਦਾ ਜੋ ਕਹਿ ਸਕਦਾ। ਸੋ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਸੀਗੀਆਂ, ਕਿਉਂਕਿ ਹੁਣ ਡਿਜੀਟਲ ਏਜ ਆ, ਆਪਾਂ ਜਾ ਹੀ ਡਿਜੀਟਲ ਏਜ ਚੱਲ ਰਹੇ ਆ ਸਾਰਾ, ਤੇ ਜ਼ਰੂਰੀ ਆ ਇਹ, ਮਤਲਬ ਕਿ ਇਦਾਂ ਦਾ ਜਿਹੜਾ ਸੀਗਾ ਨੀਂਹ ਪੱਥਰ ਇਹਨਾਂ ਨੇ ਰੱਖਿਆ, ਕੋਰਟ ਸਿਸਟਮ ਇਹਨਾਂ ਦੇ ਹੈਗੇ ਆ ਜਿਹੜੇ ਇਸ ਕੰਟਰੀਆਂ ਦੇ ਵਿੱਚ, ਹਨਾ। ਸੋ ਆਪਾਂ ਜਿਹੜਾ ਇੱਕ ਸਵਾਲ ਪੁੱਛਦੇ ਆ ਕਿ ਸਾਡੇ ਜਿਹੜੇ ਦੇਸ਼ ਆ ਉਹ ਇੰਨੇ ਪਿਛੜੇ ਕਿਉਂ ਹੁੰਦੇ ਆ, ਤੇ ਕਈ ਲੜਦੇ ਵੀ ਆ ਕਿ ਨਹੀਂ ਇਦਾਂ ਕਹਿਤਾ ਦੇਸ਼ ਨੂੰ, ਉਦਾਂ ਕਹਿਤਾ। ਉਹ ਤਾਂ ਕਰਕੇ ਹੁੰਦੇ ਆ ਕਿ ਜਿਹੜੀ ਚੀਜ਼ ਉਹਨਾਂ ਨੇ 50 ਸਾਲ ਬਾਅਦ 80 ਸਾਲ ਬਾਅਦ ਪਤਾ ਨਹੀਂ ਕਰਨੀ ਹੈ ਕਿ ਨਹੀਂ ਕਰਨੀ ਹੈ, ਤੁਸੀਂ ਦੇਖੋ ਉਧਰਲੇ ਪਾਸੇ। ਸੋ ਉਹ ਚੀਜ਼ ਨੂੰ ਹੁਣ ਤੁਸੀਂ ਦੇਖੋ ਕਿ ਇੱਧਰ ਕਿੱਡੇ ਬਰੀਕੀ ਦੇ ਲੈਵਲ ਤੇ ਉਸ ਚੀਜ਼ ਦੇ ਵਿੱਚ ਫਾਈਟ ਜਿਹੜੀ ਇਹ ਲੋਕੀ ਜਿਹੜੇ ਕਰਦੇ ਆ, ਹਨਾ। ਮਤਲਬ ਟੌਰ ਟੱਪਿਆਂ ਤੋਂ ਬਾਅਦ ਹੋ ਕੇ, ਪ੍ਰਧਾਨਗੀਆਂ ਤੋਂ ਬਾਹਰ ਹੋ ਕੇ, ਜਿਹੜਾ ਮੈਂ ਕਿਹਾ ਕਿੱਦਾਂ ਆਪਣੇ ਆਪ ਨੂੰ ਪ੍ਰੋਟੈਕਟ ਕਰਨਾ, ਫਰੀਡਮਸ ਜਿਹੜੀਆਂ ਕੀ ਹੈਗੀਆਂ ਕਿੱਦਾਂ, ਉਹ ਚੀਜ਼ ਵੱਲ ਇਹਨਾਂ ਮੁਲਕਾਂ ਦਾ ਜਿਹੜਾ ਉਹ ਹੁੰਦਾ। ਆਪਣੇ ਹੁਣ ਬੰਦੇ ਕੀ ਹੈ, ਕਈ ਵਾਰੀ ਉਰੇ ਆ ਕੇ ਵੀ ਉਹ ਚੀਜ਼ਾਂ ਨੂੰ ਐਪਰੀਸ਼ੀਏਟ ਨਹੀਂ ਕਰਦੇ ਆ, ਨਹੀਂ ਉਹਨਾਂ ਨੂੰ ਤੋੜਦੇ ਆ, ਮਰੋੜਦੇ ਆ, ਜਿੱਦਾਂ ਵੀ ਕਰਦੇ ਆ। ਸੋ ਇਹ ਆ ਕਿ ਪਰ ਲੌਂਗ ਰਨ ਦੇ ਵਿੱਚ ਜਿਹੜਾ ਸੀਗਾ, ਜਿਹੜੀ ਇਹ ਅਮੈਂਡਮੈਂਟਸ ਜਿਹੜੀਆਂ ਹੈਗੀਆਂ, ਤੁਸੀਂ ਦੇਖ ਲਓ ਕਿ ਕਦੋਂ ਦੀਆਂ ਇਹ ਬਣੀਆਂ ਪਈਆਂ ਕਨਸਟੀਟਿਊਸ਼ਨ ਦੇ ਵਿੱਚ। ਜਿਹੜੇ ਜਦੋਂ ਇਹ ਦੇਸ਼ ਆਜ਼ਾਦ ਹੋਇਆ ਸੀਗਾ, ਜਦੋਂ ਸੰਵਿਧਾਨ ਲਿਖਿਆ ਗਿਆ ਸੀਗਾ, ਉਦੋਂ ਉਹਨਾਂ ਦੀ ਜਿਹੜੀ ਸੋਚ ਸੀਗੀ ਉਹ, ਕਿਉਂਕਿ ਪਹਿਲਾਂ ਹੀ ਜਿਹੜਾ ਸੀਗਾ ਆਪਰੇਸ਼ਨ ਨੂੰ ਰਾਣੀ ਦੇ ਨਾਲ, ਬ੍ਰਿਟਿਸ਼ ਕਰਾਊਨ ਦੇ ਨਾਲ ਲੜਦੇ ਆਏ ਸੀਗੇ, ਉਹਨਾਂ ਨੂੰ ਪਤਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਸਰਕਾਰਾਂ ਇਦਾਂ ਕਰਦੀਆਂ, ਤੇ ਉਹਨਾਂ ਨੇ ਸਮੱਗਰੀ ਜਿਹੜੀ ਆਪਣੀ ਕਨਸਟੀਟਿਊਸ਼ਨ ਦੇ ਵਿੱਚ ਇੰਨੀ ਕੁ ਜਿਹੜੀ ਦਿੱਤੀ ਹੋਈ ਆ ਕਿ ਕੋਈ ਵੀ ਜਿਹੜਾ ਜੱਜ ਜਿਹੜਾ ਹੈਗਾ, ਇੱਕ ਤੁਸੀਂ ਦੇਖ ਲਓ ਡਿਸਟ੍ਰਿਕਟ ਕੋਰਟ ਦਾ ਇੱਥੇ ਸਟੈਂਡ ਜਿਹੜਾ ਲੈ ਸਕਦਾ, ਤੇ ਲੈਂਦੇ ਵੀ ਆ, ਤੇ ਉਹਨਾਂ ਸਾਰਾ ਜਿਹੜਾ ਸੀਗਾ ਸਰਕਾਰ ਦਾ ਹਾਈ ਲੈਵਲ ਤੱਕ ਵਾਲਾ ਜਿਹੜਾ ਚੱਕਾ, ਜਿਹੜੀਆਂ ਉਹਨਾਂ ਦੀਆਂ ਪਾਲਿਸੀਆਂ ਦੀਆਂ, ਉਹ ਜਾਮ ਹੋ ਜਾਂਦਾ। ਜੀ ਹੁਣ ਇਹ ਚੀਜ਼ ਜਿਹੜੀ ਹੁਣ ਬਲੌਕ ਕੀਤਾ ਆ, ਤੇ ਇਹਦਾ ਮਤਲਬ ਵੀ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਇਸ ਆਧਾਰ ਦੇ ਉੱਤੇ ਰੋਕਿਆ ਗਿਆ ਸੀ, ਕੀ ਉਹਨਾਂ ਨੂੰ ਫਿਰ ਹੁਣ ਆਉਣ ਦਿੱਤਾ ਜਾ ਸਕਦਾ ਹੈ, ਜਾਂ ਅਜੇ ਵੀ ਉਹ ਦੇਖਣਗੇ ਵੀ ਇਹਨਾਂ ਨੂੰ ਰੋਕ ਕੇ ਜਿਹੜਾ ਉਹ ਰੱਖੀਏ? ਉਹਨਾਂ ਨੂੰ ਹੁਣ ਜਿਹਨਾਂ ਦੇ ਵੀਜ਼ੇ ਕੈਂਸਲ ਕਰਤੇ, ਉਹਨਾਂ ਨੂੰ ਤਾਂ ਮੇਰੇ ਖਿਆਲ ਦੁਬਾਰਾ ਵੀਜ਼ੇ ਕਰਨੇ ਪੈਣੇ ਆ, ਪਰ ਅਗਲੇ ਵੀ ਹੁਣ ਲਾਸੂਟ ਵਗੈਰਾ ਕਰ ਸਕਦੇ ਆ ਕਿ ਇਹ ਪਾਲਿਸੀ ਤੁਹਾਡੀ ਸਟੇ ਆ। ਤੇ ਹਾਂਜੀ, ਤੇ ਉਹ ਸੰਸਥਾਵਾਂ ਓਬਵੀਅਸਲੀ ਜਿਹੜੀ ਐਡੀ ਦੂਰ ਤੱਕ ਗੱਲ ਲੈ ਗਏ ਸਾਰੇ ਮਿਲ ਮੁਲ ਕੇ, ਤੇ ਉਹਨਾਂ ਨੇ ਬੈਕਅਪ ਤਾਂ ਉਹਨਾਂ ਨੂੰ ਕਰੂਗਾ ਹੀ। ਨਹੀਂ ਬਿਲਕੁਲ ਸਹੀ ਗੱਲ ਜੀ। ਤੇ ਅਟਾਰਨੀ ਕਹਿਣਾ ਜੀ, ਅਗਲੀ ਜਿਹੜੀ ਆਪਾਂ ਇਸ ਦੇ ਵਿੱਚ ਜਿਹੜੀ ਗੱਲ ਜਿਹੜੀ ਉਹ ਕਰਦੇ ਆ, ਇਹਦੇ ਵਿੱਚ ਕੋਈ ਹੋਰ ਚੀਜ਼ ਤੁਸੀਂ ਐਡ ਕਰਨਾ ਚਾਹੁੰਦੇ ਆ ਵੀ ਇਹ ਸਾਰੀਆਂ ਚੀਜ਼ਾਂ ਦੇ ਵਿੱਚ, ਇਫ ਐਨੀਥਿੰਗ ਐਲਸ ਯੂ ਵਾਂਟ ਟੂ ਐਡ, ਅਦਰਵਾਈਜ਼ ਆਪਾਂ ਅਗਲੇ ਟੌਪਿਕ ਵੱਲ ਨੂੰ ਵਧਦੇ? ਨਹੀਂ, ਆਪਾਂ ਜਾ ਸਕਦੇ ਹਾਂ ਅਗਲੇ ਟੌਪਿਕ ਵੱਲ। ਠੀਕ ਹੈ। ਜਿਹੜਾ ਯੂਐਸ ਸਿਟੀਜ਼ਨ ਤੇ ਇਮੀਗ੍ਰੇਸ਼ਨ ਸਰਵਿਸਿਜ਼ ਆ, ਉਹਨਾਂ ਦੇ ਦੁਆਰਾ ਜਿਹੜੀ ਰੈਗੂਲੇਸ਼ਨ ਸੀ ਪਬਲਿਕ ਚਾਰਜ ਵਾਲੀ 2022 ਵਾਲੀ, ਉਸ ਨੂੰ ਵਾਪਸ ਇਹਨਾਂ ਨੇ ਜਿਹੜਾ ਇਹ ਲਿਆ ਆ। ਇਹ ਕਿਹੜੀ, ਕਿਉਂਕਿ ਪਬਲਿਕ ਚਾਰਜ ਦਾ ਰੌਲਾ ਆਪਾਂ ਟਰੰਪ ਹੁਣਾਂ ਦੇ ਪਹਿਲੇ ਕਾਰਜਕਾਲ 'ਚ ਵੀ ਸੁਣਿਆ,
ਫਿਰ ਬਾਈਡਨ ਉਹਨਾਂ ਦੇ ਕਾਰਜਕਾਲ 'ਚ ਵੀ ਹੈ ਤੇ ਹੁਣ ਵੀ ਆ। ਸੋ ਕਿਹੜੀ ਰੈਗੂਲੇਸ਼ਨ ਅਸਲ ਦੇ ਵਿੱਚ ਇਹਨਾਂ ਨੇ ਜਿਹੜੀ ਉਹ ਵਾਪਸ ਲਈ ਹੈ? ਸੋ ਕਾਫੀ ਲੰਬੀ ਜਿਹੜੀ ਕਹਾਣੀ ਆ। ਸੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਕੀ ਕਹਿੰਦੇ ਆ ਕਿ ਇਹਨਾਂ ਨੇ ਅਨਾਉਂਸਮੈਂਟ ਕੀਤੀ ਆਪਣੀ ਵੈਬਸਾਈਟ ਦੇ ਉੱਤੇ ਕਿ ਆਪਾਂ ਜਿਹੜਾ ਸੀਗਾ ਨਵਾਂ ਰੂਲ ਪਾਸ ਕਰਨ ਜਿਹੜਾ ਜਾ ਰਹੇ ਹਾਂ, ਤੇ ਬਾਈਡਨ ਦਾ 2000 ਵਾਲਾ ਰੂਲ ਆਪਾਂ ਜਿਹੜਾ ਵਾਪਸ ਲੈਣ ਜਾ ਰਹੇ ਹਾਂ, ਕਿਉਂਕਿ ਟਰੰਪ ਸਰਕਾਰ ਕਹਿੰਦੀ ਹੈ ਕਿ ਜਿਹੜਾ ਸਾਡਾ ਵਾਲਾ ਰੂਲ ਆ ਉਹ ਕਾਂਗਰਸ ਦਾ ਜਿਹੜਾ ਇੰਟੈਂਟ ਸੀਗਾ ਉਹਦੇ ਨਾਲ ਜ਼ਿਆਦਾ ਜਿਹੜਾ ਅਲਾਈਨ ਕਰਦਾ ਹੈਗਾ। ਬਾਈਡਨ ਦਾ ਰੂਲ ਗਲਤ ਸੀਗਾ। ਸੋ ਇਹ ਕਾਫੀ ਮੇਜਰ ਖਬਰ ਜਿਹੜੀ ਹੈਗੀ ਆਪਣੀ ਕਮਿਊਨਿਟੀ ਦੇ ਲਈ। ਸੋ ਇਹਨਾਂ ਕੀ ਕਹਿੰਦੇ ਆ ਕਿ ਪਬਲਿਕ ਚਾਰਜ, ਪਹਿਲਾਂ ਤਾਂ ਦੱਸਿਆ ਕੀ ਹੁੰਦਾ। ਪਬਲਿਕ ਚਾਰਜ ਹੁੰਦਾ, ਇਹ ਅਮਰੀਕਾ ਦੇ ਵਿੱਚ ਕਈ ਦਹਾਕਿਆਂ ਤੋਂ ਜਿਹੜੀ ਇਹ ਚੀਜ਼ ਪਬਲਿਕ ਚਾਰਜ ਵਾਲੀ ਹੈਗੀ ਹੈ, ਕੋਈ ਨਵੀਂ ਸ਼ੈ ਨਹੀਂ ਹੈਗੀ। ਸੋ ਇਹਦੇ ਵਿੱਚ ਕੀ ਹੁੰਦਾ ਕਿ ਕੋਈ ਵੀ ਵਿਅਕਤੀ ਜਿਹੜਾ ਇਮੀਗ੍ਰੈਂਟ ਹੈਗਾ, ਜੇ ਉਹਨੂੰ ਜਿਹੜਾ ਕੌਂਸੂਲੇਟ ਦੇ ਵਿੱਚ, ਐਮਬੈਸੀ ਦੇ ਵਿੱਚ ਜੇ ਕੋਈ ਅਫਸਰ ਜਿਹੜਾ ਹੈਗਾ ਉਹ ਇਹ ਡਿਸਾਈਡ ਕਰਦਾ ਕਿ ਇਹ ਅਮਰੀਕਾ ਜਾ ਕੇ ਬਰਡਨ ਬਣ ਜਾਊਗਾ ਕੰਟਰੀ ਦੇ ਉੱਤੇ, ਪਬਲਿਕ ਚਾਰਜ ਬਣ ਜਾਊਗਾ, ਅਮਰੀਕੀ ਟੈਕਸ ਪੇਅਰਾਂ ਨੂੰ ਪੈਸੇ ਦੇਣੇ ਪੈਣੇ, ਇਹਨੂੰ ਕਵਰੇਜ ਕਰਨੀ ਪੈਣੀ ਹੈ, ਇੱਕ ਜ਼ਿੰਮੇਵਾਰੀ ਬਣ ਜਾਣੀ ਇਹ ਬੰਦੇ ਨੇ, ਤੇ ਉਹ ਜਿਹੜਾ ਪਬਲਿਕ ਚਾਰਜ ਗਰਾਊਂਡ ਦੇ ਉੱਤੇ ਉਹਨੂੰ ਜਿਹੜਾ ਸੀਗਾ ਵੀਜ਼ਾ ਡਿਨਾਈ ਕੀਤਾ ਜਾ ਸਕਦਾ। ਸੋ ਕਾਂਗਰਸ ਨੇ ਇਹ ਜਿਹੜਾ ਰੂਲ ਕ੍ਰੀਏਟ ਕੀਤਾ ਸੀਗਾ ਪਬਲਿਕ ਚਾਰਜ ਵਾਲਾ, ਪ੍ਰੈਜ਼ੀਡੈਂਟ ਨੇ ਨਹੀਂ ਕਿਸੇ ਨੇ ਕੀਤਾ, ਕਾਂਗਰਸ ਨੇ ਕੀਤਾ ਸੀਗਾ ਬਾਈ ਲਾਅ। ਪਰ ਜਿਹੜੀ ਕੰਟਰੋਵਰਸੀ ਹਮੇਸ਼ਾ ਇਹੀ ਰਹੀ ਹੈ ਕਿ ਪਬਲਿਕ ਚਾਰਜ ਹੁੰਦਾ ਕੀ ਆ, ਕੌਣ ਬਣੂਗਾ, ਇਹਦਾ ਐਕਚੁਅਲ ਮਕਸਦ ਕੀ ਹੈਗਾ। ਸੋ ਪੰਗਾ ਇੱਥੇ ਪੈ ਗਿਆ ਕਿ ਕਾਂਗਰਸ ਨੇ ਕਦੀ ਉਹ ਚੀਜ਼ ਡਿਫਾਈਨ ਨਹੀਂ ਕੀਤੀ, ਤੇ ਉਹਨਾਂ ਨੇ ਸਰਕਾਰਾਂ ਨੂੰ ਛੱਡਤਾ ਕਿ ਤੁਸੀਂ ਦੱਸਣਾ ਕਿ ਕੀ ਚੀਜ਼ ਆ ਟਾਈਮ ਟੂ ਟਾਈਮ। ਸੋ ਪਹਿਲੀ ਗੱਲ, ਇਦਾਂ ਕਿਉਂ ਹੁੰਦਾ? ਬੰਦਾ ਕਹਿੰਦਾ ਕਿ ਯਾਰ ਐਡੀ ਇੰਪੋਰਟੈਂਟ ਚੀਜ਼ ਆ, ਕਾਂਗਰਸ ਨੇ ਕਿਉਂ ਨਹੀਂ ਇਹਨੂੰ ਡਿਫਾਈਨ ਕੀਤਾ? ਕਾਂਗਰਸ ਜਿਹੜੀ ਹੈਗੀ ਆ ਉਹ ਤੁਸੀਂ ਦੇਖੋਗੇ ਉਹਨਾਂ ਨੂੰ ਹੋਰ ਵੀ ਬਥੇਰੇ ਕੰਮ ਆ। ਉਹਨਾਂ ਨੇ ਹਜ਼ਾਰਾਂ ਲਾਅ ਜਿਹੜੇ ਬਣਾਉਣੇ ਆ ਵਾਈਲਡ ਲਾਈਫ ਉੱਤੇ, ਫਿਸ਼ਰੀਜ਼ ਉੱਤੇ, ਪੈਟਰੋਲੀਅਮ ਉੱਤੇ, ਠੀਕ ਆ। ਕਈ ਉਹਨਾਂ ਦੇ ਕੋਲ ਮੁੱਦੇ ਜਿਹੜੇ ਹੈਗੇ ਆ, ਕਿੰਨੀਆਂ ਪਾਲਿਸੀਆਂ ਉਹਨਾਂ ਦੇ ਕੋਲ ਹੁੰਦੀਆਂ ਨਾ। ਤੇ ਇਮੀਗ੍ਰੇਸ਼ਨ ਲਾਅ ਦੇ ਵਿੱਚ ਤੁਸੀਂ ਲਾ ਲਓ ਕਿ ਕਿੰਨੇ 100 ਤਰ੍ਹਾਂ ਦੇ ਵੀਜ਼ੇ ਜਿਹੜੇ ਹੈਗੇ ਆ, ਅਸਾਈਲਮ ਵਾਲਾ, NIW ਵਾਲਾ, H1B ਵਾਲਾ। ਸੋ ਉਹਦੇ ਵਿੱਚੋਂ ਹੀ ਇੱਕ ਚੀਜ਼ ਇਹ ਪਬਲਿਕ ਚਾਰਜ ਜਿਹੜੀ ਹੁੰਦੀ ਹੈ, ਮਤਲਬ ਕਿ ਕਾਂਗਰਸ ਜਿਹੜੀ ਨਾਲੇ ਫਿਰ ਟਾਈਮ ਟੂ ਟਾਈਮ ਚੀਜ਼ਾਂ ਜਿਹੜੀਆਂ ਚੇਂਜ ਹੋ ਜਾਂਦੀਆਂ, ਕੋਈ ਨਵਾਂ ਪ੍ਰੋਗਰਾਮ ਆ ਜਾਂਦਾ। ਹੁਣ ਕਾਂਗਰਸ ਐਂ ਤਾਂ ਨਹੀਂ ਕਹਿ ਸਕਦੀ ਕਿ ਆਲੋ ਲਿਸਟ ਆਲੇ ਪ੍ਰੋਗਰਾਮ ਕਵਰਡ ਆ, ਆਲੇ ਨਹੀਂ ਕਵਰਡ ਆ, ਤੇ ਫਿਰ ਕੱਲ ਨੂੰ ਨਵਾਂ ਪ੍ਰਾਈਮ ਮਿਨਿਸਟਰ ਆਵੇ, ਉਹਨੇ ਕਿਹਾ ਮੈਂ ਓਬਾਮਾ ਕੇਅਰ ਪਾਸ ਕਰਤੀ, ਮੈਂ ਟਰੰਪ ਕੇਅਰ ਪਾਸ ਕਰਤੀ। ਸੋ ਉਹ ਕਾਂਗਰਸ ਜਿਹੜੀ ਹੈਗੀ ਉਹ ਇੱਕ ਓਵਰਆਲ ਹਮੇਸ਼ਾ ਲਾਅ ਬਣਾਉਂਦੀ ਹੁੰਦੀ ਹੈ ਕਿ ਓਵਰਆਲ ਜਿਹੜਾ ਸਾਡਾ ਇਰਾਦਾ ਜਿਹੜਾ ਲਾਅ ਬਣਾਉਂਦਾ ਇਹ ਸੀਗਾ, ਉਹ ਚੀਜ਼ ਨੂੰ ਆਪਾਂ ਕਹਿੰਦੇ ਹਾਂ ਕਾਂਗਰੈਸ਼ਨਲ ਇੰਟੈਂਟ। ਸੋ ਹਮੇਸ਼ਾ ਜਿਹੜੀ ਬਰਥ ਰਾਈਟ ਵਾਲੀ ਵੀ ਹੋਈ, ਉਹ ਬੇਸਿਕਲੀ ਇਹ ਕਹਿੰਦੇ ਆ ਕਿ ਕਾਂਗਰਸ ਦਾ ਇਰਾਦਾ ਕੀ ਸੀ ਉਹਨਾਂ ਟਾਈਮਾਂ 'ਚ। ਸੋ ਤੁਹਾਡੇ ਨਾਲ ਕਾਫੀ ਡਿਟੇਲ 'ਚ ਗਏ ਸੀਗੇ ਉੱਥੇ, ਉਹਨਾਂ ਨੇ ਹਿਸਟਰੀ ਪੂਰੀ ਦੇਖੀ ਸੀਗੀ। ਸੋ ਪਹਿਲੀ ਗੱਲ ਤਾਂ ਇਹ ਹੈ ਕਿ ਜਿਹੜੀ ਕਾਂਗਰਸ ਉਹ ਇਦਾਂ ਨਹੀਂ ਹੈਗਾ ਕਿ ਉਹਨਾਂ ਨੇ ਮੌਕੇ ਦੇ ਹਿਸਾਬ ਨਾਲ, ਕੋਈ ਉਹ ਛੋਟਾ ਮੋਟਾ ਬਿਜ਼ਨਸ ਨਹੀਂ ਹੈਗਾ ਕਿ ਉਹਨਾਂ ਨੇ ਅਗਲੇ ਦਿਨ ਉੱਠਣਾ ਤੇ ਲਾਅ ਚੇਂਜ ਕਰ ਲੈਣਾ ਉਹਨਾਂ ਨੇ। ਸੋ ਲਾਅ ਬਣਾਉਣੇ ਵੀ ਬੜੇ ਮੁਸ਼ਕਿਲ ਆ, ਕਿਉਂਕਿ ਹਜ਼ਾਰਾਂ ਲਾਅ ਜਿਹੜੇ ਹੁੰਦੇ ਆ, ਤੇ ਲਾਅ ਚੇਂਜ ਕਰਨੇ ਵੀ ਜਿਹੜੇ ਬੜੇ ਮੁਸ਼ਕਿਲ ਹੁੰਦੇ ਆ। ਸੋ ਉਹਦੇ ਕਰਕੇ ਕਾਂਗਰਸ ਕੀ ਕਰਦੀ ਹੈ, ਇੱਕ ਬਰੋਡ ਜਿਹੜਾ ਸੀਗਾ ਵੱਡੇ ਪੱਧਰ ਤੇ ਹਾਈ ਲੈਵਲ ਤੇ ਲਾਅ ਬਣਾ ਦਿੰਦੀ ਹੈ, ਤੇ ਜਿਹੜੀਆਂ ਉਹਦੇ ਵਿੱਚ ਛੋਟੀਆਂ ਡਿਟੇਲਾਂ ਹੁੰਦੀਆਂ ਉਹ ਜਿਹੜੀਆਂ ਅਫਸਰਾਂ ਦੇ ਰਾਹੀਂ, ਸਰਕਾਰਾਂ ਦੇ ਰਾਹੀਂ ਉਹਨਾਂ ਤੇ ਛੱਡ ਦਿੰਦੀ ਹੈ ਕਿ ਉਹਨਾਂ ਨੇ ਉਹਨੂੰ ਕਿੱਦਾਂ ਜਿਹੜਾ ਹੈਂਡਲ ਕਰਨਾ। ਤੇ ਇਹਦੇ ਵਿੱਚ ਹੁਣ ਜਿਹੜਾ ਕਾਂਗਰਸ ਨੇ ਕਾਨੂੰਨ ਬਣਾਇਆ ਸੀਗਾ ਇਮੀਗ੍ਰੇਸ਼ਨ ਨੈਸ਼ਨੈਲਿਟੀ ਐਕਟ ਥੱਲੇ, ਉਹਨਾਂ ਨੇ ਕਿਹਾ ਕਿ ਟੋਟੈਲਿਟੀ ਆਫ ਸਰਕਮਸਟੈਂਸਿਸ ਦੇਖਣੇ ਆ ਤੁਸੀਂ, ਹਰੇਕ ਚੀਜ਼ ਜਿਹੜੀ ਦੇਖਣੀ ਹੈ। ਆਫਿਸਰ ਨੇ ਜਦੋਂ ਵੀਜ਼ਾ ਦੇਣਾ, ਉਹਨੇ ਏਜ ਦੇਖਣੀ ਹੈ ਬੰਦੇ ਦੀ ਕਿੰਨੀ ਹੈ। ਯੰਗ ਬੰਦੇ ਨੂੰ ਵੀਜ਼ਾ ਲੱਗਣ ਤੇ ਜ਼ਿਆਦਾ ਚਾਂਸ ਆ, ਜਿਹੜਾ ਉਮਰ ਵਾਲਾ ਵਿਅਕਤੀ ਆ ਉਹਨੂੰ ਘੱਟ ਆ, ਕਿਉਂਕਿ ਉਹ ਹੈਲਥ ਇੰਸ਼ੋਰੈਂਸ ਵੀ ਲਾਊਗਾ, ਉਹ ਜੌਬ ਵੀ ਨਹੀਂ ਕਰ ਸਕਦਾ, ਸੋਸ਼ਲ ਸਿਕਿਉਰਿਟੀ ਦੇ ਵਿੱਚ ਕੰਟਰੀਬਿਊਟ ਨਹੀਂ ਕਰ ਸਕਦਾ। ਹੈਲਥ ਦੇਖਣੀ ਓਵਰਆਲ ਬੰਦੇ ਦੀ ਕੀ ਆ, ਜੇ ਚੰਗੀ ਹੈਲਥ ਆ ਤਾਂ ਆਬਵੀਅਸਲੀ ਹਸਪਤਾਲ 'ਚ ਘੱਟ ਜਾਊਗਾ, ਜੇ ਬੁਰੀ ਹੈਲਥ ਆ ਤਾਂ ਭਾਰ ਘੱਟ ਬਣੂਗਾ। ਫੈਮਿਲੀ ਦਾ ਸਟੇਟਸ ਕੀ ਆ, ਉਹਨਾਂ ਦੇ ਕੋਲ ਕਿੰਨੇ ਪੈਸੇ ਆ, ਐਸੈਟ ਕੀ ਆ ਉਹਨਾਂ ਦੇ, ਹੋਰ ਰਿਸੋਰਸਿਸ ਕੀ ਅਵੇਲੇਬਲ ਹੈਗੇ ਆ, ਐਜੂਕੇਸ਼ਨ ਦਾ ਲੈਵਲ ਕੀ ਹੈਗਾ, ਸਕਿੱਲ ਲੈਵਲ ਕੀ ਹੈਗਾ। ਸੋ ਬੇਸਿਕਲੀ ਉਹ ਕੀ ਕਹਿੰਦੇ ਆ ਕਿ ਜੇ ਬੰਦਾ ਉਮਰ ਤੋਂ ਜ਼ਿਆਦਾ, ਉਹਦੀ ਹੈਲਥ ਖਰਾਬ ਆ, ਉਹਦੇ ਕੋਲ ਡਿਗਰੀ ਨਹੀਂ ਹੈਗੀ, ਉਹ ਕੋਈ ਕੰਮ ਨਹੀਂ ਕਰ ਸਕਦਾ, ਤੇ ਉਹ ਜ਼ਿਆਦਾ ਚਾਂਸ ਉਹਦੇ ਹੈਗੇ ਕਿ ਉਹ ਬਰਡਨ ਬਣੂਗਾ। ਪਰ ਕਾਂਗਰਸ ਨੇ ਜਿਹੜੀ ਇੰਨੀ ਕੁ ਚੀਜ਼ ਜਿਹੜੀ ਕਹੀ ਹੈ ਕਿ ਅਫਸਰਾਂ ਨੇ ਆਹ ਚੀਜ਼ਾਂ ਇਵੈਲੂਏਟ ਜਿਹੜੀਆਂ ਕਰਨੀਆਂ। ਹੁਣ ਇਹਦੇ ਵਿੱਚ ਕੀ ਹੁੰਦਾ ਕਿ ਇੱਕ ਐਫੀਡੇਵਿਟ ਆਫ ਸਪੋਰਟ ਹੁੰਦਾ, ਜਿਹੜੇ ਲੋਕੀ ਫੈਮਿਲੀ ਬੇਸਡ ਇਮੀਗ੍ਰੇਸ਼ਨ ਫਾਈਲ ਕਰਦੇ ਉਹਨਾਂ ਨੂੰ ਪਤਾ, I-864 ਹੈ ਨਾ, 864 ਇੱਕ ਫਾਰਮ ਹੁੰਦਾ। ਉਹਦੇ ਵਿੱਚ ਤੁਸੀਂ ਜਿਹੜਾ ਤੁਸੀਂ ਕਹਿ ਲਓ ਕਿ ਸਪਾਂਸਰ ਕਰਨਾ, ਗਰੰਟਰ, ਫਾਈਨੈਂਸ਼ੀਅਲ ਸਪਾਂਸਰ ਬਣਨਾ, ਤੁਸੀਂ ਕੋ ਸਪਾਂਸਰ ਲੈ ਸਕਦੇ ਆ। ਸੋ ਇਹਦੇ ਥੱਲੇ ਵੀ ਜਿਹੜਾ ਕਾਨੂੰਨ ਆ ਉਹ ਇਹ ਨਹੀਂ ਕਹਿੰਦਾ ਹੈਗਾ ਕਿ ਕਿਹੜੇ ਵਾਲੇ ਬੈਨੀਫਿਟ ਜਿਹੜੇ ਪਬਲਿਕ ਚਾਰਜ ਦੇ ਅੰਦਰ ਆਊਗੇ ਜਾਂ ਕਿਹੜੇ ਵਾਲੇ ਪਬਲਿਕ ਚਾਰਜ ਦੇ ਅੰਦਰ ਨਹੀਂ ਆਊਗੇ। ਤਾਂ ਟਾਈਮ ਟੂ ਟਾਈਮ ਕਈ ਵਾਰੀ ਲੋਕੀ ਪੁੱਛਦੇ ਰਹਿੰਦੇ ਆ ਕਿ ਮੈਂ ਆਹ ਚੀਜ਼ ਲੈ ਸਕਦਾ, ਹੁਣ ਆਹ ਚੀਜ਼ ਨਹੀਂ ਲੈ ਸਕਦਾ। ਤੇ ਜਿਹੜੇ ਸਾਡੇ ਪ੍ਰੋਗਰਾਮਸ ਹੁੰਦੇ ਉਹਨਾਂ ਨੂੰ ਪਤਾ ਕਿ ਬਾਈਡਨ ਦੇ ਟਾਈਮ 'ਚ ਉਹਨਾਂ ਨੇ ਜਦੋਂ ਕਲੈਰੀਫਾਈ ਕੀਤਾ ਸੀਗਾ, ਆਪਾਂ ਕਿਹਾ ਤੁਸੀਂ ਬਾਈਡਨ ਨੇ ਤਾਂ ਕਹਿਤਾ ਲੈ ਸਕਦੇ ਆ, ਪਰ ਕੱਲ ਨੂੰ ਜਦੋਂ ਬਾਈਡਨ ਚੇਂਜ ਹੁੰਦਾ, ਤੁਹਾਡੇ ਰਿਸ਼ਤੇਦਾਰ ਦਾ ਨੰਬਰ ਆਉਂਦਾ ਬਾਅਦ 'ਚ ਜਾ ਕੇ, ਠੀਕ ਹੈ, ਟਰੰਪ ਦੇ ਕਾਰਜਕਾਲ 'ਚ ਜਾਂ 10 ਸਾਲ ਬਾਅਦ,
ਉਦੋਂ ਜਿਹੜੀ ਸਰਕਾਰ ਆ ਉਹ ਕੀ ਦੇਖਦੀ ਆ ਬੈਨੀਫਿਟ ਨੂੰ, ਉਹ ਮੈਟਰ ਕਰਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਜਿਹੜਾ ਵੀ ਬੰਦਾ ਕਿਸੇ ਵੀ ਤਰੀਕੇ ਨਾਲ ਫ੍ਰੀ ਕੋਈ ਬੈਨੀਫਿਟ ਲੈ ਰਿਹਾ ਹੈਗਾ ਅਮਰੀਕਾ ਤੋਂ, ਉਹ ਇੱਕ ਗ੍ਰੇ ਟੈਰੀਟਰੀ ਦੇ ਵਿੱਚ ਆ ਜਾਂਦਾ, ਜਿਹਦੇ ਵਿੱਚ ਕਿ ਸਰਕਾਰਾਂ, ਮੌਕੇ ਦੀਆਂ ਸਰਕਾਰਾਂ ਡਿਸਾਈਡ ਕਰਦੀਆਂ ਕਿ ਇਹ ਬੰਦਾ ਪਬਲਿਕ ਚਾਰਜ ਬਣੂਗਾ ਕਿ ਨਹੀਂ ਬਣੂਗਾ, ਉਹਦੇ ਥੱਲੇ ਇਹਨੂੰ ਵੀਜ਼ਾ ਦੇਣਾ ਚਾਹੀਦਾ ਕਿ ਡਿਨਾਈ ਕਰਨਾ ਚਾਹੀਦਾ। ਸੋ ਟਰੰਪ ਸਰਕਾਰ ਦੇ ਆਉਣ ਤੋਂ ਪਹਿਲਾਂ ਜਿਹੜਾ ਪਬਲਿਕ ਚਾਰਜ ਸੀਗਾ ਉਹਦੀ ਡੈਫੀਨੇਸ਼ਨ ਬੜੀ ਨੈਰੋ ਸੀਗੀ। ਸਿੱਧੇ ਉਹਨਾਂ ਨੇ ਜਿਹੜੀਆਂ ਸੀਗੀਆਂ 2 ਕੁ ਚੀਜ਼ਾਂ ਜਿਹੜੀਆਂ ਉਹਨਾਂ ਨੇ ਦੱਸੀਆਂ ਸੀਗੀਆਂ ਟਰੰਪ ਦੇ ਆਉਣ ਤੋਂ ਪਹਿਲਾਂ। ਪਹਿਲਾ ਜਿਹੜਾ ਇਹਦਾ ਕਾਰਜਕਾਲ ਸੀਗਾ ਉਸ ਤੋਂ ਪਹਿਲਾਂ, ਉਹ ਕਹਿੰਦੇ ਕਿ ਜਿਹੜਾ ਕੈਸ਼ ਵੈਲਫੇਅਰ ਹੁੰਦੇ ਆ, ਜਿੱਦਾਂ ਕਿ ਸਪਲੀਮੈਂਟਲ ਸਿਕਿਉਰਿਟੀ ਇਨਕਮ SSI ਜਿਹਨੂੰ ਕਹਿ ਦਿੰਦੇ ਆ, ਜਾਂ ਟੈਂਪਰੇਰੀ ਅਸਿਸਟੈਂਸ ਫॉर ਨੀਡੀ ਫੈਮਲੀਜ਼ TANF ਜਿਹਨੂੰ ਕਹਿ ਦਿੰਦੇ ਆਪਾਂ, ਉਹ ਕਹਿੰਦੇ ਕਿ ਇਹ ਜਿਹੜੇ 2 ਕੈਸ਼ ਵੈਲਫੇਅਰ ਪ੍ਰੋਗਰਾਮ ਜਿਹੜੇ ਹੈਗੇ ਆ ਇਹ ਪਬਲਿਕ ਚਾਰਜ 'ਚ ਆਉਂਦੇ ਆ। ਤੇ ਦੂਜੀ ਚੀਜ਼ ਉਹ ਕਹਿੰਦੇ ਸੀਗੇ ਕਿ ਜਿਹੜੀ ਲੌਂਗ ਟਰਮ ਇੰਸਟੀਟਿਊਸ਼ਨਲ ਕੇਅਰ ਹੈਗੀ ਆ, ਗਵਰਨਮੈਂਟ ਸਰਕਾਰੀ ਖਰਚ ਦੇ ਉੱਤੇ ਤੁਸੀਂ ਨਰਸਿੰਗ ਹੋਮ 'ਚ ਲੌਂਗ ਟਰਮ 'ਚ ਪੈ ਗਏ, ਛੋਟੇ ਵਾਲੇ ਨਹੀਂ ਜਿੱਦਾਂ 15 ਦਿਨ 20 ਦਿਨ, ਉਹਦਾ ਨਹੀਂ ਕਿ ਲੌਂਗ ਟਰਮ ਤੁਹਾਡੀ ਜਿਹੜੀ ਕਿਸੇ ਨੇ ਸਰਕਾਰੀ ਹਸਪਤਾਲਾਂ ਨੇ ਤੁਹਾਨੂੰ ਜਦੋਂ ਉਹ ਕਰਨੀ ਆ, ਤੇ ਉਹ ਚੀਜ਼ ਨੂੰ ਇਹ ਪਬਲਿਕ ਚਾਰਜ ਮੰਨਦੇ ਸੀ ਟਰੰਪ ਦੇ ਪਹਿਲੇ ਕਾਰਜਕਾਲ ਤੋਂ ਪਹਿਲਾਂ। ਸੋ ਆ 2 ਹੀ ਚੀਜ਼ਾਂ ਹੁੰਦੀਆਂ ਸੀਗੀਆਂ। ਤੇ ਨਾਨ ਕੈਸ਼ ਜਿਹੜੇ ਬੈਨੀਫਿਟ ਹੁੰਦੇ ਸੀਗੇ, ਮੈਡੀਕੇਡ ਹੋ ਗਿਆ, ਫੂਡ ਅਸਿਸਟੈਂਸ ਹੋ ਗਿਆ, ਹਾਊਸਿੰਗ ਅਸਿਸਟੈਂਸ ਹੋ ਗਿਆ, ਇਹ ਬ੍ਰੌਡਲੀ ਸਪੀਕਿੰਗ ਇਹ ਜਿਹੜਾ ਸੀਗਾ ਪਬਲਿਕ ਚਾਰਜ ਦੇ ਥੱਲੇ ਨਹੀਂ ਆਉਂਦੇ ਸੀਗੇ, ਮਤਲਬ ਕਿ ਹਮੇਸ਼ਾ ਚੀਜ਼ ਜਿਹੜੀ ਉੱਦੇ ਚੱਲੀ ਆ। ਹੁਣ ਟਰੰਪ ਹੁਣੀ ਆ ਗਏ ਜਦੋਂ 2019 ਦੇ ਵਿੱਚ ਆ ਕੇ ਇਹਨਾਂ ਨੇ ਇਸ ਚੀਜ਼ ਨੂੰ ਇੱਕਦਮ ਹੀ ਚੇਂਜ ਕਰਤਾ। ਸਾਰਿਆਂ ਨੂੰ ਯਾਦ ਹੋਣਾ ਕਿ ਉਦੋਂ ਫਾਰਮ ਵਗੈਰਾ, ਡਾਕੂਮੈਂਟ ਵਗੈਰਾ ਅਪਡੇਟ ਹੋਏ ਸੀਗੇ, 485 ਚੇਂਜ ਕਰਤਾ, ਬੜਾ ਰੌਲਾ ਉਦੋਂ ਇੱਕ ਵਾਰੀ ਜਿਹੜਾ ਪਿਆ ਸੀਗਾ। ਉਹਨਾਂ ਨੇ ਕੀ ਕੀਤਾ ਕਿ ਟਰੰਪ ਨੇ ਜਿਹੜਾ ਸੀਗਾ ਪਬਲਿਕ ਚਾਰਜ ਨੂੰ ਐਕਸਟੈਂਡ ਕਰਤਾ। ਉਹ ਕਹਿੰਦੇ ਸਾਨੂੰ ਪਾਵਰ ਦਿੱਤੀ ਹੈ ਕਾਂਗਰਸ ਨੇ। ਟਰੰਪ ਹੁਣੀ ਕੀ ਕਹਿਣ ਲੱਗ ਪਏ, ਉਹ ਆਰਗੂ ਕਰਨ ਲੱਗ ਪਏ ਕਿ ਜਿਹੜੀ ਕਾਂਗਰਸ ਸੀਗੀ ਉਹਦਾ ਇਰਾਦਾ ਸੀਗਾ ਕਿ ਲੋਕੀ ਸੈਲਫ ਸਫੀਸ਼ੀਐਂਟ ਹੋਣਾ, ਕਿ ਕਿਸੇ ਦੇ ਡਿਪੈਂਡੈਂਟ ਨਾ ਹੋਣ, ਕੋਈ ਵੀ ਬੈਨੀਫਿਟ ਨਾ ਲਵੇ। ਜਿਹੜਾ 2019 ਵਾਲਾ ਰੂਲ ਸੀਗਾ ਟਰੰਪ ਵਾਲਾ, ਉਹਦੇ ਵਿੱਚ ਉਹਨਾਂ ਨੇ ਮੈਡੀਕੇਡ, ਸਨੈਪ ਜਿਹੜਾ ਹੁੰਦਾ ਫੂਡ ਸਟੈਂਪ, ਸੈਕਸ਼ਨ 8 ਹਾਊਸਿੰਗ ਹੋ ਗਿਆ, ਪਬਲਿਕ ਹਾਊਸਿੰਗ ਹੋ ਗਿਆ, ਇਦਾਂ ਦੀਆਂ ਚੀਜ਼ਾਂ ਵੀ ਜਿਹੜੀਆਂ ਸੀਗੀਆਂ ਪਬਲਿਕ ਚਾਰਜ ਦੇ ਵਿੱਚ ਲੈ ਕੇ ਆ ਗਈਆਂ। ਮਤਲਬ ਕਿ ਉਹਨਾਂ ਨੇ ਇਹਨੂੰ ਵਧਾ ਦਿੱਤਾ ਕਿ ਇਹ ਤੁਸੀਂ ਮੈਡੀਕੇਡ ਵੀ ਲਈ ਆ ਤਾਂ ਵੀ ਤੁਸੀਂ ਜਿਹੜਾ ਸੀਗਾ ਨਿਰਭਰ ਹੈਗੇ ਆ, ਤੁਹਾਨੂੰ ਟੈਕਸ ਪੇਅਰ ਪੈਸੇ ਦੇ ਰਿਹਾ। ਠੀਕ ਹੈ। ਠੀਕ। ਸੋ ਇਹਦੇ ਵਿੱਚ ਕੋਈ ਡਾਊਟ ਨਹੀਂ ਹੈਗਾ। ਉਹ ਜਦੋਂ ਬੰਦਾ ਕਈ ਵਾਰੀ ਤੁਰਦਾ ਵੀ, ਉਹ ਕਹਿੰਦਾ ਉੱਥੇ ਫ੍ਰੀ ਆ ਸਾਰਾ ਕੁਝ, ਅਮਰੀਕਾ 'ਚ ਸਾਰਾ ਕੁਝ ਫ੍ਰੀ ਆ। ਅਮਰੀਕਾ 'ਚ ਕੁਝ ਵੀ ਫ੍ਰੀ ਨਹੀਂ ਹੈਗਾ। ਉਹ ਤੁਹਾਡੇ ਵਰਗੇ ਮੇਰੇ ਵਰਗੇ ਬੰਦੇ ਜਿਹੜੇ ਸੀਗੇ, ਆਪਾਂ ਕੰਮ ਜਦੋਂ ਕਰਦੇ ਆ ਉਹ ਸਾਡੇ ਟੈਕਸ ਪੇਅਰ ਮਨੀ ਦਾ ਉਹ ਹੈਗਾ। ਫ੍ਰੀ ਕਿਹਨਾਂ ਦੇ ਲਈ ਹੈਗਾ? ਫ੍ਰੀ ਉਹਨਾਂ ਦੇ ਲਈ ਆ ਜਿਹਨਾਂ ਨੇ ਕੰਮ ਨਹੀਂ ਕਰਨਾ। ਸੋ ਜਿਹੜਾ ਦੇਸ਼ ਆ ਇਹ ਹੈਗਾ ਇੱਕ ਕੈਪੀਟਲਿਸਟਿਕ ਕੰਟਰੀ। ਸੋ ਉਹਦੇ ਵਿੱਚ ਉਹ ਤਰ੍ਹਾਂ ਦੀ ਵਿਚਾਰਧਾਰਾ ਦੇ ਲੋਕ ਜਿਹੜੇ ਆਉਂਦੇ ਆ, ਠੀਕ ਆ। ਇਹ ਜ਼ਰੂਰੀ ਨਹੀਂ ਕਿ ਇਹ ਮਤਲਬ ਕਿ ਅਲੱਗ-ਅਲੱਗ ਕੰਟਰੀਆਂ ਦਾ ਤੁਹਾਨੂੰ ਇਹਦੇ ਡੇਟਾ ਵੀ ਮਿਲ ਜੂਗਾ ਕਿ ਕਿਹੜੀ ਕੰਟਰੀ ਵਾਲੇ ਕਿੰਨੇ ਬੈਨੀਫਿਟ ਯੂਜ਼ ਕਰਦੇ ਆ, ਨਹੀਂ ਕਰਦੇ ਆ। ਤੇ ਇਹ ਜਿਹੜਾ ਮੇਨਲੀ ਚੀਜ਼ ਇਹ ਆ ਜਾਂਦੀ ਹੈ ਕਿ ਐਂਡ ਆਫ ਦਾ ਡੇ ਜੇ ਲੋਕੀ ਆ ਕੇ ਇੱਥੇ ਕੰਮ ਕਰਕੇ ਪੈਸਾ ਨਹੀਂ ਕਮਾ ਰਹੇ ਆ ਤੇ ਟੈਕਸ ਵਾਪਸ ਨਹੀਂ ਦੇ ਰਹੇ ਹੈਗੇ, ਉਹ ਆਬਵੀਅਸ ਜੀ ਗੱਲ ਹੈਗੀ ਹੈ ਕਿ ਹਾਊਸਿੰਗ ਲਊਗੇ, ਉਹ ਸਟੇਟ ਤੇ ਬੋਝ ਵਧੂਗਾ। ਸੋ ਫ੍ਰੀ ਕੁਛ ਨਹੀਂ ਹੈਗਾ, ਉਹਦੇ ਲਈ ਕਿਸੇ ਨੂੰ ਕੰਮ ਕਰਨਾ ਪੈਣਾ। ਪੈਸਾ ਹਵਾ 'ਚ ਪ੍ਰਿੰਟ ਨਹੀਂ ਹੋ ਸਕਦਾ ਹੈਗਾ। ਮਤਲਬ ਕਿ ਜਿਹੜਾ ਵੀ ਪੈਸਾ ਖਜ਼ਾਨ 'ਚੋਂ ਨਿਕਲਦਾ ਹੈਗਾ ਐਂਡ ਆਫ ਦਾ ਡੇ, ਉਹ ਟੈਕਸ ਜੇ ਉਹ ਇਸ਼ੂ ਕਰਦੇ ਆ ਤਾਂ ਉਹ ਐਂਡ ਆਫ ਦਾ ਟੈਕਸ ਪੇਅਰ ਨੂੰ ਹੀ ਵਾਪਸ ਜਿਹੜਾ ਕਰਨਾ ਪੈਂਦਾ। ਸੋ ਉਸ ਹਿਸਾਬ ਨਾਲ ਜਿਹੜੀਆਂ ਇਹਨਾਂ ਦੀਆਂ ਇਕੋਨਮੀ ਜਿਹੜੀਆਂ ਚੱਲਦੀਆਂ। ਸੋ ਜਿਹੜਾ 2019 ਵਾਲਾ ਇਹਨਾਂ ਦਾ ਰੂਲ ਸੀਗਾ, ਉਹਨੇ ਕੀ ਕੀਤਾ ਕਿ ਨੈਗੇਟਿਵ ਫੈਕਟਰ ਪਾਤੇ ਕਿ ਜੇ ਕੋਈ ਅਨਇੰਪਲੋਇਡ ਰਿਹਾ ਹੈਗਾ, ਨੌਕਰੀ ਨਹੀਂ ਕਿਸੇ ਨੇ ਕੀਤੀ ਹੈਗੀ, ਕਿਸੇ ਕੋਲ ਹੈਲਥ ਇੰਸ਼ੋਰੈਂਸ ਨਹੀਂ ਹੈਗੀ। ਉਦੋਂ ਤੁਹਾਨੂੰ ਯਾਦ ਹੋਣਾ ਲੋਕੀ ਇੰਡੀਆ ਤੋਂ ਹੈਲਥ ਇੰਸ਼ੋਰੈਂਸ ਲੈ ਕੇ ਆਉਣ ਲੱਗ ਪਏ ਸੀ। ਕਿਸੇ ਦੀ ਪੂਅਰ ਕ੍ਰੈਡਿਟ ਹਿਸਟਰੀ ਹੈਗੀ ਆ ਇੱਥੇ, ਬੈਂਕਰਪਸੀ ਫਾਈਲ ਕੀਤੀਆਂ ਉਹਨਾਂ ਨੇ, ਭਾਵੇਂ ਉਹ ਲੀਗਲ ਪ੍ਰੋਸੈਸ ਹੈਗਾ। ਉਹ ਕਹਿੰਦੇ ਪਰ ਜੇ ਕ੍ਰੈਡਿਟ ਹਿਸਟਰੀ ਤੁਹਾਡੀ ਮੈਸਡ ਅਪ ਜਿਹੜੀ ਹੈਗੀ ਆ, ਉਹਦੇ ਬੇਸ ਤੇ ਵੀ ਆਪਾਂ ਤੁਹਾਨੂੰ ਟੰਗ ਸਕਦੇ ਹਾਂ। ਜਿਹੜੀ ਟਰੰਪ ਜਾਂ ਕਿਸੇ ਨੇ ਉਦਾਂ ਬੈਨੀਫਿਟ, ਪਬਲਿਕ ਬੈਨੀਫਿਟ ਲਏ ਆ, ਲੋ ਇਨਕਮ ਜੇ ਕੋਈ ਹੈਗਾ ਬੰਦਾ, ਮੈਡੀਕਲ ਕੰਡੀਸ਼ਨ ਹੈਗੀ ਆ, ਕਿਸੇ ਨੂੰ ਕੋਈ ਬਿਮਾਰੀ ਆ ਪਰ ਉਹ ਕੋਲ ਪੈਸੇ ਨਹੀਂ ਹੈਗੇ। ਸੋ ਇਦਾਂ ਦੀਆਂ ਚੀਜ਼ਾਂ ਉਹ ਕਹਿੰਦੇ ਆਪਾਂ ਨੈਗੇਟਿਵ ਮੰਨਦੇ ਆ। ਪੋਜ਼ਿਟਿਵ ਉਹਨਾਂ ਨੇ ਜਿਹੜੇ ਫੈਕਟਰ ਇਹ ਰੱਖੇ ਸੀਗੇ ਕਿ ਜੇ ਕਿਸੇ ਦੀ ਇਨਕਮ ਬਹੁਤ ਜ਼ਿਆਦਾ, ਕਿਸੇ ਕੋਲ ਪ੍ਰਾਈਵੇਟ ਹੈਲਥ ਇੰਸ਼ੋਰੈਂਸ ਆ, ਕਿਸੇ ਕੋਲ ਡਿਗਰੀ ਆ, ਕਿਸੇ ਕੋਲ ਸੰਪਤੀ ਹੈ, ਹਨਾ। ਜਿਹੜੇ ਟਰੰਪ ਦੇ ਕ੍ਰਿਟਿਕ ਸੀਗੇ ਉਦੋਂ, ਉਹ ਕਹਿੰਦੇ ਕਿ ਇਹ ਤਾਂ ਇਹਨੇ ਵੈਲਥ ਟੈਸਟ ਪਾਤਾ। ਇਹ ਵੈਲਥ ਟੈਸਟ ਹੈਗਾ ਇੱਕ, ਹੋਰ ਕੁਝ ਨਹੀਂ ਹੈਗਾ। ਇਹ ਦੇਖ ਰਹੇ ਆ ਕਿ ਸਿਰਫ ਅਮੀਰ ਬੰਦਾ ਆਵੇ, ਗਰੀਬ ਬੰਦਾ ਆਵੇ ਨਾ। ਜਿਹੜੇ ਟਰੰਪ ਸਰਕਾਰ ਸੀਗੀ ਉਹ ਕਹਿੰਦੀ ਕਿ ਨਹੀਂ, ਆਪਾਂ ਸਿਰਫ ਜੋ ਕਾਂਗਰਸ ਨੇ ਸਾਨੂੰ ਕਿਹਾ ਹੈਗਾ ਆਪਾਂ ਉਹ ਇਨਫੋਰਸ ਕਰ ਰਹੇ ਹਾਂ। ਸੋ ਇਹ 2 ਜਿਹੜੀਆਂ ਵਿਚਾਰਧਾਰਾ ਹੋ ਗਈਆਂ, ਡੈਮੋਕ੍ਰੈਟ ਤੇ ਰਿਪਬਲਿਕਨ, ਠੀਕ ਹੈ। ਇੱਕ ਹੁਣ ਮਤਲਬ ਸਾਰਾ ਮੁੱਦਾ ਇਹ ਹੈਗਾ ਕਿ ਜਦੋਂ ਤੁਸੀਂ ਇੱਕ ਵੈਲਫੇਅਰ ਸਟੇਟ ਜਿਹੜੀ ਕਿ ਪੈਸੇ ਵੰਡੇ ਲੋਕਾਂ ਨੂੰ, ਉਹਨੂੰ ਤੁਸੀਂ ਐਕਸਪੈਂਡ ਕਰਦੇ ਆ, ਉਹ ਕਿਸੇ ਵੀ ਦੇਸ਼ ਦੇ ਵਿੱਚ ਹੈਗੀ ਆ, ਉਹਦੇ ਵਿੱਚ ਉਹ ਵਾਲੀ ਪਾਰਟੀ ਨੂੰ ਫਾਇਦਾ ਹੁੰਦਾ ਜਿਹੜੀ ਪਾਰਟੀ ਇਮੀਗ੍ਰੈਂਟਾਂ ਦੀ ਫੇਵਰ ਕਰਦੀ ਹੈ, ਜਿਹਨਾਂ ਨੂੰ ਇਮੀਗ੍ਰੈਂਟਾਂ ਦੀ ਵੋਟ ਹੁੰਦੀ ਹੈ। ਇਦਾਂ ਕਿਉਂ ਹੁੰਦਾ? ਕਿਉਂਕਿ ਜ਼ਿਆਦਾਤਰ ਜਿਹੜੇ ਇਮੀਗ੍ਰੈਂਟ ਜਿਹੜੇ ਹੈਗੇ ਆ ਕੇ, ਹੁਣ ਤੁਸੀਂ ਯੂਰਪ 'ਚ ਜਿੱਦਾਂ ਦੇਖਦੇ ਆ ਕਿ ਸਾਰੇ ਸ਼ਹਿਰਾਂ ਦੇ ਸ਼ਹਿਰ ਵੀ ਕਈ ਟੇਕ ਓਵਰ ਜਿਹੜੇ ਹੋ ਗਏ ਆ, ਕਿਉਂਕਿ ਵੈਲਫੇਅਰ ਸਿਸਟਮ ਇੱਕ ਇਦਾਂ ਦਾ ਸੀਗਾ ਜਿਹੜਾ ਨੇ ਅਲਾਓ ਕੀਤਾ ਕਿ ਉਹ 5-5, 10-10 ਬੱਚੇ ਜੰਮ ਸਕਣ।
ਕੰਮ ਨਾ ਕਰਨਾ ਪਵੇ, ਅਲਟੀਮੇਟਲੀ ਵੋਟਿੰਗ ਬਲਾਕ ਜਿਹੜਾ ਵੱਧ ਜਾਂਦਾ। ਸੋ ਉਹ ਦੇਸ਼ਾਂ ਦੀ ਤੁਸੀਂ ਜਦੋਂ ਗੱਲ ਸੁਣੋ ਤਾਂ ਤੁਹਾਨੂੰ ਕਈ ਚੀਜ਼ਾਂ ਜਿਹੜੀਆਂ ਦੇਖਣ ਨੂੰ ਲੱਗਦੀਆਂ ਕਿ ਕਿੰਨੀ ਛੇਤੀ ਜਿਹੜਾ ਸੀਗਾ ਕਿ 15-20 ਸਾਲਾਂ ਦੇ ਵਿੱਚ ਜਿਹੜੇ ਛੋਟੇ-ਛੋਟੇ ਸ਼ਹਿਰ ਹੁੰਦੇ ਆ, ਡੈਮੋਗ੍ਰਾਫੀ ਜਦੋਂ ਚੇਂਜ ਹੁੰਦੀ ਆ, ਤੇ ਉਹ ਬਿਲਕੁਲ ਜਿਹੜਾ ਤੁਸੀਂ ਕਹਿ ਲਓ ਕਿ ਇੱਕ ਤਰ੍ਹਾਂ ਤਖ਼ਤਾ ਜਿਹੜਾ ਪਲਟ ਹੋ ਜਾਂਦਾ। ਸੋ ਇਹ ਜਿਹੜੇ ਹੁਣ ਬਾਰਡਰ ਜਦੋਂ ਖੋਲ੍ਹੇ ਜਾਂਦੇ ਆ, ਇਹਦੇ ਵਿੱਚ ਇੰਨੀ ਜ਼ਿਆਦਾ ਮਾਤਰਾ ਦੇ ਵਿੱਚ ਜਦੋਂ ਲੋਕੀ ਆ ਜਾਂਦੇ ਆ ਸ਼ਹਿਰਾਂ ਦੇ ਵਿੱਚ, ਸੋ ਜਦੋਂ ਸੈਂਸਸ ਹੁੰਦਾ, ਸੈਂਸਸ ਦੇ ਵਿੱਚ ਕੀ ਕਰਦੇ ਆ ਕਿ ਉਹ ਦੇਖਦੇ ਆ ਕਿ ਆਬਾਦੀ ਕਿੰਨੀ ਆ। ਉਹ ਇਹ ਨਹੀਂ ਦੇਖਦੇ ਕਿ ਕੱਚਾ ਕੌਣ ਆ, ਪੱਕਾ ਕੌਣ ਆ, ਉਹ ਇਹ ਦੇਖਦੇ ਆ ਕਿ ਆਬਾਦੀ ਕਿੰਨੀ ਆ। ਆਬਾਦੀ ਦੇ ਹਿਸਾਬ ਨਾਲ ਉਹ ਦੇਖਦੇ ਆ ਕਿ ਕੈਲੀਫੋਰਨੀਆ ਦੀਆਂ ਇੰਨੀਆਂ ਸੀਟਾਂ, ਵਾਲੀ ਸਟੇਟ ਦੀਆਂ ਇੰਨੀਆਂ ਸੀਟਾਂ। ਸੋ ਜ਼ਾਹਿਰ ਜੀ ਗੱਲ ਆ ਕਿ ਜਿਹੜੀ ਸਟੇਟ ਦੇ ਵਿੱਚ ਇਮੀਗ੍ਰੈਂਟ ਜ਼ਿਆਦਾ ਹੋਊਗੇ, ਉਹ ਸਟੇਟ ਦੇ ਵਿੱਚ ਸੀਟਾਂ ਜ਼ਿਆਦਾ ਹੋਊਗੀਆਂ, ਵੋਟਿੰਗ ਬਲਾਕ ਉਹਨਾਂ ਦਾ ਵੱਡਾ ਹੋਊਗਾ, ਉਹ ਸਰਕਾਰ ਨੂੰ ਜ਼ਿਆਦਾ ਕੰਟਰੋਲ ਜਿਹੜਾ ਕਰ ਸਕਦੇ ਆ। ਈਵਨ ਟੂ ਐਨ ਐਕਸਟੈਂਟ ਜੇ ਜਿਹੜਾ ਈਲਨ ਮਸਕ ਸੀਗਾ, ਉਹ ਕਹਿੰਦਾ ਕਿ ਜੇ ਇਹ ਬਾਰਡਰ ਹੁਣ ਜਿਹੜੇ ਆਹ ਵਾਲੇ ਅਗਲੇ 4 ਸਾਲ ਜੇ ਬੰਦ ਨਹੀਂ ਹੁੰਦਾ, ਤੇ ਉਹ ਜਿਹੜੀਆਂ ਬੈਟਲ ਗਰਾਊਂਡ ਸਟੇਟਸ ਹੈਗੀਆਂ, ਛੋਟੀਆਂ ਸਟੇਟਸ ਹੈਗੀਆਂ, ਉੱਧਰ ਲੋਕੀ ਮੂਵ ਹੋ ਰਹੇ ਸੀਗੇ। ਉਹ ਕਹਿੰਦੇ ਕਿ ਇਦਾਂ ਦਾ ਮਾਹੌਲ ਹੋ ਜਾਣਾ ਸੀਗਾ ਸੈਂਸਸ ਦੇ ਹਿਸਾਬ ਨਾਲ, ਜਿਹੜਾ 10 ਸਾਲ ਦੇ ਵਿੱਚ ਹਰ ਵਾਰੀ ਇੱਕ ਵਾਰੀ ਹੁੰਦਾ, ਕਿ ਹਮੇਸ਼ਾ ਜਿਹੜੀ ਪਾਰਟੀ ਜਿੱਤਣੀ ਸੀਗੀ ਉਹ ਡੈਮੋਕ੍ਰੈਟਿਕ ਪਾਰਟੀ ਹੀ ਜਿੱਤਣੀ ਸੀਗੀ। ਉਹ ਰਿਪਬਲਿਕਨ ਪਾਰਟੀ ਜਿੱਤ ਹੀ ਨਹੀਂ ਸਕਦੀ ਸੀਗੀ। ਮਤਲਬ ਕਿ ਜਿਹੜਾ ਇੰਬੈਲੈਂਸ ਜਿਹੜਾ ਸੀਗਾ ਕਿ ਨੰਬਰ ਆਫ ਇਮੀਗ੍ਰੈਂਟ ਇੱਕਦਮ ਹੀ ਜਿਹੜਾ ਆ ਗਏ। ਸੋ ਆਹ ਜਿਹੜੀ ਸੀਗੀ ਵਿਚਾਰਧਾਰਾ ਦੀ ਇਹਨਾਂ ਦੀ ਫਾਈਟ ਆ। ਹੁਣ ਕੀ ਹੈ ਕਿ ਇਮੀਗ੍ਰੈਂਟ ਜਦੋਂ ਆ ਜਾਂਦੇ ਆ, ਠੀਕ ਆ, ਹੁਣ ਤੁਸੀਂ ਇੱਕ ਤਾਂ ਹੈਗਾ ਕਿ ਡਿਗਰੀ ਬੇਸਡ ਬੰਦੇ ਲੈ ਕੇ ਆ ਰਹੇ ਆ, ਸਕਿੱਲ ਬੇਸਡ ਬੰਦੇ ਲੈ ਕੇ ਆ ਰਹੇ ਆ, ਉਹ ਆ ਕੇ ਕੰਮ ਕਰੂਗੇ। ਪਰ ਜਦੋਂ ਤੁਸੀਂ ਬਾਰਡਰ ਖੋਲਤਾ ਸਿੱਧੇ, ਉਹ ਬੰਦਿਆਂ ਕੋਲ ਡਿਗਰੀ ਨਹੀਂ, ਸਕਿੱਲ ਨਹੀਂ, ਉਹਨਾਂ ਨੇ ਕੰਮ ਨਹੀਂ ਕੋਈ ਕਰਨਾ, ਤਾਂ ਉਹਨਾਂ ਨੂੰ ਫੀਡ ਕਿੱਦਾਂ ਹੋਗੇ? ਉਹ ਜੌਬਾਂ ਦੇਣੀਆਂ ਪੈਣੀਆਂ, ਜਾਂ ਉਹਨਾਂ ਨੂੰ ਜੌਬ ਉਹਨਾਂ ਨੇ ਜੇ ਨਹੀਂ ਕਰਨੀ ਤਾਂ ਫਿਰ ਉਹਨਾਂ ਨੂੰ ਬੈਨੀਫਿਟ ਦੇਣੇ ਪੈਣੇ ਆ। ਜੇ ਉਹਨਾਂ ਨੂੰ ਨਾ ਜੌਬਾਂ ਹੋ ਗਈਆਂ, ਨਾ ਉਹਨਾਂ ਨੂੰ ਬੈਨੀਫਿਟ ਦਓਗੇ, ਤਾਂ ਫਿਰ ਉਹ ਕੀ ਕਰੂਗੇ? ਉਹ ਕ੍ਰਾਈਮ ਕਰੂਗੇ। ਫਿਰ ਤੁਸੀਂ ਦੇਖਿਆ ਕਿ ਇਮੀਗ੍ਰੈਂਟ ਕ੍ਰਾਈਮ ਦੇ ਵਿੱਚ ਕਿੰਨਾ ਵਾਧਾ ਹੋਇਆ। ਸਾਡੀਆਂ ਕਮਿਊਨਿਟੀਆਂ ਦੇ ਵਿੱਚ ਤੁਸੀਂ ਦੇਖਿਆ ਕਿ ਕਿੰਨਾ ਜ਼ਿਆਦਾ ਜਿਹੜਾ ਵਾਧਾ ਹੋਇਆ। ਸੋ ਇਹ ਜਿਹੜੀ ਦੋਨੋਂ ਜਿਹੜੀਆਂ ਪਾਰਟੀਆਂ ਹੈਗੀਆਂ, ਇਹਦੇ ਵਿੱਚ ਜਿਹੜਾ ਸੀਗਾ ਕਿ ਇਹ ਨਹੀਂ ਹੈਗਾ ਕਿ ਇੱਕ ਪਾਰਟੀ ਸਹੀ ਹੈ ਜਾਂ ਗਲਤ ਆ। ਸਵਾਲ ਇਹ ਹੈਗਾ ਕਿ ਬੈਲੈਂਸ ਕਿੱਥੇ ਹੋਣਾ ਚਾਹੀਦਾ, ਠੀਕ ਆ। ਸੋ ਆਪਣੇ ਮਤਲਬ ਇਹ ਹੈ ਕਿ ਇਹਦੇ ਵਿੱਚ ਹੈਗੀ ਸਮਾਰਟ ਆਡੀਅੰਸ। ਇਹ ਨਹੀਂ ਕਿ ਉਹ ਜੇ ਨੇ ਆਹ ਕਹਿਤਾ, ਜੇ ਨੇ ਉਹ ਕਹਿਤਾ, ਹੈਗੇ ਇਦਾਂ ਦੇ ਕਈ ਮਾੜੀ ਮੋਟੀ ਇੱਧਰੋਂ ਕਲਿੱਪ ਕੱਟ ਕੇ ਬਣਾਤੀ। ਪਰ ਆਪਾਂ ਗੱਲ ਜੇ ਓਵਰਆਲ ਕਰਾਂਗੇ, ਕਿਉਂਕਿ ਜਿਹੜੇ ਹੁਣ ਇਮੀਗ੍ਰੈਂਟ ਪੁਰਾਣੇ ਹੋ ਗਏ, ਜਿਹਨਾਂ ਨੂੰ 4-5 ਸਾਲ ਹੋ ਗਏ, ਉਹ ਵੀ ਦੇਖਦੇ ਆ ਕਿ ਜਿਹੜੀਆਂ ਸਾਰੀਆਂ ਚੀਜ਼ਾਂ ਜਦੋਂ ਹੁੰਦੀਆਂ ਕਿ ਮਾਸ ਮਾਈਗ੍ਰੇਸ਼ਨ ਜਿਹੜਾ ਹੁੰਦੀ ਆ, ਉਹਦੇ ਨੁਕਸਾਨ ਵੀ ਜਿਹੜੇ ਹੈਗੇ ਆ ਕਿ ਜਿਹੜਾ ਨਵੀਂ ਵੇਵ ਜਿਹੜੀ ਆਉਂਦੀ ਆ ਕਿ ਉਹ ਪੁਰਾਣੀ ਵਾਲੀ ਵੇਵ ਦੇ ਨਾਲ ਸਿਮੂਲੇਟ ਹੁੰਦੀ ਆ, ਉਹਨਾਂ ਨੂੰ ਐਕਸੈਪਟ ਕਰਦੀ ਆ, ਉਹ ਆਪਣੇ ਤੌਰ ਤਰੀਕੇ ਲੈ ਕੇ ਆਉਂਦੀ ਆ। ਸੋ ਇਹ ਚੀਜ਼ ਦੀ ਜਿਹੜੀ ਫਾਈਟ ਸੀਗੀ। ਹੁਣ ਬਾਈਡਨ ਹੁਣੀ ਆ ਗਏ, ਉਹਨਾਂ ਨੇ ਕੀ ਦੇਖਿਆ ਕਿ ਇਹ ਤਾਂ ਇਮੀਗ੍ਰੇਸ਼ਨ ਘਟ ਗਈ, ਇਹ ਤਾਂ ਹੁਣ ਖੋਲਣੇ ਪੈਣੇ ਆ, ਕਿਉਂਕਿ ਵੋਟਾਂ ਚਾਹੀਦੀਆਂ, ਸੈਂਸਸ ਆ ਰਿਹਾ ਤੇ ਨੰਬਰ ਚਾਹੀਦੇ ਆ। ਤੇ ਬਾਈਡਨ ਹੁਣਾਂ ਨੇ 2022 ਦੇ ਵਿੱਚ ਪਬਲਿਕ ਚਾਰਜ ਰੂਲ ਜਿਹੜਾ ਬਣਾਤਾ। ਹੁਣ ਰਾਜ ਕਰਨ ਜੀ ਕੀ ਹੈਗਾ ਕਿ ਜਿਹੜੇ ਪਬਲਿਕ ਬੈਨੀਫਿਟ ਹੈਗੇ, ਹੁਣ ਆਪਣਾ ਜਿਹੜੇ ਕੰਮ ਕਰਦੇ, ਸਾਨੂੰ ਸਰਕਾਰ ਕਹਿੰਦੀ ਕਿ ਤੁਸੀਂ ਆਪਣੀ ਇੰਸ਼ੋਰੈਂਸ ਲਓ, ਜਾ ਕੇ ਆਪ ਖਰੀਦੋ, ਠੀਕ ਆ। ਜਿਹੜੇ ਬੰਦੇ ਟੈਕਸ ਭਰ ਰਹੇ ਕੰਮ ਕਰ ਰਹੇ ਆ, ਸੋਚ ਕੇ ਦੇਖੋ ਤੁਸੀਂ ਕਿ ਬੰਦਾ ਜਿਹੜਾ ਕੰਮ ਕਰ ਰਿਹਾ, ਉਹਨੂੰ ਕਹਿ ਰਹੇ ਕਿ ਤੂੰ ਆਪ ਲੈ ਕੇ ਜਾ। ਜਿਹੜਾ ਬੰਦਾ ਡਾਇਰੈਕਟਲੀ ਆ ਰਿਹਾ, ਉਹ ਕੈਸ਼ ਤੇ ਕੰਮ ਕਰ ਰਿਹਾ, ਕੁਝ ਵੀ ਆ, ਉਹਨੂੰ ਉਹ ਕਹਿ ਰਿਹਾ ਕਿ ਨਹੀਂ, ਇਹ ਨੀਡੀ ਆ, ਇਹਨੂੰ ਪਬਲਿਕ ਚਾਰਜ ਰੂਲ ਨੂੰ ਰਿਲੈਕਸ ਕਰੋ ਤੇ ਇਹਨਾਂ ਨੂੰ ਹੋਰ ਆਪਸ਼ਨਾਂ ਦਿਓ। ਸੋ 2022 ਦੇ ਵਿੱਚ ਜਿਹੜਾ ਸੀ ਕੀ ਕੀਤਾ ਸੀਗਾ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਟੋਟਲੀ ਡਿਫਰੈਂਟ ਅਪਰੋਚ ਕਰ ਲਈ। ਉਹਨੇ ਕਿਹਾ ਕਿ ਟਰੰਪ ਵਾਲਾ ਰੂਲ ਜਿਹੜਾ ਕੈਂਸਲ ਆ। 2022 ਵਾਲਾ ਰੂਲ ਜਿਹੜਾ ਹੈਗਾ ਕਿ ਉਹਨਾਂ ਨੇ ਚੀਜ਼ਾਂ ਚੇਂਜ ਕਰਤੀਆਂ। ਉਹ ਕਹਿੰਦੇ ਕਿ ਸਿਰਫ ਕੈਸ਼ ਅਸਿਸਟੈਂਸ ਜਿਹੜੀ ਹੈਗੀ ਆ ਜਾਂ ਲੌਂਗ ਟਰਮ ਕੇਅਰ ਆ, ਦੋ ਹੀ ਚੀਜ਼ਾਂ ਇਹਦੇ ਵਿੱਚ ਆਉਗੀਆਂ, ਬਾਕੀ ਮੈਡੀਕੇਡ, ਸਨੈਪ, ਸਨੂਪ, ਹਾਊਸਿੰਗ ਸਾਰਾ ਚੱਕਤਾ। ਦੇਖੋ ਕਿ ਇੰਨੀ ਸਾਰੀ ਇਮੀਗ੍ਰੈਂਟ ਦੀ ਉਹਨਾਂ ਨੇ ਵੇਵ ਬੁਲਾ ਲਈ। ਉਹ ਕਹਿੰਦੇ ਆ ਕਿ ਤੁਸੀਂ ਮੈਡੀਕੇਡ ਲੈ ਸਕਦੇ ਆ, ਇੱਥੇ ਆ ਕੇ ਤੁਸੀਂ ਹਾਊਸਿੰਗ ਲੈ ਸਕਦੇ ਆ। ਹੁਣ ਜਿਹੜੇ ਆਪਣੇ ਵੀਰ ਟਰੱਕ ਚਲਾ ਰਹੇ ਆ, ਆਪਣਾ ਵਧੀਆ ਇਨਕਮ ਕਰ ਰਹੇ ਆ, ਤੁਸੀਂ ਐਲੀਜੀਬਲ ਨਹੀਂ ਹੈਗੇ ਇਹਨਾਂ ਚੀਜ਼ਾਂ ਦੇ ਲਈ। ਤੁਸੀਂ ਪੈਸੇ ਦੇ ਰਹੇ ਆ, ਟੈਕਸ ਦੇ ਰਹੇ ਆ। ਐਲੀਜੀਬਲ ਕੌਣ ਹੈਗਾ? ਜਿਹੜਾ ਜਦੋਂ ਉਹਨਾਂ ਨੇ ਬਾਰਡਰ ਖੋਲਤਾ, ਉਹ ਕਹਿੰਦੇ ਕਿ ਤੁਹਾਨੂੰ ਆ ਕੇ ਮੈਡੀਕਲ ਵੀ ਰਾਈਟ ਵੇ ਮਿਲ ਜਾਣੀ ਹੈ, ਤੁਹਾਨੂੰ ਹਾਊਸਿੰਗ ਵੀ ਮਿਲ ਜਾਣੀ ਹੈ। ਸੋ ਇਹਦੇ ਵਿੱਚ ਵੀਡੀਓ ਵੀ ਸੋਸ਼ਲ ਮੀਡੀਆ ਦੇ ਵਿੱਚ ਹੈਗੀਆਂ ਕਿ ਲੋਕੀ ਆਰਾਮ ਨਾਲ ਟੌਰ ਟੱਪੇ ਨਾਲ। ਇੱਕ ਮੈਂ ਵੀਡੀਓ ਦੇਖੀ, ਬੜੀ ਵਾਇਰਲ ਹੋਈ ਸੀਗੀ। ਉਹ ਰਿਪੋਰਟਰਾਂ ਨੂੰ ਇੰਟਰਵਿਊ ਕਰਦਾ, 3-4 ਬੰਦੇ ਹੁੰਦੇ ਆ, ਬੜੀ ਵਧੀਆ ਜੀ ਸਿਹਤ ਵਾਲੇ, ਤੇ ਉਹ ਕਹਿੰਦਾ ਕਿ ਤੁਸੀਂ ਤੇ ਸਹੀ ਲੱਗਦੇ ਆ। ਕਹਿੰਦਾ ਆਹੋ, ਕਹਿੰਦਾ ਤੁਹਾਡੀ ਕੰਟਰੀ ਦੀ ਬੇਵਕੂਫੀ ਆ, ਕਹਿੰਦਾ ਤੁਸੀਂ, ਕਹਿੰਦਾ ਇਦਾਂ ਦੀਆਂ ਚੀਜ਼ਾਂ ਸਾਨੂੰ ਦਿੰਦੇ ਆ, ਕਹਿੰਦਾ ਸਾਨੂੰ ਲੋੜ ਨਹੀਂ ਹੈਗੀ। ਕਹਿੰਦਾ ਉਹ ਤਾਂ ਕਹਿੰਦਾ ਸਾਨੂੰ ਆ ਵੀ ਦਿੰਦੇ ਆ, ਬੈਨੀਫਿਟ ਵੀ ਦਿੰਦੇ ਆ, ਕੈਸ਼ ਵੀ ਦਿੰਦੇ ਆ, ਤੇ ਕਹਿੰਦਾ ਸਾਨੂੰ ਕੰਮ ਕਰਨ ਦੀ ਲੋੜ ਨਹੀਂ ਹੈਗੀ ਕੁਝ ਸਾਲ, ਹਨਾ। ਤੇ ਆਹ ਜਿਹੜੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਕਿ ਹਾਊਸਿੰਗ ਦੇਤੀ, ਉਹ ਦੇਤਾ, ਇਹਦਾ ਅਲਟੀਮੇਟਲੀ ਕੀ ਸੀਗਾ ਕਿ ਜਿਹੜਾ ਭੁਗਤਾਨ ਆ ਉਹ ਜਨਤਾ ਨੂੰ ਹੀ ਕਰਨਾ ਪੈਂਦਾ। ਦੂਸਰੀ ਚੀਜ਼ ਇਹ ਹੈ ਕਿ ਜਿਹਨਾਂ ਨੂੰ ਐਕਚੁਅਲ ਦੇ ਵਿੱਚ ਲੋੜ ਹੈਗੀ ਆ, ਹੁਣ ਅਨਲਿਮਿਟਿਡ ਜ਼ਰੂਰਤਮੰਦ ਨੂੰ ਮਿਲਦਾ ਨਹੀਂ। ਬੰਦੇ ਨੂੰ ਮਿਲਦਾ ਨਹੀਂ।
ਹੁਣ ਕੱਲ ਨੂੰ ਐ ਵੀ ਤਾਂ ਹੋ ਸਕਦਾ ਹੈ ਨਾ ਕਿਸੇ ਬੰਦੇ ਦੀ ਜੌਬ ਚਲ ਗਈ, ਮਾੜਾ ਟਾਈਮ ਆ ਗਿਆ, ਬਿਜ਼ਨਸ ਚਲ ਗਿਆ, ਇਕੁਐਲਿਟੀ ਹੋ ਗਈ, ਕੁਛ ਹੋ ਗਿਆ। ਹੋ ਗਿਆ ਹੈ ਨਾ, ਅਮਰੀਕਨ ਸਿਟੀਜ਼ਨ, ਉਹਨਾਂ ਦੇ ਲਈ ਇਹ ਪ੍ਰੋਗਰਾਮ ਜਿਹੜੇ ਬਣੇ ਸੀਗੇ। ਪਰ ਜਿਹੜੇ ਸੀਗੇ, ਜਦੋਂ ਇੰਨੀ ਮਾਸ ਮਾਈਗ੍ਰੇਸ਼ਨ ਹੋਈ, ਕੀ ਸੀਗਾ ਕਿ ਪ੍ਰੋਗਰਾਮ ਤਾਂ ਸਾਰੇ ਉਦਾਂ ਦੇ, ਹੁਣ ਪ੍ਰੋਗਰਾਮ ਤੇ ਬੋਝ ਕਿੰਨਾ ਪੈ ਜਾਂਦਾ। ਤੇ ਉਹਦੇ ਕਰਕੇ ਸੀਗਾ ਕਿ ਇੱਕ ਤਾਂ ਪ੍ਰੋਗਰਾਮਾਂ ਦਾ ਕੰਮ ਜਿਹੜਾ ਹੋ ਗਿਆ, ਤੁਸੀਂ ਦੇਖੋ ਕਿ ਵੇਟ ਟਾਈਮ ਹੈਲਥ ਕੇਅਰ ਜਿਹੜੀ ਸੀਗੀ, ਕੋਈ ਏਦਾਂ ਨਹੀਂ ਹੈਗਾ ਕਿ ਤੁਸੀਂ ਕਹੋਗੇ ਕਿ ਅਮਰੀਕਾ ਦੀ ਬੈਸਟ ਹੈਗੀ ਹੈ, ਨਹੀਂ ਹੈਗੀ ਬੈਸਟ। ਵੇਟ ਵੂਟ ਟਾਈਮ ਇੱਥੇ ਤੁਹਾਨੂੰ ਪਤਾ, ਡਾਕਟਰ ਨਾਲ ਤੁਸੀਂ ਅਪਾਇੰਟਮੈਂਟ ਲੈਣੀ ਮਹੀਨਾ 2-2 ਮਹੀਨੇ ਵੀ ਲੱਗ ਕਿੰਨੇ ਮਹੀਨੇ ਇੰਤਜ਼ਾਰ ਕਰਨਾ ਪੈਂਦਾ। ਸੋ ਪਹਿਲਾਂ ਏਦਾਂ ਦੀਆਂ ਚੀਜ਼ਾਂ ਨਹੀਂ, ਸੋ ਇਹ ਸੀਗਾ ਕਿ ਸਿਸਟਮ ਸਟ੍ਰੈਚ ਹੋਣ ਲੱਗ ਪਏ, ਠੀਕ ਹੈ। ਸੋ ਬਾਈਡਨ ਸਰਕਾਰ ਕਹਿੰਦੀ ਕਿ ਕਾਂਗਰਸ ਜਿਹੜੀ ਸੀਗੀ, ਉਹ ਹੁਣ ਬਾਈਡਨ ਉਹਨਾਂ ਨੇ ਆਪਣਾ ਨਵਾਂ ਪਾਤਾ, ਉਹ ਕਹਿੰਦੇ ਕਿ ਕਾਂਗਰਸ ਦਾ ਕੁਝ ਵੀ ਇਦਾਂ ਦਾ ਨਹੀਂ ਸੀਗਾ ਕਿ ਤੁਸੀਂ ਰੂਟੀਨ ਪਬਲਿਕ ਬੈਨੀਫਿਟ ਨਹੀਂ ਲੈ ਸਕਦੇ ਆ, ਤੁਸੀਂ ਲੈ ਸਕਦੇ ਆ, ਹਿਊਮੈਨਿਟੀ ਦੇ ਸੇਕ ਦੇ ਕਰਕੇ ਤੁਹਾਨੂੰ ਲੋੜ ਵੀ ਹੁੰਦੀ ਹੈ ਬੈਨੀਫਿਟ ਦੀ। ਬਾਈਡਨ ਸਰਕਾਰ ਕਹਿੰਦੀ ਕਿ ਕਿਉਂਕਿ ਤੁਸੀਂ ਜਦੋਂ ਫੀਅਰ ਪਾ ਦਿੰਦੇ ਆ, ਡਿਸਕਰੇਜ ਕਰ ਦਿੰਦੇ ਆ ਲੋਕਾਂ ਨੂੰ, ਤੇ ਇਹਦੇ ਨਾਲ ਯੂਐਸ ਸਿਟੀਜ਼ਨ ਵੀ ਡਿਸਕਰੇਜ ਹੋ ਜਾਂਦੇ ਆ, ਜਿਹੜੇ ਮਿਕਸਡ ਰੇਸ ਵਾਲੇ ਹਾਊਸ ਹੋਲਡ ਜਿਹੜੇ ਹੈਗੇ ਆ, ਜਿਹਦੇ ਵਿੱਚ ਇੱਕ ਯੂਐਸ ਸਿਟੀਜ਼ਨ, ਇੱਕ ਇਮੀਗ੍ਰੈਂਟ ਆ, ਉਹਨਾਂ ਦੇ ਜਵਾਕਾਂ ਨੂੰ ਪ੍ਰੋਬਲਮ ਹੁੰਦੀ ਆ। ਸੋ ਪੁਆਇੰਟ ਇਹਨਾਂ ਦਾ ਵੀ ਇੱਕ ਤਰੀਕੇ ਦਾ ਜਿਹੜਾ ਹੈਗਾ, ਪਰ ਗੱਲ ਹੁਣ ਸਾਰੀ ਇਹ ਹੈਗੀ ਕਿ ਇੱਕ ਬੈਲੈਂਸਿੰਗ ਅਪਰੋਚ ਜਿਹੜੀ ਚਾਹੀਦੀ ਹੈ 50-50 ਵਾਲੇ ਲੈਵਲ ਤੇ। ਮਤਲਬ ਇੱਕ ਪਾਰਟੀ ਇੱਧਰਲੇ ਪਾਸੇ ਨੂੰ ਲੈ ਜਾਂਦੀ ਹੈ ਚੀਜ਼, ਦੂਜੀ ਪਾਰਟੀ ਬਿਲਕੁਲ ਦੂਜੇ ਪਾਸੇ ਨੂੰ ਲੈ ਜਾਂਦੀ ਆ, ਤੇ ਇੱਕ ਬੈਲੈਂਸਿੰਗ ਜੇ ਅਪਰੋਚ ਹੁੰਦੀ ਕਿ ਕਿਹੜੇ ਬੰਦੇ ਲੈ ਸਕਦੇ ਆ ਬੈਨੀਫਿਟ, ਕਿਹੜੇ ਨਹੀਂ ਲੈ ਸਕਦੇ ਆ, ਉਹ ਇਹਨਾਂ ਨੂੰ ਚਾਹੀਦਾ ਸੀਗਾ, ਉਹਨਾਂ ਨੇ ਕੀਤਾ ਨਹੀਂ। ਉਹ ਇੱਕ ਪਾਸੇ ਨੂੰ ਐਕਸਟ੍ਰੀਮ ਟਰੰਪ ਲੈ ਗਿਆ, ਫਿਰ ਬਾਈਡਨ ਲੈ ਗਿਆ, ਉਹ ਕਹਿੰਦਾ ਸਾਰਿਆਂ ਨੂੰ ਆਉਣ ਦਿਓ, ਕਿਸੇ ਨੂੰ ਡਿਪੋਰਟ ਨਹੀਂ ਕਰਨਾ। ਹੁਣ ਟਰੰਪ ਹੁਣੀ ਵਾਪਸ ਆ ਗਏ ਆ, ਕਿਉਂਕਿ ਉਹਨਾਂ ਨੇ ਇਹਨਾਂ ਨੂੰ ਲੀਗਲ ਚੈਲੰਜ ਵੀ ਜਿਹੜੇ ਕਾਫੀ ਹੁੰਦੇ ਆ, ਲਾਅ ਸੂਟ ਵੀ ਕਾਫੀ ਜਿਹੜੇ ਹੁੰਦੇ ਆ। ਇਹਨਾਂ ਨੇ ਹੁਣ ਜਿਹੜਾ ਬੜੀ ਸ਼ੈਤਾਨੀ ਦੇ ਨਾਲ ਜਿਹੜਾ ਸੀਗਾ ਰੂਲ ਚੇਂਜ ਕੀਤਾ। ਇਹ ਕੀ ਕਹਿੰਦੇ ਆ ਕਿ ਜਿਹੜੀ 2022 ਦੀ ਪਾਲਿਸੀ ਆ ਬਾਈਡਨ ਦੀ, ਉਹ ਕਾਂਗਰਸ ਦੇ ਇਰਾਦੇ ਨਾਲ ਮੈਚ ਨਹੀਂ ਹੁੰਦੀ, ਬਹੁਤ ਜ਼ਿਆਦਾ ਰਿਸਟ੍ਰਿਕਟਿਵ ਹੈ, ਸਿਰਫ 2 ਹੀ ਚੀਜ਼ਾਂ ਦੀ ਗੱਲ ਕਰਦੀ ਹੈ, ਕੈਸ਼ ਦੀ ਤੇ ਲੌਂਗ ਟਰਮ ਕੇਅਰ ਦੀ। ਪਰ ਜਿਹੜੇ ਬਾਕੀ ਬੈਨੀਫਿਟ ਜਿਹੜੇ ਹੈਗੇ ਆ, ਉਹ ਵੀ ਸਾਨੂੰ ਦੇਖਣੇ ਪੈਣੇ ਆ। ਸੋ ਜਿਹੜਾ ਨਵਾਂ ਰੂਲ ਹੁਣ ਟਰੰਪ ਨੇ ਬਣਾਇਆ ਤਾਂ ਕਿ ਇਹਨੂੰ ਲੀਗਲ ਚੈਲੰਜ ਨਾ ਆਵੇ, ਇਹ ਕੀ ਕਹਿੰਦਾ ਹੈ ਕਿ ਕਾਂਗਰਸ ਨੇ ਅਫਸਰਾਂ ਨੂੰ ਪਾਵਰ ਦਿੱਤੀ ਹੈ, ਤੁਸੀਂ ਦੇਖਣਾ ਕਿ ਕਿੱਦਾਂ ਉਹਨਾਂ ਦੀ ਡਿਸਕ੍ਰਿਸ਼ਨ ਤੇ ਛੱਡਤਾ ਹੈ ਸਾਰਾ ਕੁਝ, ਡਿਸਕ੍ਰਿਸ਼ਨ ਤੇ ਛੱਡਤਾ। ਉਹ ਕਹਿੰਦੇ ਕਿ ਤੁਸੀਂ ਹਰੇਕ ਚੀਜ਼ ਦੇਖਣੀ। ਇਹਨਾਂ ਨੇ ਕਿਸੇ ਵੀ ਚੀਜ਼ ਦਾ ਨਾਮ ਨਹੀਂ ਲਿਆ ਕਿ ਮੈਡੀਕੇਡ ਹੈਗੀ ਕਿ ਨਹੀਂ ਹੈਗੀ। ਸੋ ਸ਼ੈਤਾਨੀ ਇਹਨਾਂ ਨੇ ਇਹ ਕੀਤੀ, ਇਹਨਾਂ ਨੇ ਆਫਿਸਰ ਤੇ ਛੱਡਤਾ, ਜਿਹੜਾ ਲਾਅ ਉਹ ਆਫਿਸਰ ਤੇ ਕਹਿੰਦਾ। ਹੁਣ ਆਫਿਸਰ ਇਹ ਕੀ ਕਰਦੇ ਆ, ਆਫਿਸਰ ਨੂੰ ਅਟਾਰਨੀ ਜਨਰਲ ਕਹਿਣਾ ਜੀ ਮੈਮੋ ਘਲਤਾ। ਹੁਣ ਦੇਖੋ ਜੇ ਮੈਮੋ ਘੱਲੂਗੇ ਤਾਂ ਉਹ ਲਾਅ ਸੂਟ ਹੋ ਜਾਣਾ ਉਹਦੇ ਉੱਤੇ। ਹੁਣ ਆਫਿਸਰ ਜਾਂ ਜੱਜ ਜਾਂ ਕੋਈ ਵੀ ਆ, ਉਹਨਾਂ ਦੀ ਤੁਸੀਂ ਕਹਿ ਲਓ ਕਿ ਚਾਬੀ ਨਾਲ ਥੋੜਾ ਜਿਹਾ ਉਹਨਾਂ ਨੂੰ ਟਾਈਟ ਕਰਕੇ ਸਾਰਿਆਂ ਨੂੰ ਆਲਰੇਡੀ ਰੱਖਿਆ ਹੋਇਆ ਵੀਜ਼ੇ ਵੂਜ਼ੇ, ਤੇ ਵੈਸੇ ਵੀ ਜਿਹੜੇ ਦਿੰਦੇ। ਸੋ ਉਹਨਾਂ ਨੇ ਕੀ ਕੀਤਾ ਕਿ ਲਿਟੀਗੇਸ਼ਨ ਵਾਲੇ ਭੰਬਲ ਭੂਸੇ 'ਚ ਪੈਣ ਹੀ ਨਾ, ਇਹਨਾਂ ਨੇ ਬੇਸਿਕਲੀ ਜਨਰਲ ਜਿਹਾ ਰੱਖਿਆ ਕਿ ਉਹ ਆਫਿਸਰ ਦੀ ਮਰਜ਼ੀ ਹੈਗੀ ਆ। ਹੁਣ ਸ਼ੋਰ ਜੇ ਕੋਈ ਕਿਤੇ ਕੋਈ ਚੰਗਾ ਆਫਿਸਰ ਉਹ ਕਰ ਦੂਗਾ, ਪਰ ਆਫਿਸਰ ਦੇ ਵੀ ਉੱਤੇ ਸੀਨੀਅਰ ਹੁੰਦੇ ਹੋਣੇ ਆ, ਅੱਖਾਂ ਦਿਖਾਉਣ ਵਾਲੇ, ਤੇ ਕਈ ਹੁੰਦੀਆਂ ਹੋਣੀਆਂ, ਰਾਈਟ। ਤੇ ਉਸ ਕਰਕੇ ਜਿਹੜਾ ਸੀਗਾ ਇਹ ਰੂਲ ਜਿਹੜਾ ਸੀਗਾ ਕਾਫੀ ਡੇਂਜਰਸ ਆ। ਇਹਦੇ ਵਿੱਚ ਹੁਣ ਨਵੇਂ ਰੂਲ ਦੇ ਵਿੱਚ ਕੋਈ ਮੈਡੀਕੇਡ, ਸਨੈਪ, ਹਾਊਸਿੰਗ ਕੋਈ ਵੀ ਇਦਾਂ ਦੀ ਚੀਜ਼ ਨਹੀਂ ਲਿਖੀ। ਇਹ ਕਹਿੰਦੇ ਆ ਕਿ ਕੋਈ ਵੀ ਸਿੰਗਲ ਫੈਕਟਰ ਨਹੀਂ ਹੋਣਾ ਚਾਹੀਦਾ, ਆਫਿਸਰ ਨੇ ਜਿਹੜਾ ਸੀਗਾ ਸਾਰੇ ਫੈਕਟਰ ਜਿਹੜੇ ਦੇਖਣੇ ਆ। ਤੇ ਇਹਦੇ ਵਿੱਚ ਜਿਹੜੇ ਹੁਣ ਲੋਕੀ ਬਾਹਰ ਵੀਜ਼ਾ ਲੈਣ ਜਾਓਗੇ, ਫੈਮਿਲੀ ਵਾਲੇ ਜਾਂ ਜਿਹੜਾ ਨੇ ਇੱਥੇ 485 ਕੀਤਾ, ਠੀਕ ਆ, ਤੇ ਜਾਂ ਫਿਰ ਵੀਜ਼ਾ ਲੱਗਣ ਤੋਂ ਬਾਅਦ ਉਹ ਇੱਥੇ ਵਾਪਸ ਵੀ ਆ ਰਹੇ ਆ, ਘੁੰਮਣ ਫਿਰਨ ਆ ਰਹੇ ਆ। ਤੇ ਮੋਸਟਲੀ ਉਦਾਂ ਦੇ ਲੋਕ ਇਹਦੇ ਵਿੱਚ ਆਉਗੇ ਜਿਹੜੇ ਹੁਣ ਘਰ ਦੇ ਆ, ਜਿਹਨਾਂ ਦੇ ਏਜਡ ਘਰ ਦੇ ਆ। ਉਹਨੂੰ ਹੁਣ ਜੇ ਆਫਿਸਰ ਸਿੱਧੇ ਡਿਨਾਈ ਕਰਦੇ ਕਿ ਨਹੀਂ ਤੁਸੀਂ ਏਜਡ ਆ, ਤੁਸੀਂ ਕੰਮ ਨਹੀਂ ਕਰ ਸਕਦੇ, ਤੁਹਾਡੇ ਕੋਲ ਡਿਗਰੀ ਨਹੀਂ ਆ, ਮੈਨੂੰ ਲੱਗਦਾ ਕਿ ਤੁਸੀਂ ਜਾ ਕੇ ਬਰਡਨ ਬਣ ਜਾਣਾ, ਤੇ ਦੈਟਸ ਇਟ। ਵੀਜ਼ਾ ਡਿਨਾਈ, ਭਾਵੇਂ ਤੁਸੀਂ ਕਿੰਨੀ ਦੇਰ ਮਰਜ਼ੀ ਵੇਟ ਕੀਤੀ ਹੈ, ਠੀਕ ਹੈ। ਭੈਣ ਭਰਾ ਵਾਲੇ ਕੇਸ ਆ, ਉਹਨੂੰ ਤੁਸੀਂ 15 ਸਾਲ ਵੇਟ ਕੀਤੀ ਆ, ਪਰ ਉਹ ਕਹੋਗੇ ਕਿ ਨਹੀਂ ਤੁਹਾਡੀ ਉਮਰ ਜ਼ਿਆਦਾ, ਤੁਹਾਡੇ ਕੋਲ ਤੁਹਾਡਾ ਜਿਹੜਾ ਯੂਐਸ ਸਿਟੀਜ਼ਨ ਦਾ ਰਿਲੇਟਿਵ ਆ ਉਹਨੇ ਵੀ ਬੈਨੀਫਿਟ ਲਏ ਆ, ਉਹ ਆਪ ਬੈਨੀਫਿਟ ਲੈਂਦਾ, ਤੇ ਤੁਹਾਨੂੰ ਕਿੱਦਾਂ ਰੱਖੂਗਾ। ਸੋ ਇਹ ਕਈ ਚੀਜ਼ਾਂ ਹੁਣ ਮਤਲਬ ਕਿ ਖੋਲ੍ਹਤਾ ਇਹਨਾਂ ਨੇ ਪਟਾਰਾ, ਤੇ ਉਹਨਾਂ ਕੋਲ ਹੋਰ ਬਹਾਨੇ ਜਿਹੜੇ ਆ ਗਏ ਆ, ਤੇ ਉਹ ਕੇਸ ਡਿਨਾਈ ਕਰ ਸਕਦੇ ਆ। ਇਹਦੇ ਵਿੱਚ ਥੋੜਾ ਜਿਹਾ ਹੋਰ ਐਕਸਪੈਂਡ ਕਰਕੇ ਅਟਾਰਨੀ ਜਨਰਲ ਜੀ ਜਿਹੜਾ ਉਹ ਦੱਸਿਓ ਵੀ ਇਹ ਜਿਹੜੇ ਹੁਣ ਰੂਲ ਚੇਂਜ ਹੋਏ, ਇਹਦੇ ਨਾਲ ਇਫੈਕਟ ਕੌਣ ਜਿਹੜੇ ਉਹ ਹੋ ਰਹੇ ਆ। ਜਿੱਦਾਂ ਮੈਡੀਕੇਡ ਦੀ ਵੀ ਤੁਸੀਂ ਗੱਲ ਕੀਤੀ, ਵਿੱਚ ਸਨੈਪ ਦੀ, ਮੈਡੀਕੇਡ ਦੀ ਵੀ, ਕੀ ਇਹ ਜਿਹੜੀਆਂ ਚੀਜ਼ਾਂ ਆ, ਜੇ ਆਪਾਂ ਮੈਡੀਕੇਡ ਤੇ ਸਨੈਪ ਵਾਲੀ ਜਿਹੜੀ ਉਹ ਗੱਲ ਕਰੀਏ, ਕੀ ਇਹਦੇ ਨਾਲ ਵੀ ਡਿਨਾਇਲ ਜਿਹੜਾ ਉਹ ਹੋਊਗਾ? ਮਤਲਬ ਉਹਨਾਂ ਨੇ ਸਿਰਫ ਉਹ ਚੀਜ਼ ਨੂੰ ਕਹਿ ਕੇ ਨਹੀਂ ਕਰਨਾ, ਪਰ ਉਹਨਾਂ ਨੇ ਓਵਰਆਲ ਜਿਹਾ ਬਹਾਨਾ ਜਿਹਾ ਲਾ ਕੇ ਆਪਣਾ ਕਰ ਦਿਆ ਕਰਨਾ। ਠੀਕ ਆ। ਸੋ ਕਿਹੜੇ ਮੇਨ ਲੋਕ ਇਸ ਦੇ ਨਾਲ ਜਿਹੜੇ ਫਿਰ ਹੁਣ ਇਫੈਕਟ ਹੋਣਗੇ? ਜੇ ਆਪਣੀ ਕਮਿਊਨਿਟੀ ਦੇ ਵਿੱਚੋਂ ਗੱਲ ਕਰੀਏ, ਉਹਨਾਂ ਦੀਆਂ ਕਿਹੜੀਆਂ ਸਰਵਿਸਿਜ਼ ਜਿਹੜੀਆਂ ਉਹ ਯੂਜ਼ ਕਰਦੇ ਜਿਹਦੇ ਕਰਕੇ ਇਹ ਡਿਨਾਈ ਹੋਣ ਦੇ ਚਾਂਸ ਹੈਗੇ? ਸੋ ਉਹੀ ਤਾਂ ਚੀਜ਼ ਉਹਨਾਂ ਨੇ ਕੋਈ ਏਦਾਂ ਦੀ ਦੱਸੀ ਨਹੀਂ ਕਿ ਕੋਈ ਸਰਵਿਸ ਜਾਂ ਏਦਾਂ। ਉਹਨਾਂ ਨੇ ਤਾਂ ਬੰਦੇ ਰੋਕਣੇ ਆ, ਉਹਨਾਂ ਨੂੰ ਬਹਾਨਾ ਚਾਹੀਦਾ। ਤੇ ਬਹਾਨਾ ਉਹਨਾਂ ਦਾ ਕੀ ਹੋ ਸਕਦਾ? ਕਿਸੇ ਨੂੰ ਕੋਈ ਡਿਜ਼ੀਜ਼ ਆ, ਬਿਮਾਰੀ ਆ, ਹਨਾ,
ਤੇ ਉਹ ਤੁਹਾਨੂੰ ਪਤਾ ਉੱਥੇ ਮੈਡੀਕਲ ਟੈਸਟ ਵਗੈਰਾ ਵੀ ਸਾਰੇ ਜਿਹੜੇ ਕਰਦੇ ਆ, ਜੇ ਕਿਸੇ ਨੂੰ ਕੋਈ ਡਿਜ਼ੀਜ਼ ਆ ਉਹਦੇ ਬੇਸ ਤੇ ਉਹ ਡਿਨਾਈ ਜਿਹੜਾ ਕਰ ਸਕਦੇ ਆ। ਉਹ ਇਹ ਕਹਿ ਸਕਦੇ ਆ ਕਿ ਤੁਹਾਡੀ ਉਮਰ ਜ਼ਿਆਦਾ, ਤੁਹਾਡੇ ਕੋਲ ਡਿਗਰੀ ਨਹੀਂ, ਕੋਈ ਸਕਿੱਲ ਨਹੀਂ, ਤੁਸੀਂ ਕੋਈ ਨੌਕਰੀ ਨਹੀਂ ਕਰ ਸਕਦੇ, ਉਹ ਚੀਜ਼ ਤੇ ਉਹ ਡਿਨਾਈ ਕਰ ਸਕਦੇ ਆ। ਉਹ ਤੁਹਾਡੇ ਜਿਹੜਾ ਯੂਐਸ ਸਿਟੀਜ਼ਨ ਸੀਗਾ ਉਹਦਾ ਓਵਰਆਲ ਦੇਖ ਸਕਦੇ ਆ ਕਿ ਇਹਦੀ ਆਪਣੀ ਇਨਕਮ ਘੱਟ ਆ, ਜਿਹੜਾ ਆਪਾਂ ਕੋ ਸਪਾਂਸਰ ਲਾ ਕੇ ਪਹਿਲਾਂ ਆਪਾਂ ਕਰ ਲੈਂਦੇ ਸੀਗੇ, ਉਹ ਇਹ ਬਹਾਨਾ ਮਾਰ ਸਕਦੇ ਆ ਕਿ ਕੋ ਸਪਾਂਸਰ ਇਨਫ ਨਹੀਂ ਹੈਗਾ। ਹੁਣ ਕਈ ਬੰਦੇ ਜਿੱਦਾਂ ਸੀਗੇ ਉਹ ਇਨਕਮ ਨਹੀਂ ਆਪਣੀ ਉਹਨਾਂ ਨੇ ਸ਼ੋਅ ਕੀਤੀ ਹੁੰਦੀ ਹੈ, ਟੈਕਸ ਭਰਿਆ ਹੁੰਦਾ, ਉਹ ਜਦੋਂ ਸਪਾਂਸਰ ਕਰਦੇ ਆ ਉਹਨਾਂ ਨੂੰ ਪ੍ਰੋਬਲਮ ਜਿਹੜੀ ਆ ਸਕਦੀ ਆ। ਤੇ ਬੈਕਗਰਾਉਂਡ ਚੈੱਕ ਕਰ ਸਕਦੇ ਆ ਕਿ ਇਹਨਾਂ ਨੇ ਪਹਿਲਾਂ 3 ਸਾਲ ਪਹਿਲਾਂ ਕਿੱਦਾਂ ਇਹਨਾਂ ਦੇ ਟੈਕਸਿਸ ਆ, ਬੇਸਿਕਲੀ ਟੈਕਸਿਸ ਜ਼ਿਆਦਾ ਜਾ ਸਕਦੇ ਆ। ਸੋ ਫਾਈਨੈਂਸ਼ੀਅਲ ਬਹਾਨੇ ਜਿਹੜੇ ਲਾ ਸਕਦੇ ਆ। ਜੀ ਜੀ ਨਹੀਂ ਬਿਲਕੁਲ ਜਿਹੜਾ ਉਹ ਠੀਕ ਆ। ਤੇ ਟਰਨੀ ਟਿਕਾ ਨਹੀਂ, ਚਲੋ ਇਹ ਤਾਂ ਹੁਣ ਹੋ ਗਿਆ ਪਬਲਿਕ ਚਾਰਜ ਨੂੰ ਲੈ ਕੇ ਵੀ ਬਾਈਡਨ ਵਾਲੀ ਜਿਹੜੇ ਪ੍ਰਸ਼ਾਸਨ ਦੀ ਸੀਗੀ ਉਹਨਾਂ ਨੇ ਹੁਣ ਵਾਪਸ ਲੈ ਲਈ ਆ। ਆਪਣਾ ਇਹਨਾਂ ਨੇ ਇੱਕ ਬਰੋਡ ਇੱਕ ਨਵਾਂ ਕਹਿ ਸਕਦੇ ਆ ਵੀ ਉਹ ਰੈਗੂਲੇਸ਼ਨ ਨੂੰ ਵਾਪਸ ਲੈ ਕੇ ਸਾਰੀ ਜਿਹੜੀ ਪਾਵਰ ਆ ਉਸ ਅਫਸਰ ਦੇ ਹੱਥ ਦੇ ਵਿੱਚ ਦਿੱਤੀ ਆ ਵੀ ਉਹਨੇ ਦੇਖਣਾ ਵੀ ਹਾਂ ਇਹ ਭਾਰਤ ਨਹੀਂ ਆ, ਇਹ ਤੁਹਾਨੂੰ ਲੱਗਦਾ ਤਾਂ ਨਹੀਂ ਆ ਵੀ ਅਮਰੀਕਾ ਦੇ ਉੱਤੇ ਜਿਹੜਾ ਭਾਰ ਪਊਗਾ, ਤੇ ਜੇ ਉਹ ਇਸ ਤਰੀਕੇ ਦੇ ਨਾਲ ਆ ਤਾਂ ਉਹਦਾ ਰਿਜੈਕਟ ਜਿਹੜਾ ਉਹ ਕੀਤਾ ਜਿਹੜਾ ਉਹ ਜਾ ਸਕਦਾ ਆ। ਇਹ ਜਿਹੜਾ ਪਬਲਿਕ ਚਾਰਜ ਹੈ ਤੇ ਕਿਹੜੀਆਂ ਚੀਜ਼ਾਂ ਰਿਜੈਕਟ ਹੋ ਸਕਦੀਆਂ? ਕੀ ਅਸਾਈਲਮ ਦਾ ਕੇਸ ਰਿਜੈਕਟ ਹੋਣਾ ਆ, ਗ੍ਰੀਨ ਕਾਰਡ ਦੇ ਲਈ ਰਿਜੈਕਸ਼ਨ ਆ ਸਕਦੀ ਹੈ, ਕਿਹੜੀਆਂ ਚੀਜ਼ਾਂ ਦੇ ਉੱਤੇ, ਕਿਹੜੇ ਕੇਸਿਸ ਦੇ ਉੱਤੇ ਜਿਹੜਾ ਅਸਰ ਇਹ ਪਬਲਿਕ ਚਾਰਜ ਦੇ ਕਰਕੇ ਪੈ ਸਕਦਾ ਹੈ? ਨਹੀਂ, ਅਸਾਈਲਮ ਵਾਲੇ ਦੇ ਉੱਤੇ ਨਹੀਂ ਪਬਲਿਕ ਚਾਰਜ ਦਾ ਅਸਰ ਪੈਂਦਾ। ਠੀਕ ਹੈ ਜੀ। ਵਾਲਾ ਜਾਂ ਜਦੋਂ ਅਸਾਈਲਮ ਵਾਲਾ 730 ਕਰਕੇ ਆਪਣੇ ਫੈਮਿਲੀ ਨੂੰ ਮੰਗਾਉਂਦਾ ਉਹਨਾਂ ਤੇ ਨਹੀਂ ਅਸਰ ਪੈਂਦਾ। ਪਰ ਹੁਣ ਜਿਹੜਾ ਅਸਾਈਲਮ ਵਾਲਾ ਜੋ ਬੈਨੀਫਿਟ ਤੇ ਹੈਗਾ, ਤੇ ਕੱਲ ਨੂੰ ਉਹ ਗ੍ਰੀਨ ਕਾਰਡ ਬਣਨ ਤੋਂ ਬਾਅਦ ਜਿਹੜਾ ਆਪਣੇ ਸਪਾਊਸ ਨੂੰ ਜਦੋਂ ਮੰਗਾਉਂਦਾ, ਹੁਣ ਉਹ ਅਸਾਈਲਮ ਵਾਲੀ ਕੈਟਾਗਰੀ ਨਹੀਂ ਰਹੀ, ਹੁਣ ਉਹ ਕੈਟਾਗਰੀ ਚੇਂਜ ਹੋ ਗਈ, ਉੱਤੇ ਅਸਰ ਜਿਹੜਾ ਪੈ ਸਕਦਾ। ਜਿਹੜੇ ਨਾਰਮਲ ਵਿਆਹ ਸ਼ਾਦੀ ਵਾਲੇ ਜਿਹੜੇ ਕੇਸ ਆ, ਭੈਣ ਭਰਾ ਵਾਲੇ, ਮਾਪਿਆਂ ਵਾਲੇ ਜਿਹੜੇ ਕੇਸ ਆ, ਉਹਨਾਂ ਤੇ ਫਰਕ ਜਿਹੜਾ ਪੈ ਸਕਦਾ, ਪਰ ਜਿਹੜੇ ਅਸਾਈਲਮ ਰਿਫਿਊਜੀ ਜਿਹੜੇ ਹੈਗੇ ਆ ਉਹਨਾਂ ਤੇ ਨਹੀਂ ਕੋਈ ਫਰਕ ਪੈ ਸਕਦਾ। ਠੀਕ ਹੈ। ਤੇ ਅੱਜ ਕੱਲ ਕਾਫੀ ਇਹ ਵੀ ਚਰਚਾ ਐਫੀਡੇਵਿਟ ਆਫ ਸਪੋਰਟ ਨੂੰ ਲੈ ਕੇ, ਜਿਹੜੀ ਫਾਈਨੈਂਸ਼ੀਅਲ ਸਪੋਰਟ ਲੋਕ ਇੱਕ ਦੂਜੇ ਦੇ ਲਈ ਕਰ ਦਿੰਦੇ ਸੀਗੇ, ਉਹਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਚਰਚਾਵਾਂ ਜਿਹੜੀਆਂ ਚੱਲ ਰਹੀਆਂ ਆ। ਉਹਦੇ ਵਿੱਚ ਵੀ ਕਈ ਲੋਕਾਂ ਦਾ ਇਹ ਕਹਿਣਾ ਆ ਵੀ ਇਹ ਐਕਸੈਪਟ ਨਹੀਂ ਕਰ ਰਹੇ, ਨਹੀਂ ਲੈ ਰਹੇ ਜਾਂ ਕਿੱਦਾਂ ਹੈ, ਉਹਦੇ ਬਾਰੇ ਕੀ ਕੁਝ ਆਪਣੇ ਕੋਲ ਸਾਹਮਣੇ ਹੈ, ਕੁਝ ਪਤਾ ਲੱਗ ਰਿਹਾ ਕੀ ਚੱਲ ਰਿਹਾ ਇਸ ਚੀਜ਼ ਨੂੰ ਲੈ ਕੇ? ਇੱਕ ਵਾਰੀ ਦੁਬਾਰਾ ਰੀਫਰੇਸ ਕਰੋਗੇ ਆਪਣਾ ਕੁਐਸਚਨ? ਜੀ ਮੈਂ ਪੁੱਛਣਾ ਚਾਹੁੰਦਾ ਵੀ ਕਈ ਲੋਕਾਂ ਦਾ ਇਹ ਕਹਿਣਾ ਸੀਗਾ, ਇਹ ਕਹਿ ਰਹੇ ਆ ਵੀ ਜਿਹੜੇ ਫਾਈਨੈਂਸ਼ੀਅਲ ਜਿਹੜੀ ਸਪੋਰਟ ਆ ਆਪਣੇ ਕਿਸੇ ਪਰਿਵਾਰਕ ਮੈਂਬਰ ਨੂੰ ਸੱਦਣ ਦੇ ਲਈ ਜਦੋਂ ਕਹਿੰਦੇ ਆ, ਤਾਂ ਉਹ ਕਈ ਵਾਰੀ ਬੰਦੇ ਕੋਲ ਕਹਿੰਦਾ ਵੀ ਮੈਂ ਫਾਈਨੈਂਸ਼ੀਅਲੀ ਇੰਨਾ ਸਟੇਬਲ ਨਹੀਂ, ਤੇ ਉਹ ਆਪਣੇ ਕਿਸੇ ਹੋਰ ਫਰੈਂਡ ਦੀ ਜਾਂ ਪਰਿਵਾਰਕ ਮੈਂਬਰ ਦੀ ਜਿਹੜੀ ਫਾਈਨੈਂਸ਼ੀਅਲ ਸਪੋਰਟ ਵਾਲਾ ਜਿਹੜਾ ਡਾਕੂਮੈਂਟ ਨਾਲ ਲਾਉਂਦੇ ਆ, ਕੀ ਉਹ ਚੀਜ਼ਾਂ ਨੂੰ ਉਸ ਚੀਜ਼ ਦੇ ਆਧਾਰ ਦੇ ਉੱਤੇ ਵੀ ਲੋਕਾਂ ਨੂੰ ਰਿਜੈਕਟ ਕੀਤਾ ਜਿਹੜਾ ਉਹ ਜਾ ਰਿਹਾ ਆ? ਇਹ ਲੋਕਾਂ ਦਾ ਕਹਿਣਾ ਹੈ ਵੀ ਹਾਂ ਸਾਡੇ ਨਾਲ ਇਦਾਂ ਹੋਇਆ ਆ, ਕੀ ਵਾਕਈ ਇਸ ਦੇ ਵਿੱਚ ਰਿਐਲਿਟੀ ਆ? ਹਾਂਜੀ ਰਿਐਲਿਟੀ ਹੈਗੀ ਆ। ਇਹਦੇ ਵਿੱਚ ਜਿਹੜੇ ਕੋ ਸਪਾਂਸਰ ਦੇ ਆਪਾਂ ਵੇਖੇ ਵੀ ਆ, ਤੇ ਕੇਸ ਜਿਹੜੇ ਸੀਗੇ ਬਹਾਨਾ ਉਹ ਲਾ ਸਕਦੇ ਆ ਜੇ ਮੇਨ ਸਪਾਂਸਰ ਦੀ ਇਨਕਮ ਕਾਫੀ ਘੱਟ ਆ। ਜੇ ਕੋਈ ਬੰਦਾ ਕਹੇ ਮੇਰੀ 10,000 ਇਨਕਮ ਆ ਤੇ ਬਾਕੀ ਸਾਰਾ ਉਹ ਕੋ ਸਪਾਂਸਰ ਦੇ ਉੱਤੇ ਸੁੱਟ ਰਿਹਾ, ਸੋ ਪਹਿਲਾਂ ਜਿਹੜਾ ਚੱਲ ਜਾਂਦਾ ਸੀਗਾ, ਮਤਲਬ ਹੁਣ ਉਹ ਸਿਰਫ ਡਾਇਰੈਕਟਲੀ ਇੱਕ ਆਹ ਚੀਜ਼ ਕਰਕੇ ਨਹੀਂ ਉਹ ਕਰੂਗੇ, ਪਰ ਉਹਨਾਂ ਨੇ ਓਵਰਆਲ ਜਿਹੜਾ ਉਹ ਕਰ ਦੇਣਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਆਪਣੀ ਜ਼ਿੰਮੇਵਾਰੀ ਸਾਂਭ ਸਕਣੀ ਹੈ। ਮਤਲਬ ਉਹਨਾਂ ਨੇ ਐਜੂਕੇਸ਼ਨ ਵਾਲਾ ਐਂਗਲ, ਹੈਲਥ ਵਾਲਾ ਐਂਗਲ, ਏਜ ਊਜ ਸਾਰਾ ਕੁਝ ਜਿਹੜਾ ਲਾ ਕੇ ਹੀ ਉਹਨਾਂ ਨੇ ਡਿਨਾਈ ਕਰਿਆ ਕਰਨਾ। ਠੀਕ ਆ। ਸੋ ਓਵਰਆਲ ਸਾਰੀਆਂ ਚੀਜ਼ਾਂ ਨੂੰ ਇਸ ਚੀਜ਼ ਦੇ ਵਿੱਚ ਐਕਸਪੈਂਡ ਜਿਹੜਾ ਉਹ ਕੀਤਾ ਜਾ ਰਿਹਾ ਆ। ਤੇ ਅਟਾਰਨੀ ਤੇ ਕਹਿਣਾ ਜੀ ਇਹ ਵੀ ਹੁਣ ਥੋੜਾ ਜਿਹਾ ਦੱਸਿਓ, ਆਪਾਂ ਥੋੜੇ ਅਦਾਲਤਾਂ ਵੱਲ ਨੂੰ ਜਿਹੜਾ ਵੱਧਦੇ ਆ, ਕੀ ਸਿਚੁਏਸ਼ਨ ਆ ਕੋਰਟ ਸਿਸਟਮ ਦੇ ਵਿੱਚ, ਕਿੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਜਿਹੜੇ ਪਬਲਿਕ ਪ੍ਰੋਸੀਕਿਊਟਰ ਆ, ਜਿਹੜੇ ਸਰਕਾਰੀ ਵਕੀਲ ਆ ਤੇ ਜਿਹੜੇ ਜੱਜ ਆ, ਉਹਨਾਂ ਦੇ ਮੂੰਹੋਂ ਸੁਣਨ ਨੂੰ ਮਿਲ ਰਹੀਆਂ ਆ, ਜਾਂ ਕੀ ਹੋ ਰਿਹਾ ਅਦਾਲਤਾਂ ਦੇ ਵਿੱਚ? ਅਦਾਲਤਾਂ ਦੇ ਵਿੱਚ ਮਤਲਬ ਜੱਜ ਤੋਂ ਜੱਜ ਡਿਪੈਂਡ ਕਰਦਾ। ਕੱਲ ਆਪਣਾ ਇੱਕ ਸਿਆਟਲ ਦੇ ਵਿੱਚ ਕੇਸ ਪਾਸ ਹੋਇਆ ਸੀਗਾ, ਮਤਲਬ ਕਿ ਉੱਪਰੋਂ BIA ਤੋਂ ਰਿਮਾਂਡ ਵਗੈਰਾ ਹੋ ਕੇ ਸਾਰਾ ਜਿਹੜਾ ਸੀਗਾ, ਤੇ ਜ਼ਿਆਦਾਤਰ ਜਿਹੜੇ ਸੀਗੇ ਜੱਜ ਡਿਨਾਈ ਕਰਦੇ ਆ, ਕੇਸ ਉੱਪਰ ਨੂੰ ਜਾਂਦੇ ਆ। ਅਪੀਲਾਂ ਦੇ ਵਿੱਚ ਜਿਹੜੀ ਫਾਈਟ ਜਿਹੜੀ ਜ਼ਿਆਦਾ ਇਸ ਵੇਲੇ ਹੋਈ ਹੈ, ਫਿਰ ਅਪੀਲਾਂ ਤੋਂ ਜਦੋਂ ਥੱਲੇ ਆਉਂਦੇ ਆ ਤੇ ਉਦੋਂ ਜੱਜ ਫਿਰ ਥੋੜੇ ਡਰ ਜਾਂਦੇ ਆ, ਸਰਕਟ ਕੋਰਟ ਵਾਲਿਆਂ ਤੋਂ ਡਰਦੇ ਵੀ ਆ, ਤੇ ਉੱਥੇ ਜਾ ਕੇ ਜਿਹੜਾ ਕੇਸ ਜਿਹੜਾ ਪਾਸ ਹੁੰਦਾ। ਤੇ ਕੋਰਟ ਦੇ ਵਿੱਚ ਇਦਾਂ ਕਿ ਓਵਰਆਲ ਜੇ ਤੁਸੀਂ ਕਹੀਏ, ਜੇ ਤਾਂ ਸੱਚ ਬੋਲਣਾ ਹੋਵੇ ਹੈ ਨਾ, ਕਿ ਮਤਲਬ ਸਿੱਧੀ ਗੱਲ ਸਪਸ਼ਟ ਜਿਹੜੀ ਕਰਨੀ ਹੋਵੇ, ਉਹ ਇਦਾਂ ਕਿ ਜਿਹੜੇ ਇੱਕ ਤੁਸੀਂ ਵੰਡ ਸਕਦੇ ਆ ਲੋਟ ਦੇ ਵਿੱਚ, ਕਿ ਜਿਹੜੇ ਪੁਰਾਣੇ ਬੰਦੇ ਆਏ ਆ ਉਰੇ, ਤੇ ਇੱਕ ਜਿਹੜੇ ਬਿਲਕੁਲ ਨਵੇਂ ਬੰਦੇ ਜਿਹੜੇ ਹੁਣੇ ਰੀਸੈਂਟਲੀ ਜਿਹੜੇ ਆਏ ਸੀਗੇ। ਤੇ ਇਹਦੇ ਵਿੱਚ ਜਿਹੜਾ ਤੁਸੀਂ ਦੇਖ ਲਓ ਕਿ ਇੱਕ ਬਿਲਕੁਲ ਹੀ ਮਾਹੌਲ ਜਿਹਾ ਜਿਹੜਾ ਪੂਰਾ ਹੀ ਚੇਂਜ ਹੋ ਗਿਆ ਆਪਣਾ
ਕਈ ਸਾਰੀਆਂ ਚੀਜ਼ਾਂ ਜਿਹੜੀਆਂ ਕ੍ਰਾਈਮ ਦੇ ਵਿੱਚ ਵਾਧਾ ਕਿੰਨਾ ਜ਼ਿਆਦਾ ਜਿਹੜਾ ਹੈਗਾ। ਕਾਫੀ ਸਾਰੇ ਬੰਦੇ ਜਿਹੜੇ ਹੈਗੇ ਆ ਉਹ ਪੱਕੇ ਹੋਣਾ ਵੀ ਨਹੀਂ ਚਾਹੁੰਦੇ, ਉਹਨਾਂ ਨੂੰ ਪਤਾ ਕਿ ਨਹੀਂ ਵੀ ਹੋ ਸਕਦੇ, ਜਾਂ ਰਿਕਾਰਡ ਵਗੈਰਾ ਵੀ ਮਾੜੇ ਆ ਕਈਆਂ ਦੇ। ਤੇ ਉਹਦੇ ਵਿੱਚ ਉਹਨਾਂ ਨੂੰ ਇਦਾਂ ਹੈਗਾ ਕਿ ਕੇਸ ਕੂਸ ਦੇ ਉੱਤੇ ਤਾਂ ਬਿਲਕੁਲ ਕਿਸੇ ਦਾ ਫੋਕਸ ਨਹੀਂ ਆ ਕਈ ਵਾਰੀ, ਜਿਹੜਾ ਆਪਾਂ ਦੇਖਦੇ ਆ। ਤੇ ਜਿਹੜੇ ਅਪੀਲਾਂ ਪੂਲਾਂ ਦੇ ਵਿੱਚ ਜਿਹੜੇ ਕੇਸ ਜਿਹੜੇ ਜਾਂਦੇ ਆ ਹਨਾ, ਕਈ ਪਬਲਿਕ ਅਵੇਲੇਬਲ ਇਨਫੋਰਮੇਸ਼ਨ ਜਿਹੜੀ ਹੁੰਦੀ ਆ, ਤੇ ਉਹਦੇ ਵਿੱਚੋਂ ਬੰਦੇ ਨੂੰ ਕਈ ਕੁਝ ਸਿੱਖਣ ਨੂੰ ਜਿਹੜਾ ਪਤਾ ਲੱਗਦਾ ਕਿ ਓਵਰਆਲ ਕੀ ਹਿਸਾਬ ਕਿਤਾਬ ਚੱਲ ਰਿਹਾ ਬਰੋਡਲੀ ਸਪੀਕਿੰਗ ਜਿਹੜਾ ਕਮਿਊਨਿਟੀ ਦੇ ਵਿੱਚ। ਤੇ ਜ਼ਿਆਦਾਤਰ ਜਿਹੜਾ ਉਹ ਇਹੀ ਆ ਕਿ ਕਾਫੀ ਸਾਰੇ ਜਿਹੜੇ ਲੋਕੀ ਸੀਗੇ ਉਹਨਾਂ ਦੀ ਉਹ ਵੀ ਵਿਚਾਰਧਾਰਾ ਕਿ ਸਮੇਟ ਕੇ ਵਾਪਸ 2-3 ਸਾਲ ਦੇ ਵਿੱਚ ਇੰਡੀਆ ਚਲਿਆ ਜਾਵੇ। ਤੇ ਉਹ ਜਿਹੜੀ ਵਿਚਾਰਧਾਰਾ ਹੁਣ ਜਦੋਂ ਕੋਰਟ ਦੇ ਵਿੱਚ ਵੀ ਝਲਕਦੀ ਆ, ਉਹਨਾਂ ਦੀ ਪਰਫਾਰਮੈਂਸ ਵੀ ਜਦੋਂ ਉਦਾਂ ਦੀ ਹੁੰਦੀ ਆ, ਤਾਂ ਉਹਨਾਂ ਜਿਹੜਾ ਦੂਜਾ ਵਿਅਕਤੀ ਆ ਜਿਹੜਾ ਸੀਰੀਅਸ ਵਾਲਾ, ਠੀਕ ਆ, ਹੁਣ ਇਹਦੇ ਵਿੱਚ ਜਿਹੜੇ ਆਮ ਸ਼ੋਰ ਜਿਹੜੇ ਇੱਥੇ ਸੁਣਦੇ ਆ ਲੌਂਗ ਟਰਮ, ਆਪਣਾ ਜਿੱਦਾਂ ਲੌਂਗ ਫਾਰਮੈਟ ਪੋਡਕਾਸਟ ਆ 1 ਘੰਟਾ 2 ਘੰਟੇ, ਸੋ ਜ਼ਾਹਰ ਦੀ ਗੱਲ ਜਿਹੜੇ ਸਾਨੂੰ ਸੁਣਨ ਵਾਲੇ ਆ ਉਹ ਸੀਰੀਅਸ ਬੰਦੇ ਹੈਗੇ। ਇਹਨੂੰ ਕੋਈ ਹੁਣ ਮਤਲਬ ਕਿਸੇ ਨੇ ਇਹ 10 ਸਕਿੰਟ ਵਾਲੀ ਵੀਡੀਓ ਵਾਲੇ ਬੰਦੇ ਨਹੀਂ ਹੈਗੇ ਹਨਾ। ਸੋ ਉਹਨਾਂ ਨੂੰ ਗੱਲ ਜਿਹੜੀ ਸੀਗੀ ਇਹਨਾਂ ਨੇ ਬਾਰ-ਬਾਰ ਆਉਣਾ, ਹਰ ਹਫਤੇ ਜਿਹੜਾ ਸੁਣਨਾ ਕਿ ਪੱਲੇ ਪੈਣੀ ਕੀ ਚੀਜ਼ ਜਿਹੜੀ ਹੈਗੀ ਆ। ਸੋ ਜਿਹੜੇ ਇਹ ਵਾਲੇ ਲੋਕ ਹੈਗੇ ਇਹ ਇਫੈਕਟ ਹੁੰਦੇ ਆ ਕਿਹੜਾ ਨਾ ਸ਼ਾਰਟ ਟਰਮ ਵਾਲਿਆਂ ਨੇ। ਉਹ ਸ਼ਾਰਟ ਟਰਮ ਵਾਲੇ ਵੀ ਜਾਂਦੇ ਕ੍ਰੈਡਿਟ ਕਾਰਡ ਤੇ ਕਿੱਦਾਂ ਚੂਨਾ ਲਾ ਦੇਣਾ, ਲੋਡ ਕਿੱਦਾਂ ਚੋਰੀ ਕਰਨੇ ਆ, ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਕੀ ਮਤਲਬ ਇਹਦੇ ਵਿੱਚ ਹੁਣ ਕੋਈ ਦੋ ਰਾਏ ਕੋਈ ਛੁਪੀ ਤਾਂ ਚੀਜ਼ ਜਿਹੜੀ ਹੈ ਨਹੀਂ, ਠੀਕ ਹੈ। ਸੋ ਉਹਦੇ ਨਾਲ ਕੀ ਹੁੰਦਾ ਕਿ ਕਈ ਓਵਰਆਲ ਸੋਸ਼ਲ ਮੀਡੀਆ ਤੇ ਜਾ ਕੇ ਵਕੀਲ ਨੂੰ ਕਹਿਣਾ ਬੜਾ ਸੌਖਾ ਜਿਹੜਾ ਹੁੰਦਾ। ਮੈਂ ਕਿਹਾ ਹੁਣ ਜਿਹੜੀਆਂ ਦੂਜੀਆਂ ਨੇ ਕਿ ਵਕੀਲ ਦੇ ਨਾਲ ਵੀ ਕਦੀ ਹੁਣ ਆਪਣੀ ਆਹ ਵਾਲੀ ਫੋਰਮ ਇਹਦੇ ਵਿੱਚ ਹੁੰਦਾ ਕਿ ਵਕੀਲ ਵੀ ਵਾਪਸ ਆਉਂਦਾ ਕਿ ਯਾਰ ਆਹ ਚੀਜ਼ਾਂ ਜਿਹੜੀਆਂ ਸੀਗੀਆਂ ਕਮਿਊਨਿਟੀ ਦੇ ਵਿੱਚ ਪ੍ਰੈਵਲੈਂਟ ਹੈਗੀਆਂ। ਉਹਦੇ ਵਿੱਚ ਕੀ ਸੀਗਾ ਕਿ ਪ੍ਰੋਬਲਮ ਹੁਣ ਕਿੱਥੇ ਆਉਂਦੀ ਹੈ ਰਾਜਕਰਨ ਜੀ, ਉਹਦੇ ਵਿੱਚ ਨਾ ਜਿਹੜੇ ਸੀਗੇ ਵਿੱਚ ਆ ਗਏ ਪੈਰਾਲੀਗਲ ਜਿਹੜੇ ਉਹ ਵਾਲੀ ਕਲਾਸ ਜਿਹੜੀ ਹੋ ਗਈ। ਹੁਣ ਕੀ ਸੀਗਾ ਕਿ ਇਹਨਾਂ ਨੇ ਜਿਹੜਾ ਸੀਗਾ ਇਹਨਾਂ ਨੇ ਆਪ ਤਾਂ ਨਹੀਂ ਕੰਮ ਕੁਮ ਜਿਹੜਾ ਕੋਈ ਕਰਨਾ, ਜਿਹੜਾ ਬੰਦਾ ਹੁਣ ਹੈ ਹੀ ਨਹੀਂ ਕੁਛ, ਇਹਦਾ ਸਾਲਮ ਹੀ ਉਹ ਆ, ਤਾਂ ਉਹਨੇ ਕਹਿਣਾ ਕਿ ਮੈਂ ਵਾਪਸ ਸਮੇਟ ਕੇ ਜਾਣਾ, ਉਹ ਵਾਲੀ ਮੈਂਟੈਲਿਟੀ ਵਾਲਾ। ਉਹਨਾਂ ਨੇ ਕੀ ਸੀਗਾ ਕਿ ਬੜਾਵਾ ਦਿੱਤਾ ਇਹਨਾਂ ਨੂੰ ਪੈਰਾਲੀਗਲਾਂ ਨੂੰ। ਹੁਣ ਤੱਕ ਵੀ ਮਤਲਬ ਕਿ ਉਹ ਪੈਰਾਲੀਗਲ ਟਰਾਂਸਲੇਟਰ ਉਹਨਾਂ ਦਾ ਕੀ ਸੀਨ ਹੁੰਦਾ ਕਿ ਜਿੱਦਾਂ ਹੁਣ ਕਿਸੇ ਦਾ ਕੇਸ ਆ, ਕਿਸੇ ਨੇ ਕੇਸ ਬਣਾਇਆ, ਇਹ ਕੀ ਕਰਦੇ ਆ ਕਿ ਜਦੋਂ ਬੰਦਾ ਗਿਆ ਕਿ ਮੇਰੀ ਟਰਾਂਸਲੇਸ਼ਨ ਕਰ ਦਿਓ ਪੰਜਾਬੀ ਦੇ ਵਿੱਚ ਹਿੰਦੀ ਦੇ ਵਿੱਚ, ਉਹਨਾਂ ਨੇ ਬੰਦੇ ਦੀ ਹੁਣ ਪੈਰਾਲੀਗਲ ਨੇ ਕਿਹੜਾ ਕੋਈ ਜਾ ਕੇ ਕਲਾਸਾਂ ਲਾਈਆਂ ਜਾਂ ਕੁਛ, ਮਤਲਬ ਬੰਦਾ ਜੇ ਪੁੱਛੇ ਕਿ ਭਾਈ ਤੂੰ ਟਰੱਕ ਕਿੱਥੇ ਚਲਾਉਣਾ ਸਿੱਖਿਆ, ਜਾਂ ਤੂੰ ਡਾਕਟਰੀ ਕਿੱਥੇ ਸਿੱਖੀ ਆ, ਜਾਂ ਤੂੰ ਵਕਾਲਤ ਕਿੱਥੇ, ਉਹਨਾਂ ਨੇ ਕੀ ਕਰਦੇ ਆ ਕਿ ਉਹ ਜਿਹੜਾ ਆਪਣਾ ਕਿਸੇ ਦਾ ਢਾਂਚਾ ਜਿਹੜਾ ਹੁੰਦਾ ਨਾ ਉਹਨੂੰ ਨਾਮ ਚੇਂਜ ਕਰਕੇ ਟਰਾਂਸਲੇਟ ਕਰਕੇ ਜਿਹੜਾ ਦੂਜਾ ਬੰਦਾ ਉਹਨੂੰ ਦੇ ਦਿੰਦੇ ਆ ਮੈਡੀਕਲ ਨਕਲੀ ਕੰਮ ਜਿਹੜਾ। ਹੁਣ ਉਹਦੇ ਵਿੱਚ ਕੀ ਸੀਗਾ ਕਿ ਜਿਹੜੀਆਂ ਅਮਰੀਕੀ ਸਰਕਾਰਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਦੇਖਿਆ ਕਿ ਇਹ ਤਾਂ ਬੜੇ ਜ਼ਿਆਦਾ ਢਾਂਚੇ ਆ ਮੈਡੀਕਲ ਜਿਹੜੇ ਫਰਾਡ ਆ ਸਾਰੇ ਹਨਾ। ਆਪਾਂ ਆ ਕੇ ਆਹ ਚੀਜ਼ਾਂ ਦੀ ਗੱਲ ਕਰਦੇ ਸੀਗੇ। ਉਹਦੇ ਵਿੱਚ ਕੀ ਸੀਗਾ ਕਿ ਕਈ ਮੱਚਦੇ ਵੀ ਬੜੇ ਲੋਕ ਸੀਗੇ, ਪਤਾ ਨਹੀਂ ਕਿਉਂ ਗੱਲ ਕਰੀ ਜਾਂਦੇ ਆ ਕਿ ਗੱਲ ਹੀ ਨਾ ਕਰੋ ਇਸ ਮੁੱਦੇ ਦੇ ਉੱਤੇ। ਪਰ ਆਪਾਂ ਗੱਲ ਕੀਤੀ ਹੈ ਹਮੇਸ਼ਾ ਕਿ ਆਹ ਚੀਜ਼ਾਂ ਜਿਹੜੀਆਂ ਪ੍ਰੋਬਲਮਾਂ ਜਿਹੜੀਆਂ ਹੈਗੀਆਂ। ਸੋ ਹੁਣ ਉਹ ਪ੍ਰੋਬਲਮ ਸੀਗੀ, ਉਹ ਪ੍ਰੋਬਲਮ ਉਦੋਂ ਵੀ ਨਹੀਂ ਸੋਲਵ ਹੁੰਦੀ ਸੀ, ਉਹ ਪ੍ਰੋਬਲਮ ਹੁਣ ਵੀ ਨਹੀਂ ਸੋਲਵ ਹੁੰਦੀ, ਕਿਉਂਕਿ ਉਹ ਚੀਜ਼ਾਂ ਹੈਗੀਆਂ ਕਿ ਹੁਣ ਕੀ ਸੀਗਾ ਕਿ ਜੱਜਾਂ ਦੇ ਮੂਹਰੇ ਜਦੋਂ ਉਹ ਚੀਜ਼ ਜਾਂਦੀ ਆ, ਹੁਣ ਜ਼ਾਹਿਰ ਜੀ ਗੱਲ ਆ ਜਿਹੜੇ ਇਹ ਬੰਦੇ ਆ ਇਹਨਾਂ ਨੂੰ ਕੋਈ ਕੇਸ ਕੂਸ ਨਾਲ ਲੈਣਾ ਦੇਣਾ ਥੋੜਾ ਨਾ ਹੋਊਗਾ, ਇਹ ਤਾਂ ਚੱਲ ਜਾਊਗੇ ਸਿੱਧੇ ਕਿ ਪੈਰਾਲੀਗਲ ਨੇ ਜਿਹਨੇ ਪਹਿਲੇ ਦਿਨ ਨਹੀਂ ਕੰਮ ਕਰਨਾ ਉਹਨੇ 10ਵੇਂ ਦਿਨ ਵੀ ਨਹੀਂ ਕਰਨਾ। ਉਹ ਜਦੋਂ ਜੱਜ ਮੂਹਰੇ ਜਾਂਦੇ ਸਵਾਲ ਜਵਾਬ ਹੁੰਦੇ ਓਬਵੀਅਸ ਜਿਹਾ ਹੁੰਦਾ। ਹੁਣ ਇਹ ਹੈ ਕਿ ਇੱਕ ਦਿਨ 'ਚ 4 ਕੇਸ ਲੱਗੇ ਆ, ਠੀਕ ਆ, ਹੁਣ ਏਦਾਂ ਦੇ ਬੰਦੇ ਤੋਂ ਬਾਅਦ ਤੁਹਾਡਾ ਕੇਸ ਆ ਗਿਆ, ਤੁਸੀਂ ਆਪ ਸੋਚ ਲਓ ਜੱਜ ਦਾ ਕੀ ਮੂਡ ਹੋਣਾ, ਕੀ ਮਾਹੌਲ ਹੋਣਾ। ਸੋ ਉਹ ਜਿਹੜੇ ਜੱਜ ਸੀਗੇ ਕਿਉਂਕਿ ਇਹ ਐਡੀ ਜ਼ਿਆਦਾ ਗਿਣਤੀ ਦੇ ਵਿੱਚ ਆਏ ਸੀਗੇ ਤੇ ਇਹਨਾਂ ਨੇ ਸਪੀਡ ਅਪ ਜਿਹੜੇ ਕੀਤੇ ਆ, ਉਹ ਕੋਰਟ ਰੂਮ ਦੇ ਵਿੱਚ ਜਦੋਂ ਕਈ ਵਾਰੀ ਤੁਸੀਂ ਜਾਓ ਪਹਿਲੀ ਕੋਈ ਤਰੀਕ ਜਿਹੜੀ ਚੱਲ ਰਹੀ ਹੁੰਦੀ ਆ, ਉਹ ਜੱਜ ਪਹਿਲਾਂ ਹੀ ਮੂਡ ਹੀ ਉਹਦਾ ਬੰਦੇ ਦਾ ਪਹਿਲਾਂ ਹੀ ਜਿਹੜਾ ਚੇਂਜ ਹੋ ਜਾਂਦਾ। ਹੁਣ ਉਹ ਚੀਜ਼ ਨੂੰ ਕਿੱਦਾਂ ਸੋਲਵ ਕਰ ਸਕਦੇ ਆ, ਕਿੱਦਾਂ ਮਤਲਬ ਉਹਨੂੰ ਤੁਸੀਂ ਕਰੋਗੇ ਕੀ, ਜੱਜ ਨੂੰ ਤੁਸੀਂ ਕਿੱਦਾਂ ਕਹੋਗੇ ਕਿ ਜੱਜ ਤੂੰ ਗਲਤ ਹੈ ਜਾਂ ਸਰਕਾਰੀ ਵਕੀਲ। ਉਹਨਾਂ ਨੇ ਡਾਕਟਰ ਦੀਆਂ ਲੈਟਰਾਂ ਉਹਦੇ ਵਿੱਚ ਮਿਸਟੇਕ ਟਾਈਪੋ, ਡਾਕਟਰ ਦੀ ਲੈਟਰ ਐ ਜਿੱਦਾਂ ਪੈਰਾਲੀਗਲ ਨੇ ਲਿਖੀ ਆ, ਡਾਕਟਰ ਜਿਹੜਾ ਆਪਣਾ ਹੁੰਦਾ ਡਿਸੀਜਨ ਕਈ ਵਾਰੀ BIA ਬੂਏ ਜਿਹੜੇ ਪੜ੍ਹੀ ਦੇ ਉਹ ਕਹਿੰਦੇ ਕਿ ਜਿਹੜਾ ਤੁਸੀਂ ਕਹਿ ਲਓ ਕੋਈ ਕਾਇਰੋਪ੍ਰੈਕਟਰ ਟਾਈਪ ਵਾਲਾ ਡਾਕਟਰ ਆ ਜਿਹੜਾ ਉਹ ਤੋਂ ਸਰਜਰੀ ਕਰਾਈ ਹੁੰਦੀ ਆ, ਮਤਲਬ ਏਦਾਂ ਦੀ ਚੀਜ਼ਾਂ। ਨਰਸਿੰਗ ਹੋਮ ਤੋਂ ਜਿੱਥੇ ਬੱਚੇ ਡਿਲੀਵਰ ਉਹਨਾਂ ਨੂੰ ਦੇਸੀ ਜਾਂਦਾ ਆ, ਉਹਨਾਂ ਨੂੰ ਪਤਾ ਲੱਗਦਾ ਹੀ ਆ। ਹਾਂਜੀ, ਸੋ ਪੈਰਾਲੀਗਲ ਨੇ ਤਾਂ ਡਾਕਟਰ ਫੜ ਕੇ ਚੱਲ ਚੇਪਾ ਮਾਰਤਾ, ਉਹ ਡਾਕਟਰ ਫੜ ਕੇ ਚੇਪਾ ਮਾਰਤਾ। ਆਪਣੇ ਜਿਹੜੇ ਆਫਸ਼ੋਰ ਸੀਗੇ ਹਰਿਆਣੇ, ਪੰਜਾਬ, ਉਧਰ ਚੰਡੀਗੜ੍ਹ, ਉਧਰ ਆਫਿਸ ਜਿਹੜੇ ਖੋਲੇ ਸੀਗੇ, ਤਾਂ ਜਦੋਂ ਤੁਸੀਂ ਕਹਿ ਲਓਗੇ ਆਪਾਂ ਆ ਕੇ ਥੋੜਾ ਬੋਲਣਾ ਸ਼ੁਰੂ ਕੀਤਾ ਨਾ, ਫੇਰ ਲੋਕਾਂ ਨੂੰ ਕਈਆਂ ਨੂੰ ਪਤਾ ਲੱਗਿਆ ਕਿ ਭਾਈ ਇਹ ਫਰਕ ਕੀ ਹੁੰਦਾ ਹੈਗਾ ਪੈਰਾਲੀਗਲ ਤੇ ਵਕੀਲ ਤੇ ਲਾਅ ਫਰਮ ਦੇ ਵਿੱਚ ਕੀ ਫਰਕ ਜਿਹੜਾ ਹੁੰਦਾ। ਸੋ ਏਦਾਂ ਦੀਆਂ ਚੀਜ਼ਾਂ ਜਿਹੜੀਆਂ ਸੀਗੀਆਂ ਤੇ ਉਹਦੇ ਕਰਕੇ ਜਿਹੜਾ ਸੀਗਾ ਓਵਰਆਲ ਜਿਹੜਾ ਸੀਗਾ ਹੁਣ 2-3 ਸਾਲ ਜਿਹੜੇ ਪਿਛਲੇ ਸੀਗੇ ਮਾੜੇ ਰਹੇ ਆ ਇਹ ਚੀਜ਼ ਕਰਕੇ, ਕਿਉਂਕਿ ਉਹ ਚੀਜ਼ ਦਾ ਜਿਹੜਾ ਸੀਗਾ ਹੁਣ ਸਾਰੇ ਜਿਹੜੇ ਤੁਹਾਡੇ ਕੇਸ ਆ
ਉਹਨਾਂ ਨੂੰ ਇਫੈਕਟ ਕਰਨਾ। ਤੁਸੀਂ ਇਹਨੂੰ ਭਾਵੇਂ ਸਹੀ ਲਓ ਭਾਵੇਂ ਗਲਤ ਲਓ, ਪਰ ਇਹ ਹੈ ਕਿ ਜਦੋਂ ਤੁਹਾਡੀ ਤਰੀਕ ਆਈ ਤੁਹਾਨੂੰ ਉਹੀ ਲੈਣਾ। ਕਿ ਤੁਸੀਂ ਕਈ ਵਾਰੀ ਜਿੰਨਾ ਮਰਜ਼ੀ ਮਿਹਨਤ ਕਰੀ ਜਾਓ, ਜੱਜ ਤੋਂ ਪਹਿਲਾਂ ਉਹ ਹੈਗਾ ਕਿ ਜੱਜ ਨੇ ਪਹਿਲਾਂ ਹੀ ਮਨ ਜਿਹੜਾ ਬਣਾ ਲਿਆ ਉਸ ਚੀਜ਼ ਤੇ ਕਿ ਨਹੀਂ ਇਹ ਸਾਰੇ ਹੀ ਇਦਾਂ ਦੇ ਆ। ਸਹੀ। ਤੇ ਉਹ ਹੁਣ ਜਿਹੜੇ ਆ ਆਪਣੇ ਕੇਸ ਹੁਣ ਜਿਹੜੇ ਪਾਸ ਹੋ ਰਹੇ ਇਹੀ ਹੈ ਕਿ ਕਲਾਇੰਟਾਂ ਨੂੰ ਇਹੀ ਹੈ ਕਿ ਭਾਈ ਤੁਸੀਂ ਡਟ ਕੇ ਰਹੋ 100%। ਇਮੀਗ੍ਰੇਸ਼ਨ ਜ਼ੋਰ ਲਾਓ। ਨਹੀਂ ਪਾਸ ਹੁੰਦਾ, ਉੱਪਰ ਜਾ ਕੇ ਅਪੀਲ ਉਪੂਲ ਦੇ ਵਿੱਚ ਕਰ ਕੁਰ ਕੇ ਜਿਹੜਾ ਵਾਪਸ ਹੋਊਗਾ ਪਾਸ। ਤੇ ਬਾਕੀ ਜਿਹੜੇ ਬੰਦਿਆਂ ਦੇ ਆ ਭਾਈ ਜਿਹਦੇ ਪਾਸ ਪੂਸ ਹੁੰਦੇ ਆ ਉਹ ਕਈ ਵਾਰੀ ਡਰ ਜਾਂਦੇ ਆ, ਨਹੀਂ ਮੈਂ ਵੀਡੀਓ ਨਹੀਂ ਬਣਾਉਣੀ, ਮੈਂ ਇਦਾਂ ਨਹੀਂ ਕਰਨਾ, ਉਦਾਂ ਨਹੀਂ ਕਰਨਾ। ਤੇ ਉਹੀ ਹੈ ਕਿ ਇੱਕ ਦੂਜੇ ਨੂੰ ਅਪਲਿਫਟ ਕਰੋ, ਸਪੋਰਟ ਕਰੋ ਇੱਕ ਦੂਜੇ ਨੂੰ। ਤੇ ਆਪਣਾ ਜਿਹੜਾ ਸੀਗਾ ਦੇਖੋ ਨਿੱਕਾ ਜਿਹਾ ਹੀ ਭਾਈਚਾਰਾ ਆਪਣਾ, ਜੇ ਇਮੀਗ੍ਰੇਸ਼ਨ ਕਮਿਊਨਿਟੀ ਦੀ ਗੱਲ ਕਰੀਏ ਕੋਈ ਇਦਾਂ ਦਾ ਹੈ ਨਹੀਂ ਕਿ ਆਪਾਂ ਲੱਖਾਂ ਦੇ ਵਿੱਚ ਹੀ ਹੈਗੇ ਆ, ਠੀਕ ਹੈ ਕਿ ਨਹੀਂ। ਤੇ ਉਹਦੇ ਵਿੱਚ ਵੀ ਜਿਹੜਾ ਸੀਗਾ ਨਵਾਂ ਬਾਰਡਰ ਜਿਹੜਾ ਬਣਦਾ, ਸੋ ਜੋ ਮੈਂ ਕਿਹਾ ਗਿਆਨ ਆ ਉਹ ਇੱਥੇ ਮਿਲਣਾ, ਇੱਦਾਂ ਹੀ ਮਿਲਣਾ। ਤੇ ਜਿਹੜਾ ਕੋਰਟ ਦਾ ਹਾਲ ਆ ਉਹ 2.5 ਸਾਲ ਇੱਦਾਂ ਹੀ ਰਹਿਣੇ। ਤੇ ਇਹਦੇ ਵਿੱਚ ਇਹ ਆ ਸਹੀ ਫੈਸਲੇ ਲਓ, ਠੀਕ ਆ। ਤੇ ਆਪਣਾ ਤੁਸੀਂ ਦੇਖ ਲਓ ਹੁਣ ਕ੍ਰਾਈਮ ਕਰੂਮ ਵਾਲੇ ਵੀ ਮਤਲਬ ਦੇਖ ਲਓ ਤੁਸੀਂ ਹੁਣ ਆਗੇ ਪਿੱਛੇ ਕਿੱਦਾਂ ਪਏ ਹੋਏ ਵੀ। ਮੈਂ ਕਿਹਾ ਜਿਹੜੀ ਸਰਕਾਰਾਂ ਵੀ ਕਿੱਧਰਲੇ ਪਾਸੇ ਨੂੰ, ਮੈਂ ਕਿਹਾ ਜਦੋਂ ਇਹ ਵੀ ਗੇਰ ਪਾਉਂਦੀਆਂ ਵੀ ਮੈਂ ਕਿਹਾ ਸ਼ੁਰੂ ਹੋ ਜਾਂਦੀਆਂ। ਤੇ ਇਹ ਆ ਕਿ ਹੁਣ ਇੱਕ ਵਕੀਲ ਵੀ ਇਹਨਾਂ ਨੇ ਪਿੱਛੇ ਜਿਹੜਾ ਸੀਗਾ ਉਹ ਕੀਤਾ ਸੀਗਾ 74-75 ਫਾਈਨ ਕੀਤਾ ਸੀ ਉਹਨੂੰ ਕਾਫੀ ਵੱਡਾ। ਹਾਂਜੀ। ਤੇ ਓਵਰਆਲ ਲੌਂਗ ਸਟੋਰੀ ਸ਼ਾਰਟ ਇਹ ਸੀਗੀ ਕਿ ਇਹ ਆਏ ਇਸ ਹਿਸਾਬ ਨਾਲ ਸੀਗਾ, ਇਹਨਾਂ ਨੂੰ ਪਤਾ ਸੀਗਾ ਕਿ ਫਰਾਡ ਬਹੁਤ ਆ ਗਿਆ, ਬਾਰਡਰ ਓਪਨ ਹੋ ਗਿਆ ਤੇ ਆਪਾਂ ਡਰੇਨ ਕਿੱਦਾਂ ਇਹਨੂੰ ਕਰਨਾ। ਤੇ ਉਹ ਡਰੇਨ ਕਰਨ ਦੇ ਵਿੱਚ ਇਹ ਸਕਸੈਸਫੁਲ ਰਹੇ ਆ ਕਾਫੀ। ਕੋਰਟ ਦੇ ਲੀਗਲ ਚੈਲੰਜ ਜ਼ਰੂਰ ਰਹੇ ਆ ਤੇ ਕਈ ਧੱਕੇਸ਼ਾਹੀਆਂ ਇਹਨਾਂ ਨੇ ਲੋੜ ਨਾਲੋਂ ਵੱਧ ਕੀਤੀਆਂ। ਪਰ ਇਹ ਹੈ ਕਿ ਜਿਹੜੇ ਹਿਸਾਬ ਨਾਲ ਮਾਹੌਲ ਜਿੱਧਰਲੇ ਪਾਸੇ ਨੂੰ ਜਿੰਨਾ ਮਾੜਾ ਜਿਹੜਾ ਹੋ ਗਿਆ ਸੀਗਾ, ਉਹ ਇਦਾਂ ਨਹੀਂ ਹੋ ਸਕਦਾ ਸੀਗਾ ਕਿ ਇਹ ਕਹਿਣ ਕਿ ਨਹੀਂ ਆਪਾਂ ਰਹਿਣ ਦੇਣਾ। ਕਿ ਸਾਊਥ ਅਮਰੀਕਾ ਤੋਂ ਗੈਂਗ ਕਿੰਨੇ ਆ ਗਏ ਸੀਗੇ ਤੇ ਆ ਕੇ ਉਹਨਾਂ ਨੇ ਜਿਹੜਾ ਇੱਕ ਤਰ੍ਹਾਂ ਕਹਿ ਲਓ ਤੁਸੀਂ ਟੇਕ ਓਵਰ ਹੀ ਕਰ ਲਿਆ ਸੀਗਾ। ਸੋ ਸਾਰੀਆਂ ਚੀਜ਼ਾਂ ਨੂੰ ਜੇ ਓਵਰਆਲ ਦੇਖੀਏ ਤਾਂ ਮਤਲਬ ਇਹ ਚੀਜ਼ ਹੋਣੀ ਸੀਗੀ, ਇਹ ਇਦਾਂ ਹੀ ਹੋਣਾ ਸੀਗਾ, ਹੋਰ ਕੁਛ ਇਹਦਾ। ਕਿਉਂਕਿ ਹੁਣ ਜੇ ਨਵੀਂ ਸਰਕਾਰ ਆਉਂਦੀ ਹੈ ਡੈਮੋਕ੍ਰੇਟਾਂ ਦੀ, ਤਾਂ ਉਹਨਾਂ ਨੂੰ ਇਹੀ ਜਿਹੜਾ ਰੂਲ ਸੀਗਾ ਭਾਈ ਤੁਸੀਂ ਲੋਕਾਂ ਨੂੰ ਇੰਟਰਵਿਊ ਲਓ, ਉੱਥੇ ਪੁੱਛੋ, ਉਹਨਾਂ ਦੀ ਗਵਾਹੀ ਸੁਣੋ ਉਹਨਾਂ ਦੀ, ਫਿਰ ਦੇਖੋ ਕਿ ਕਿਹੜਾ ਬੰਦਾ ਆਉਣਾ ਚਾਹੀਦਾ ਕਿਹੜਾ ਬੰਦਾ ਨਹੀਂ ਆਉਣਾ ਚਾਹੀਦਾ। ਉਹਨਾਂ ਨਾਲ ਸਾਰੀਆਂ ਧਿਰਾਂ ਨੂੰ ਫਾਇਦਾ ਜਿਹੜਾ ਹੁੰਦਾ। ਬਿਲਕੁਲ। ਤੁਸੀਂ ਦੇਖੋ ਹਜ਼ਾਰਾਂ ਦੇ ਵਿੱਚ ਕੇਸ, ਮਤਲਬ ਕਿ ਇੱਕ ਦੋ ਆਫਿਸ ਹਜ਼ਾਰਾਂ 'ਚ ਹੀ ਵਾਹਵਾ ਹੀ ਕਰੀ ਜਾਂਦੇ, ਵਾਹਵਾ। ਮਤਲਬ ਕਿ ਹਰੇਕ ਬੰਦੇ ਨੇ ਮਤਲਬ ਕਿ ਅਫਰੀਕਨ ਅਮਰੀਕਨ ਨਾਲ ਵਿਆਹ ਕਰਾਇਆ, ਸਪੈਨੀ ਨਾਲ ਵਿਆਹ ਕਰਾਇਆ। ਮਤਲਬ ਕਿ ਜਿਹਨਾਂ ਦੇ ਕੇਸ ਫੇਲ ਹੋਏ ਉਸ ਤੋਂ ਫੇਲ ਹੋਣ ਤੋਂ ਬਾਅਦ ਹੀ ਕਿ ਮੈਂ ਅਪੀਲ ਨਹੀਂ ਕਰਨੀ, ਮੈਂ ਵਾਹਵਾ ਕਰਨਾ। ਮਤਲਬ ਕਿ ਹਜ਼ਾਰਾਂ ਦੇ ਵਿੱਚ ਕੇਸ, ਮਤਲਬ ਕਿ ਫਰਾਜੂਲੈਂਟ ਫਾਈਲਿੰਗਾਂ ਜਿਹੜੀਆਂ ਉਸ ਹਿਸਾਬ ਦੀਆਂ ਜਿਹੜੀਆਂ ਹੋਈਆਂ। ਤੇ ਉਹ ਸੀਗਾ ਕਿ ਟੋਟਲ ਡਿਸਰਿਗਾਰਡ ਸੀਗਾ। ਤੇ ਇਮੀਗ੍ਰੇਸ਼ਨ ਨੇ ਵਾਰਨਿੰਗ ਵੀ ਕਈ ਵਾਰੀ ਦਿੱਤੀ ਕਿ ਨਾ ਕਰੋ। ਪਰ ਇਹ ਸੀਗਾ ਕਿ ਨਹੀਂ ਹਟੇ ਲੋਕੀ ਤੇ ਹੁਣ ਮਤਲਬ ਕਿ ਕੁਐਸਚਨ 'ਚ ਹੈਗੇ। ਬਿਲਕੁਲ। ਨਹੀਂ ਜੀ, ਤਿਆਰੀ ਰੱਖੋ ਆਪਣੀ, ਜਿਹੜੀਆਂ ਚੀਜ਼ਾਂ ਸੱਚੀਆਂ ਆ ਉਸ ਹਿਸਾਬ ਦੇ ਨਾਲ ਜਿਹੜੀ ਉਸਨੂੰ ਤੁਸੀਂ ਜਿਹੜਾ ਉਹ ਦੱਸੋ। ਉੱਥੇ ਅਦਾਲਤ ਦੇ ਮੂਹਰੇ ਤੁਹਾਨੂੰ ਪੇਸ਼ ਹੋਣ ਦਾ ਮੌਕਾ ਆ। ਬਾਕੀ ਜਿਹੜਾ ਜੱਜ ਦੇ ਹੱਥ 'ਚ ਆ, ਤੁਹਾਡੇ ਹੱਥ 'ਚ ਸਭ ਤੋਂ ਜ਼ਿਆਦਾ ਚੀਜ਼ ਆ। ਤੁਸੀਂ ਆਪਣੀ ਗੱਲ ਨੂੰ ਕਿੱਦਾਂ ਐਕਸਪ੍ਰੈਸ ਕਰਕੇ ਜਿਹੜਾ ਉਹਦੇ ਵਿੱਚ ਦੱਸ ਸਕਦੇ ਆ। ਤੇ ਬਾਕੀ ਜਿਹੜੇ ਵਕੀਲ ਨੇ ਤੁਹਾਡੇ, ਜਿਹੜੇ ਨਾਲ ਸਪੋਰਟ ਸਟਾਫ ਆ ਕਹਿ ਲਓ, ਵੀ ਉਹ ਤੁਹਾਡੀ ਉਹਦੇ ਵਿੱਚ ਹੈਲਪ ਕਰ ਸਕਦੇ ਆ। ਪਰ ਜ਼ਿਆਦਾ ਕੰਮ ਜਿਹੜਾ ਉਹਦੇ ਵਿੱਚ ਤੁਸੀਂ ਨਾਲ ਦੇ ਨਾਲ ਆਪ ਵੀ ਕਰਨਾ ਆ। ਸਲਾਹ ਕਰੋ ਆਪਣੇ ਵਕੀਲ ਦੇ ਨਾਲ, ਉਸ ਹਿਸਾਬ ਦੇ ਨਾਲ ਜਿਹੜਾ ਉਹ ਅੱਗੇ ਚੱਲੋ। ਸਮਾਂ ਵੀ ਆਪਣਾ ਜਿਹੜਾ ਸਮਾਪਤੀ ਦੇ ਵੱਲ ਅਟਰਨੀ ਟੇਕ ਕਹਿਣਾ ਜੀ, ਜਿਹੜਾ ਇੱਕ ਆਪਾਂ ਇਸ ਤੋਂ ਪਿਛਲੇ ਵਾਲੀ ਗੱਲ ਜਿਹੜੀ ਪਬਲਿਕ ਚਾਰਜ ਵਾਲੀ ਗੱਲ, ਉਹਦੇ ਵਿੱਚ ਦੁਬਾਰਾ ਆਉਂਦੇ ਆ। ਜਿੱਦਾਂ ਹੁਣ ਇਹ ਪੇਸ਼ ਕੀਤਾ ਜਾ ਰਿਹਾ ਵੀ ਗ੍ਰੀਨ ਕਾਰਡ ਨੂੰ ਐਕਸੈਸ ਬੇਸਿਕਲੀ ਉਹਦੇ ਜ਼ਰੀਏ ਬੰਦ ਕਰਨਾ ਆ। ਜੇ ਅਸਾਈਲਮ ਵਾਲਿਆਂ ਦਾ ਨਹੀਂ ਹੋ ਰਿਹਾ, ਜੇ ਉਹ ਤੋਂ ਬਾਅਦ 'ਚ ਗ੍ਰੀਨ ਕਾਰਡ ਹੋਣ ਤੋਂ ਬਾਅਦ 'ਚ ਉਹਨਾਂ ਦੀਆਂ ਫੈਮਿਲੀਜ਼ ਦੇ ਉੱਤੇ ਹੀ ਅਸਰ ਪੈਣਾ ਜਾਂ ਉਹਨਾਂ ਦੇ ਉੱਤੇ ਅਸਰ ਪੈਣਾ, ਇਹਦੇ ਵਿੱਚ ਹੁਣ ਮੈਂ ਥੋੜ੍ਹਾ ਜਿਹਾ ਇਸ ਦੇ ਵਿੱਚ ਕਨਫਿਊਜ਼ਡ ਆ। ਜਿੱਦਾਂ ਦੀਆਂ ਹੈਡਲਾਈਨਸ ਤੇ ਜਿੱਦਾਂ ਦੀਆਂ ਗੱਲਾਂ ਆ ਰਹੀਆਂ ਜਾਂ ਉਹਨਾਂ ਦੇ ਬਿਆਨ ਆ ਰਹੇ ਆ, ਉਹ ਇਹ ਕਹਿ ਰਹੇ ਆ ਵੀ ਗ੍ਰੀਨ ਕਾਰਡਸ ਨੂੰ ਰਿਸਟ੍ਰਿਕਸ਼ਨ ਹੋ ਜੂਗੀ ਇਮੀਗ੍ਰੈਂਟਸ ਦੇ ਲਈ ਜੋ ਪਬਲਿਕ ਅਸਿਸਟੈਂਸ ਦੇ ਉੱਤੇ ਆ। ਤੇ ਜਿੱਦਾਂ ਤੁਸੀਂ ਕਹਿ ਰਹੇ ਵੀ ਜੇ ਗ੍ਰੀਨ ਕਾਰਡ ਜੇ ਕੋਈ ਅਸਾਈਲਮ ਦੇ ਉੱਤੇ ਆ ਤੇ ਉਹ ਸਪੋਰਟ ਲੈਂਦਾ ਹੈ ਕੋਈ ਇੱਦਾਂ ਦੀ ਪਬਲਿਕ ਚਾਰਜ ਵਾਲੀ, ਤਾਂ ਉਹਨੂੰ ਉਹ ਰੋਕ ਨਹੀਂ ਸਕਦੇ। ਸੋ ਫਿਰ ਇਹਦੇ ਵਿੱਚ ਇੱਕ ਹੀ ਬਹੁਤ ਨੈਰੋ ਲੋਕਾਂ ਦੇ ਉੱਤੇ ਜਿਹੜਾ ਉਹ ਹੋਣਾ ਆ, ਕਿਹਦੇ ਉੱਤੇ ਜਿਹੜਾ I just want to clarify more ਇਹਦੇ ਤੇ। ਹਾਂਜੀ, ਜਿਹੜਾ ਅਸਾਈਲਮ ਵਾਲਾ ਰਿਫਿਊਜੀ ਵਾਲਾ ਹੁੰਦਾ ਨਾ, ਉਹਨੂੰ ਪਬਲਿਕ ਚਾਰਜ ਤੇ ਨਹੀਂ ਰੋਕ ਸਕਦੇ ਕਿਉਂਕਿ ਉਹਦਾ ਤਾਂ ਗਰਾਊਂਡ ਹੀ ਇਹ, ਉਹ ਤਾਂ ਭੱਜ ਕੇ ਆਇਆ ਆਪਣੀ ਕੰਟਰੀ ਤੋਂ, ਪਰਸੀਕਿਊਸ਼ਨ ਹੁੰਦੀ ਸੀ ਉਹਦੀ। ਸੋ ਜਦੋਂ ਅਸਾਈਲਮ ਦਾ ਕੇਸ ਪਾਸ ਹੋ ਜਾਂਦਾ, ਉਹ ਜਿਹੜਾ ਆਪਣੇ ਫੈਮਿਲੀ ਮੈਂਬਰ ਨੂੰ ਵੀ ਐਜ਼ ਅ ਰਿਫਿਊਜੀ ਸਟੇਟਸ ਤੇ ਮੰਗਾਉਂਦਾ 730 ਫਾਈਲ ਕਰਕੇ, ਜਿਹੜੇ ਇੰਡੀਆ 'ਚ ਹੁੰਦੇ ਆ। ਠੀਕ ਹੈ, ਪਬਲਿਕ ਚਾਰਜ ਨਹੀਂ ਲਾ ਸਕਦੇ ਇਹ। ਓਕੇ, ਠੀਕ ਹੈ। ਲਾਉਂਦੇ ਆ ਤਾਂ ਦੇਖਦੇ ਆ ਕੀ ਹੁੰਦਾ, ਪਰ ਜੋ ਰੈਗੂਲੇਸ਼ਨ ਹੈਗੀਆਂ, ਜਿਹੜੀ ਸਮਝ ਆ ਸਾਨੂੰ ਇਸ ਵੇਲੇ, ਉਹਦੇ ਹਿਸਾਬ ਨਾਲ ਨਹੀਂ ਲਾ ਸਕਦੇ। ਲਾਅ ਕੋਈ ਵੀ ਪੱਥਰ ਤੇ ਲੱਗੀ ਨਹੀਂ ਹੁੰਦੀ, ਉਹ ਚੇਂਜ ਕੀਤਾ ਜਾ ਸਕਦਾ ਕਦੀ ਵੀ। ਠੀਕ ਆ। ਤੇ ਫਿਰ ਰਿਸਟ੍ਰਿਕਸ਼ਨ ਲੱਗਣੀ ਕਿੰਨਾ ਤੇ ਆ? ਮਤਲਬ
ਜੀ। ਇਹ ਥੋੜਾ ਇੱਕ ਕਨਫਿਊਜ਼ਨ ਬਣੀ ਹੈ ਵੀ ਫਿਰ ਰਿਸਟ੍ਰਿਕਸ਼ਨ ਹੈ ਕਿੰਨਾ ਤੇ? ਜਿਹੜਾ ਹੁਣ ਜਿੱਦਾਂ ਗ੍ਰੀਨ ਕਾਰਡ ਹੋਲਡਰ ਆ, ਉਹਨੇ ਆਪਣੀ ਵਾਈਫ ਨੂੰ ਸਪਾਂਸਰ ਕਰਨਾ ਐਜ਼ ਅ ਗ੍ਰੀਨ ਕਾਰਡ ਹੋਲਡਰ F2A ਕੈਟਾਗਰੀ ਦੇ ਵਿੱਚ, ਠੀਕ ਆ। ਹੂੰ। ਜਿਹੜਾ ਸਿਟੀਜ਼ਨ ਆ, ਉਹਨੇ ਆਪਣੇ ਸਿਬਲਿੰਗ ਨੂੰ, ਭੈਣ ਭਰਾ ਨੂੰ ਸਪਾਂਸਰ ਕਰਨਾ। ਇਹਨਾਂ ਨੇ ਵਿਆਹ ਕਰਾਣੇ, ਫਿਆਂਸੇ ਨੂੰ ਸਪਾਂਸਰ ਕਰਨਾ, ਆਪਣੇ ਮਾਪੇ ਨੂੰ ਜਿਹੜਾ ਸਪਾਂਸਰ ਕਰਨਾ। ਮਤਲਬ ਅਸਾਈਲਮ ਵਾਲੀ ਕੈਟਾਗਰੀ ਨੂੰ ਛੱਡ ਕੇ, ਜਿਹੜਾ ਹਿਊਮੈਨਿਟੇਰੀਅਨ ਵਾਲੀ ਕੈਟਾਗਰੀ ਨੂੰ ਛੱਡ ਕੇ, ਜਿਹੜੇ ਫੈਮਿਲੀ ਬੇਸਡ ਇਮੀਗ੍ਰੇਸ਼ਨ ਜਿਹੜੀਆਂ ਕੈਟਾਗਰੀਆਂ ਹੈਗੀਆਂ, ਉਹਨਾਂ ਤੇ ਇਹ ਜਿਹੜਾ ਲੱਗਣਾ ਜ਼ਿਆਦਾਤਰ। ਓਕੇ, ਹੁਣ ਇਹਦੇ ਵਿੱਚ ਆਈਏ ਇੱਕ ਕੇਸ ਸਟੱਡੀ ਦੇ ਹਿਸਾਬ ਦੇ ਨਾਲ ਵੀ, ਇੱਕ ਹਾਈਪੋਥੈਟੀਕਲ, ਜਿਹੜਾ ਪਹਿਲਾਂ ਅਸਾਈਲਮ ਤੇ ਸੀ ਉਹਨੇ ਪਬਲਿਕ ਚਾਰਜ ਲਿਆ, ਇਵੈਂਚੁਅਲੀ ਉਹਦਾ ਕੇਸ ਪਾਸ ਹੋ ਗਿਆ, ਉਹ ਗ੍ਰੀਨ ਕਾਰਡ ਹੋਲਡਰ ਜਿਹੜਾ ਉਹ ਬਣ ਗਿਆ। ਕੀ ਉਸ ਤੋਂ ਬਾਅਦ ਜਦੋਂ ਉਹ ਫੈਮਿਲੀ ਦੇ ਲਈ ਅਪਲਾਈ ਕਰਦਾ ਹੈ, ਜਿੱਦਾਂ ਤੁਸੀਂ ਕਿਹਾ ਵੀ ਜੇ ਉਹ 730 ਤੇ ਆ ਫਿਰ ਉੱਤੇ ਨਹੀਂ ਆ, ਤੇ ਕਿ ਉਹਦੇ ਤੇ ਵੀ ਜਦੋਂ ਗ੍ਰੀਨ ਕਾਰਡ ਹੋਣ ਤੋਂ ਬਾਅਦ ਚ ਆਪਣੀ ਫੈਮਿਲੀ ਵਾਲਿਆਂ ਨੂੰ ਕਰਨ ਲੱਗਾ ਅਪਲਾਈ, ਕੀ ਉਹਦੇ ਪੁਰਾਣਾ ਯੂਜ਼ ਕੀਤਾ ਜਿਹੜਾ ਪਬਲਿਕ ਚਾਰਜ ਆ ਉਹਦੇ ਕਰਕੇ ਵੀ ਉਹਨਾਂ ਦੇ ਕੇਸ ਦੇ ਉੱਤੇ ਅਸਰ ਪਊਗਾ? ਜਿਹੜਾ 730 ਹੁੰਦਾ ਨਾ, ਉਹ ਤੁਸੀਂ ਉਦੋਂ ਫਾਈਲ ਕਰ ਸਕਦੇ ਆ ਜਦੋਂ ਤੁਹਾਡਾ ਵਿਆਹ ਉਹਦੇ ਕੇਸ ਪਾਸ ਹੋਣ ਤੋਂ ਪਹਿਲਾਂ ਹੋਇਆ ਵਾ। ਓਕੇ, ਠੀਕ ਆ। ਠੀਕ ਹੈ, ਜਿੱਦਾਂ ਹੁਣ ਜਿਹਦਾ ਕਿਸੇ ਦਾ ਅਸਾਈਲਮ ਦਾ ਕੇਸ ਚੱਲਦਾ, ਉਹਦਾ ਗ੍ਰਾਂਟ ਹੋ ਜਾਂਦਾ, ਉਹ ਉਸ ਤੋਂ ਬਾਅਦ ਵਿਆਹ ਕਰਾਂਦਾ, ਉਹ ਆਪਣੀ ਫੈਮਿਲੀ ਨੂੰ ਆਪ ਗ੍ਰੀਨ ਕਾਰਡ ਹੋ ਕੇ ਹੀ ਮੰਗਾ ਸਕਦਾ ਹੈਗਾ, ਜਾਂ ਸਿਟੀਜ਼ਨ ਹੋ ਕੇ। ਸੋ ਫੈਮਿਲੀ ਬੇਸਡ ਕੈਟਾਗਰੀ ਦੇ ਵਿੱਚ ਆ ਜਾਂਦੀ ਹੈ। ਆ ਜਾਂਦਾ। ਉਹ ਕੀ ਕਹਿੰਦੇ ਆ ਕਿ ਉਹਨਾਂ ਨੇ ਕੋਈ ਵੀ ਇਦਾਂ ਦਾ ਰੂਲ ਨਹੀਂ ਰੱਖਿਆ ਕਿ ਕਿਹੜਾ ਵਾਲਾ ਬੈਨੀਫਿਟ ਜਿਹੜਾ ਆਊਗਾ ਕਿ ਨਹੀਂ ਆਊਗਾ। ਉਹ ਕਹਿੰਦੇ ਕਿ ਟੋਟੈਲਿਟੀ ਆਫ ਸਰਕਮਸਟੈਂਸ ਆਪਾਂ ਜਿਹੜੇ ਦੇਖਣੇ ਆ। ਜਿਹੜਾ ਅਸਾਈਲੀ ਬੰਦਾ ਹੈਗਾ, ਉਹ ਜਾਣ ਬਚਾਉਣ ਲਈ ਇੱਥੇ ਆਇਆ, ਕੋਈ ਉਹਦੀ ਰਿਕੁਆਇਰਮੈਂਟ ਨਹੀਂ ਹੈਗੀ ਕਿ ਸਿਰਫ ਡਿਗਰੀ ਵਾਲਾ ਬੰਦਾ ਅਸਾਈਲੀ ਆਵੇ ਜਾਂ ਸਕਿੱਲ ਵਾਲਾ ਆਵੇ। ਤਾਂ ਕਰਕੇ ਅਸਾਈਲਮ ਵਾਲੇ ਬੰਦੇ ਨੇ ਜਿਹੜੀ ਚੀਜ਼, ਜਿਹੜੇ ਵੀ ਬੈਨੀਫਿਟ ਲਏ ਹੁੰਦੇ ਆ, ਉਹ ਅਸਾਈਲਮ ਵਾਲਾ ਬੰਦਾ ਖੁਦ ਕਦੀ ਅਮਰੀਕਾ ਦੇ ਉੱਤੇ ਪਬਲਿਕ ਚਾਰਜ ਨਹੀਂ ਬਣਦਾ ਹੈਗਾ। ਜਦੋਂ ਉਹ 730 ਕਰਕੇ ਆਪਣੇ ਰਿਫਿਊਜੀ ਸਟੇਟਸ ਦੇ ਉੱਤੇ ਆਪਣੀ ਫੈਮਿਲੀ ਨੂੰ ਬੁਲਾਉਂਦਾ ਹੈਗਾ, ਉਹ ਵੀ ਪਬਲਿਕ ਚਾਰਜ ਨਹੀਂ ਬਣਦੇ ਹੈਗੇ। ਪਰ ਹੁਣ ਉਹ ਡਿਫਰੈਂਟ ਗੱਲ ਹੈ ਕਿ ਹੁਣ ਬੰਦਾ ਗ੍ਰੀਨ ਕਾਰਡ ਹੋਲਡਰ ਹੋ ਗਿਆ, ਸਿਟੀਜ਼ਨ ਹੋ ਗਿਆ, ਉਹ ਜਦੋਂ ਫੈਮਿਲੀ ਬੇਸਡ ਦੇ ਵਿੱਚ ਆਪਣੀ ਫੈਮਿਲੀ ਨੂੰ ਬੁਲਾਉਂਦਾ, ਉੱਥੇ ਵਾਈਫ ਨੂੰ, ਘਰਦਿਆਂ ਨੂੰ, ਭੈਣ ਭਰਾ ਨੂੰ, ਤਾਂ ਉਦੋਂ ਜਿਹੜੇ ਇਹ ਇਮੀਗ੍ਰੈਂਟ ਬੰਦੇ ਜਿਹੜੇ ਹੈਗੇ, ਜਦੋਂ ਇਹ ਵੀਜ਼ੇ ਦੀ ਇੰਟਰਵਿਊ ਤੇ ਜਾਂਦੇ ਆ, ਉੱਥੇ ਅਫਸਰ ਨੇ ਦੇਖਣਾ ਕਿ ਇਹ ਜਿਹੜੇ ਇਮੀਗ੍ਰੈਂਟ ਹੈਗੇ ਆ, ਇਹ ਪਬਲਿਕ ਚਾਰਜ ਬਣੂਗੇ ਕਿ ਨਹੀਂ ਬਣੂਗੇ। ਤੇ ਉਹਦੇ ਵਿੱਚ ਉਹਨਾਂ ਨੇ ਦੇਖਣਾ ਕਿ ਇਹਨਾਂ ਦੀ ਏਜ ਕੀ ਆ। ਜੇ ਤਾਂ ਯੰਗ ਏਜ ਆ ਤਾਂ ਆਬਵੀਅਸਲੀ ਉਹ ਆ ਕੇ ਕੰਮ ਕਰੂਗੇ, ਹਨਾ, ਜੇ 30 ਸਾਲ 40 ਸਾਲ। ਜੇ ਉਹ ਜ਼ਿਆਦਾ ਉਮਰ ਦੇ 70 ਸਾਲ 75 ਸਾਲ, ਤਾਂ ਜ਼ਾਹਿਰ ਜੀ ਗੱਲ ਆ ਕਿ ਮੈਡੀਕਲ ਕੰਡੀਸ਼ਨ ਵੀ ਹੋ ਗਈਆਂ। ਸੋ ਇਹ ਕਹਿੰਦੇ ਕਿ ਆਪਾਂ ਟੋਟੈਲਿਟੀ ਦੇਖਣੀ ਹੈ ਕਿ ਇਹਨਾਂ ਨੂੰ ਮੈਡੀਕਲ ਕੰਡੀਸ਼ਨ ਕੀ ਹੈ, ਇਹਨਾਂ ਦੀ ਹੈਲਥ ਕਿੱਦਾਂ ਵਾ, ਇਹਨਾਂ ਨੇ ਕੰਮ ਕਰਨਾ ਕਿ ਨਹੀਂ ਕਰਨਾ, ਇਹਨਾਂ ਦੇ ਐਸੈਟਸ ਕਿੰਨੇ ਆ, ਪੈਸੇ ਕਿੰਨੇ ਆ ਇਹਨਾਂ ਦੇ ਕੋਲ, ਤੇ ਸਪਾਂਸਰ ਜਿਹੜਾ ਹੈਗਾ, ਜਿਹਨੇ ਫਾਈਲ ਕੀਤੀ ਆ, US ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ, ਉਹਦੇ ਐਸੈਟਸ ਵਗੈਰਾ ਕੀ ਹੈਗੇ ਆ। ਠੀਕ ਹੈ ਜੀ। ਸੋ ਬਿਲਕੁਲ, ਸੋ ਜਿੱਦਾਂ ਤੁਸੀਂ ਕਿਹਾ ਵੀ ਆਉਂਦੇ ਸਮੇਂ ਦੇ ਵਿੱਚ ਜਿਹੜਾ ਇਵੈਂਚੁਅਲੀ ਆ ਉਹ ਪਤਾ ਲੱਗੇਗਾ ਜੇ ਇਹਦੇ ਵਿੱਚ ਹੋਰ ਕਿਹੜੇ ਲੋਕਾਂ ਨੂੰ ਇਹਨਾਂ ਨੇ ਇਨਵੋਲਵ ਕਰਨਾ ਇਸ ਦੇ ਵਿੱਚ, ਜਿਹੜਾ ਉਹ ਚਾਹੁੰਦੇ ਆ। ਪਰ ਹਾਲ ਦੀ ਘੜੀ ਜਿੱਦਾਂ ਤੁਸੀਂ ਦੱਸਿਆ ਵੀ ਲਾਅ ਦੇ ਹਿਸਾਬ ਦੇ ਨਾਲ ਇਹ ਵਾਲੇ ਲੋਕਾਂ ਦੇ ਅਸਰ ਜਿਹੜਾ ਉਹ ਨਹੀਂ ਜਿਹੜਾ ਉਹ ਹੋਵੇਗਾ। ਸਟੂਡੈਂਟ ਵੀਜ਼ੇ ਦੀ ਵੀ ਜਿਹੜੀ ਰੀਸੈਂਟਲੀ ਚੱਲੀ ਸੀ ਵੀ ਮਿਆਦ ਜਿਹੜੀ ਡਿਊਰੇਸ਼ਨ ਵਾਲੀ ਆ, ਉਹ ਡਿਊਰੇਸ਼ਨ ਨੂੰ ਜਿਹੜਾ ਘੱਟ ਕਰਕੇ ਇੱਕ ਪੱਕਾ ਲਿਮਿਟ ਜਿਹੜਾ ਉਹ ਕਰ ਰਹੇ ਹੈਗੇ ਆ, ਉਹ ਸਾਰੀਆਂ ਚੀਜ਼ਾਂ ਰੀਸੈਂਟਲੀ ਇਹਨਾਂ ਨੇ ਪਿਛਲੇ ਵੀਕ ਦੇ ਵਿੱਚ ਹੀ ਕਿਹਾ ਸੀ ਵੀ 10,000 ਅਜਿਹੇ ਸਟੂਡੈਂਟ ਵੀਜ਼ੇ ਵਾਲੇ ਸਾਨੂੰ ਪਤਾ ਲੱਗੇ ਵੀ ਜਿਹੜੇ ਨਕਲੀ ਇੱਕ ਹਿਸਾਬ ਦੇ ਨਾਲ ਥਾਵਾਂ ਦੇ ਉੱਤੇ ਕੰਮ ਕਰ ਰਹੇ ਆ, ਵੀ ਉਹਦਾ ਵੀ ਰੌਲਾ ਰੱਪਾ ਜਿਹੜਾ ਉਹ ਪੈ ਰਿਹਾ ਆ। ਸੋ ਸਟੂਡੈਂਟ ਵੀਜ਼ੇ ਦੇ ਉੱਤੇ ਵੀ ਹੁਣ ਇਹਨਾਂ ਦੀ ਐਨਫੋਰਸਮੈਂਟ ਸਖਤ ਹੋ ਰਹੀ ਆ। ਹਾਂਜੀ, ਹੁਣ ਸਟੂਡੈਂਟ ਦਾ ਦੇਖੋ, ਜਿਹਨਾਂ ਕੋਲ ਨਹੀਂ ਪੈਸੇ ਹੁੰਦੇ ਸੀਗੇ ਉਹ ਸਾਈਡ ਜੌਬ ਕਰਦੇ ਸੀਗੇ, ਜਿਹਨਾਂ ਨੂੰ ਨਹੀਂ ਤਾਂ 20 ਘੰਟੇ ਕੈਂਪਸ ਤੇ ਜਿੱਦਾਂ ਜੌਬ ਮਿਲ ਜਾਂਦੀ ਹੈ ਸਟੂਡੈਂਟ ਨੂੰ, ਜਦੋਂ ਉਹ ਸਕੂਲ ਵਾਲਿਆਂ ਨੂੰ ਦੱਸਦਾ। ਹੁਣ ਸਾਰਿਆਂ ਨੂੰ ਤਾਂ ਮਿਲਣੀ ਨਹੀਂ, ਜੇ ਹਜ਼ਾਰਾਂ 'ਚ ਸਟੂਡੈਂਟ ਆਉਂਦੇ ਆ, ਤੇ ਕਈ ਬਾਹਰ ਵੀ ਜ਼ਾਹਿਰ ਜੀ ਗੱਲ ਆ ਕੰਮ ਕਰਦੇ ਹੋਣਗੇ ਕੈਸ਼ ਵਗੈਰਾ ਤੇ ਉਹ ਹੁਣ ਮਤਲਬ ਇਹ ਤਾਂ ਅਮਰੀਕਾ ਦਾ ਜਿਹੜਾ ਤੁਸੀਂ ਕਹਿ ਲਓ ਕਿ ਦਸਤੂਰ ਜਿਹੜਾ ਹੈਗਾ, ਇਹ ਹੁਣ ਦਾ ਇਹ ਕਈ ਦਹਾਕਿਆਂ ਤੋਂ ਜਿਹੜਾ ਸੀਗਾ ਇਦਾਂ ਦਾ ਰਿਹਾ ਹੈਗਾ। ਤੇ ਹਰੇਕ ਬੰਦਾ ਕੈਂਪਸ 'ਚ ਜੌਬ ਕਰਨ ਲਈ ਐਲੀਜੀਬਲ ਵੀ ਹੁੰਦਾ, ਤੁਹਾਨੂੰ ਸਕਿੱਲ ਵੀ ਚਾਹੀਦੀ ਆ, ਇੰਗਲਿਸ਼ ਆਉਣੀ ਚਾਹੀਦੀ ਆ, ਉੱਥੇ ਜਿਹੜਾ ਸੀਗਾ ਲੋਕਾਂ ਨਾਲ ਡੀਲਿੰਗ ਆਉਣੀ ਚਾਹੀਦੀ ਆ। ਜੌਬਸ ਤਾਂ ਔਨ ਕੈਂਪਸ ਤਾਂ ਹੁਣ ਸਟੂਡੈਂਟ ਦੀ ਹੈਲਪ ਵਾਲੀਆਂ ਜੌਬਸ ਮਿਲਣੀਆਂ ਨਾ। ਤੇ ਇਹਦੇ ਵਿੱਚ ਫਿਰ ਇਹਨਾਂ ਨੇ CPT, ਮਤਲਬ ਇਹ H1B ਤੇ ਨਹੀਂ ਜਾਂਦੇ ਸੀ, ਤੇ CPT ਪ੍ਰੋਗਰਾਮ ਕਿ ਹੋਰ ਕਿੱਦਾਂ ਸ਼ਾਰਟਕਟ ਕਿੱਦਾਂ ਕਰਨੇ ਆ। ਹਰੇਕ ਕਿੱਤੇ ਦੇ ਵਿੱਚ ਤੁਸੀਂ ਕਹਿ ਲਓ ਕਿ ਕੋਈ ਨਾ ਕੋਈ ਸ਼ਾਰਟਕਟ ਕੁਛ ਨਾ ਕੁਛ ਹੁੰਦਾ ਹੀ ਆ, ਜਿਹਨੂੰ ਗਵਰਨਮੈਂਟ ਜਿਹੜੀ ਰੈਗੂਲੇਟ ਕਰਦੀ ਆ। ਤੇ ਹੁਣ ਇਹਨਾਂ ਨੇ ਬੇਸਿਕਲੀ ਇਹੀ ਕਿਹਾ ਕਿ ਸਟੂਡੈਂਟ ਦੀ ਜਿਹੜੀ ਸੀਗੀ ਕਿ ਜਿੰਨੀ ਦੇਰ ਦੀ ਉਹਨਾਂ ਨੂੰ ਐਡਮਿਸ਼ਨ ਦਿੱਤੀ ਹੈ, ਜਿਹਨਾਂ ਨੂੰ 6 ਮਹੀਨੇ ਦਾ ਪ੍ਰੋਗਰਾਮ ਦਾ 6 ਮਹੀਨੇ ਦਿੱਤੀ ਹੈ, ਤਾਂ ਉੱਥੇ ਉਹਦਾ ਸਟੇਟਸ ਜਿਹੜਾ ਖਤਮ ਹੋ ਜਾਂਦਾ। ਇਮੀਗ੍ਰੇਸ਼ਨ ਨੂੰ ਕੋਈ ਹੋਰ ਚਿੱਠੀ ਪੱਤਰ ਦੇਣ ਦੀ ਜਿਹੜੀ ਲੋੜ ਨਹੀਂ ਹੈਗੀ।
ਜਿੱਦਾਂ ਟੂਰਿਸਟ ਵੀਜ਼ਾ ਲਿਆਉਂਦਾ ਕਿ ਤੁਹਾਡੀ ਜੇ 6 ਮਹੀਨੇ ਦੀ ਮਿਆਦ ਆ ਤਾਂ ਤੁਹਾਡੇ ਤੇ ਆ, ਤੁਸੀਂ ਵਾਪਸ ਜਾਂਦੇ ਆ ਕਿ ਨਹੀਂ ਜਾਂਦੇ ਆ। ਸੋ ਉਹ ਚੀਜ਼ ਇਹਨਾਂ ਨੇ ਕਲੈਰੀਫਾਈ ਕੀਤੀ ਹੈ। ਪਹਿਲਾਂ ਸੀਗਾ ਡਿਊਰੇਸ਼ਨ ਆਫ ਸਟੇਟਸ, ਕਿ ਉਹ ਇੱਥੇ ਆ ਜਾਂਦੇ ਸੀਗੇ, ਪੜ੍ਹਦੇ ਰਹਿੰਦੇ ਸੀ, ਜੇ ਆਊਟ ਆਫ ਸਟੇਟਸ ਹੋ ਗਏ ਤੇ ਇਮੀਗ੍ਰੇਸ਼ਨ ਜਦ ਤੱਕ ਉਹਨਾਂ ਨੂੰ ਕਹਿੰਦੀ ਨਹੀਂ ਸੀ ਤੁਸੀਂ ਆਊਟ ਆਫ ਸਟੇਟਸ ਆ, ਅਨਲੌਫੁਲ ਪ੍ਰੈਜ਼ੈਂਟ ਆ, ਤੇ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਸੀ। ਸੋ ਇਹ ਸਰਕਾਰ ਨੇ ਆ ਕੇ ਉਹ ਚੀਜ਼ ਚੇਂਜ ਜਿਹੜੀ ਕਰਤੀ। ਉਹ ਕਹਿੰਦੇ ਕਿ ਜਦੋਂ ਤੁਹਾਡਾ ਉਹ ਮੁੱਕ ਗਈ ਡਿਊਰੇਸ਼ਨ ਜਿੰਨੀ ਦਿੱਤੀ ਸੀਗੀ, ਭਾਵੇਂ ਤੁਹਾਨੂੰ ਚਿੱਠੀ ਆਈ ਜਾਂ ਨਹੀਂ ਆਈ ਆ, ਤੁਸੀਂ ਆਟੋਮੈਟਿਕਲੀ ਆਊਟ ਆਫ ਸਟੇਟਸ ਆ ਤੇ ਅਨਲੌਫੁਲ ਪ੍ਰੈਜ਼ੈਂਸ ਅਕਰੂ ਕਰ ਰਹੇ ਹੋ। ਜੀ, ਥੈਂਕ ਯੂ ਟੈਨੀ ਟਿਕੈਣਾ ਜੀ, ਬੜੀ ਮਿਹਰਬਾਨੀ ਅੱਜ ਦੇ ਇਸ ਪ੍ਰੋਗਰਾਮ ਦੇ ਲਈ, ਅੱਜ ਦੀ ਇਸ ਗੱਲਬਾਤ ਦੇ ਲਈ। ਮਿਲਦੇ ਹਾਂ ਆਪਾਂ ਅਗਲੀ ਵਾਰੀ ਨੈਕਸਟ ਟਾਈਮ। ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।